ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਤੀਜਾ। ਜਿਨੇ ਇੱਕ ਮਨ ਨਾਮ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਜੋ ਸ੍ਰੀ ਰਾਗ ਵਿੱਚ ਪ੍ਰਵਾਹ ਚੱਲ ਰਿਹਾ ਹੈ, ਜਿਸ ਪ੍ਰਕਾਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਹਨ। ਤੀਸਰੇ ਸਰੂਪ ਵਿੱਚ ਗੁਰੂ ਸਾਹਿਬ ਜੀ, ਗੁਰੂ ਨਾਨਕ ਸਾਹਿਬ ਆਪ ਹੀ ਕਿਰਪਾ ਕਰ ਰਹੇ ਹੈ। ਆਓ ਮਨ ਬਿਰਤੀਆਂ ਇਕਾਗਰ ਕਰੋ, ਸਤਿਗੁਰਾਂ ਦੇ ਪਾਵਨ ਅੰਮ੍ਰਿਤ ਵਚਨ ਸਰਵਣ ਕਰੀਏ ਜੀ। ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਤੀਜਾ। ਸ੍ਰੀ ਰਾਗ ਇਹ 31 ਰਾਗਾਂ ਚੋਂ ਪਹਿਲਾ ਰਾਗ ਹੈ। ਉਚਾਰਨ ਕਰਨ ਵਾਲੇ ਗੁਰੂ ਅਮਰਦਾਸ ਮਹਾਰਾਜ ਜੀ ਹਨ। ਜਿਨੇ ਇੱਕ ਮਨ ਨਾਮ ਧਿਆਇਆ। ਇਹ ਭਾਈ ਜਿਨ੍ਹਾਂ ਨੇ ਇੱਕ ਮਨ ਦਾ ਮਤਲਬ ਹੈ ਇਕਾਗਰ ਹੋ ਕੇ, ਧਿਆਨ ਦਾ ਮਤਲਬ ਹੈ ਧਿਆਕਾਰ ਬਿਰਤੀ ਦੁਆਰਾ, ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ। ਗੁਰਮਤਿ ਚਾਰ। ਗੁਰੂ ਦੀ ਸਿੱਖਿਆ ਦੁਆਰਾ ਸਤ ਦੀ ਵਿਚਾਰ, ਸਤ ਕੀ ਹੈ, ਝੂਠ ਕੀ ਹੈ, ਸਤ ਨਿਰਤ ਬੂਝੈ ਜੇ ਕੋਈ। ਤੇ ਐਸੀ ਵਿਚਾਰ ਜਿਹੜੀ ਕੀਤੀ ਹੈ, ਜਿਨ੍ਹਾਂ ਨੂੰ ਗੁਰਮਤਿ ਦੀ ਵਿਚਾਰ ਪ੍ਰਾਪਤ ਹੋਈ ਹੈ। ਜਨ ਕੇ ਮੁਖ ਸਦ ਉਜਲੇ। ਤੇ ਤੋਂ ਉਹਨਾਂ ਦੇ ਸੱਚੇ ਪਰਮੇਸ਼ਰ ਵਾਹਿਗੁਰੂ ਦੇ ਸਾਧ ਸੰਗਤ ਵਿੱਚ ਜਾਂ ਸੱਚਖੰਡ ਦਰਬਾਰ ਵਿੱਚ ਤੇ ਉਹਨਾਂ ਦੇ ਮੁਖ ਉਜਲੇ ਕਹੀਏ, ਉਜਾਲੇ ਵਾਲੇ। ਭਾਵ ਕੀ ਹੈ ਕਿ ਜਸ ਰੂਪ ਉਜਾਲੇ ਵਾਲੇ ਹੋਣਗੇ। ਚਿਤ ਸੱਚਾ ਦਰਬਾਰ। ਤੇ ਤੋਂ ਉਹ ਸੱਚੇ ਸਤਖੰਡ ਜਾਂ ਬੈਕੁੰਠ ਧਾਮ ਦੇ, ਜਿੱਥੇ ਪਰਮੇਸ਼ਰ ਸੱਚਖੰਡ ਵਸੈ ਨਿਰੰਕਾਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ। ਉਜਾਲੇ ਵਾਲੇ ਜਸ ਵਾਲੇ ਉਹਨਾਂ ਦੇ ਮੂੰਹ ਹੋਣਗੇ, ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕੀਤਾ ਹੈ। ਓਏ ਅੰਮ੍ਰਿਤ ਪੀਵੈ ਹੈ ਸਦਾ ਸਦਾ। ਉਹ ਗੁਰਮੁਖ ਗੁਰਾਂ ਦੁਆਰਾ ਬਖਸ਼ਿਆ ਹੋਇਆ ਅੰਮ੍ਰਿਤ ਨਾਮ ਮਿਰਤੂ ਤੋਂ ਰਹਿਤ ਕਰਨ ਵਾਲੀ ਸ਼ਕਤੀ ਹੈ। ਇਸ ਕਰਕੇ ਨਾਮ ਨੂੰ ਅੰਮ੍ਰਿਤ ਕਿਹਾ। ਮਿਰਤ ਨਾਮ ਮੌਤ ਦਾ ਹੁੰਦਾ ਹੈ, ਉਹ ਤੋਂ ਰਹਿਤ ਕਰਨ ਵਾਲੀ ਸ਼ਕਤੀ ਹੈ। ਉਹ ਅੰਮ੍ਰਿਤ ਪੀਵੈ ਸਦਾ ਸਦਾ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਨਾਮ ਦੇ ਬ੍ਰਹਮਾਨੰਦ ਰੂਪੀ ਅੰਮ੍ਰਿਤ ਨੂੰ ਉਹ ਸਦਾ ਸਦਾ ਕੀ ਹਮੇਸ਼ਾ ਹਮੇਸ਼ਾ ਹੀ ਪੀਵੈ ਪੀਂਦੇ ਹਨ, ਪੀਂਦੇ ਰਹਿਣਗੇ। ਸੱਚੇ ਨਾਮ ਪਿਆਰ। ਪਰ ਕੌਣ ਪੀਣਗੇ? ਜਿਨ੍ਹਾਂ ਦਾ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਪਿਆਰ ਹੈ, ਸਨੇਹ ਹੈ ਜਿਨ੍ਹਾਂ ਦਾ। ਭਾਈ ਰੇ ਗੁਰਮੁਖ ਸਦਾ ਪਤ ਹੋਏ। ਇਹ ਭਾਈ ਗੁਰਮੁਖਾਂ ਦੀ ਸਦਾ ਹਮੇਸ਼ਾ ਹੀ ਲੋਕ ਪਰਲੋਕ ਦੇ ਚ ਪਤ ਇੱਜ਼ਤ ਦਾ ਨਾਮ ਹੈ। ਉਹਨਾਂ ਦੀ ਪਦ ਕੀ ਇੱਜ਼ਤ ਹੋਏਗੀ ਲੋਕ ਪਰਲੋਕ ਦੇ ਵਿੱਚ। ਹਰ ਹਰ ਸਦਾ ਧਿਆਈ ਹੈ। ਇਸ ਕਰਕੇ ਉਸ ਹਰੀ ਪਰਮੇਸ਼ਰ ਵਾਹਿਗੁਰੂ ਪ੍ਰਭੂ ਨੂੰ ਸਦਾ ਹਮੇਸ਼ਾ ਹੀ ਧਿਆਉਣਾ ਕਰੀਏ, ਜੋ ਹਰ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ। ਕਿਉਂਕਿ ਜਿਹੜਾ ਪਰਮੇਸ਼ਰ ਦਾ ਨਾਮ ਹੈ, ਇਹਦੇ 'ਚ ਬਰਕਤਾਂ ਹਨ। ਮਲ ਹਉਮੈ ਕੱਢੈ ਧੋਏ। ਉਹ ਹਉਮੈ ਦੀ ਮੈਲ ਨੂੰ ਹਿਰਦੇ ਵਿੱਚੋਂ ਧੋ ਧੋ ਕੇ ਕੱਢ ਦਿੰਦਾ ਹੈ। ਨਾਮ ਦੇ ਵਿੱਚ ਇਹ ਸ਼ਕਤੀ ਹੈ। ਨਾਮ ਇੱਕ ਸਾਬਣ ਦਾ ਕੰਮ ਕਰਦਾ ਹੈ, ਪਰ ਸਾਬਣ ਦੀ ਇੱਕ ਆਪਣੀ ਮਰਜ਼ਾਦਾ ਹੈ। ਸਿੱਧੇ ਤੌਰ ਤੇ ਤੁਸੀਂ ਸੁੱਕੇ ਕੱਪੜੇ ਦੇ ਉੱਤੇ ਸਾਬਣ ਜਿੰਨੀ ਮਰਜ਼ੀ ਘਸਾਈ ਜਾਓ, ਉਹਦੀ ਮੈਲ ਨਹੀਂ ਨਿਕਲਣੀ। ਮੈਲ ਜਿਉਂ ਦੀ ਤਿਉਂ ਰਹੇਗੀ। ਉਹਦੇ ਸਾਬਣ ਦਾ ਕਸੂਰ ਨਹੀਂ ਹੈ, ਸੁੱਕੇ ਕੱਪੜੇ ਦਾ ਕਸੂਰ ਹੈ। ਜੇ ਕੱਪੜੇ ਨੂੰ ਪਾਣੀ ਨਾਲ ਭਿਉਂ ਲਈਏ, ਫਿਰ ਵੀ ਉਹਦੇ 'ਚ ਇੱਕ ਇਹ ਭੇਦ ਹੈ ਵੀ ਜਿੰਨਾ ਕੁ ਕੱਪੜਾ ਭਿਜੂਗਾ ਉਨਾ ਹੀ ਸਾਬਣ ਕੰਮ ਕਰੂਗੀ। ਜੇ ਸਾਰਾ ਵਸਤਰ ਪਾਣੀ 'ਚ ਭਿਜਿਆ ਹੋਇਆ ਹੈ ਤਾਂ ਸਾਰੇ ਵਸਤਰ ਦੇ ਉੱਤੇ ਹੀ ਸਾਬਣ ਕੰਮ ਕਰੂਗੀ। ਜਿੰਨਾ ਕੋ ਸੁੱਕਾ ਰਹਿ ਗਿਆ ਉਨੀ ਕੁ ਸਾਬਣ ਨੇ ਕੰਮ ਨਹੀਂ ਕਰਨਾ। ਸਾਬਣ ਉਸੇ ਪ੍ਰਕਾਰ ਘਸਾਈ ਜਾਂਦੀ ਹੈ। ਇਸ ਕਰਕੇ ਇਹ ਮਰਜ਼ਾਦਾ ਹੈ
ਕਿ ਜਿੰਨੀ ਦੇਰ ਤੱਕ ਜੇ ਨਾਮ ਸਾਬਣ ਹੈ ਤਾਂ ਵਾਹਿਗੁਰੂ ਦਾ ਪ੍ਰੇਮ ਹੈ ਜਿਹੜਾ ਇਹ ਪਾਣੀ ਹੈ। ਸਾਜ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰਮਾਤਮਾ ਦੇ ਪ੍ਰੇਮ ਵਿੱਚ ਸਾਰਾ ਮਨ ਭੇਜਣਾ ਚਾਹੀਦਾ ਹੈ। ਕਿਸੇ ਪਾਸਿਓਂ ਦੁਨਿਆਵੀ ਪਿਆਰ ਉਹਦੇ ਵਿੱਚ ਕੋਈ ਸੁੱਕਾਪਣ ਹੋਵੇ ਨਾ। ਫਿਰ ਨਾਮ ਰੂਪੀ ਸਾਬਣ ਜਿਹੜਾ ਹੈ ਉਹ ਕੰਮ ਕਰਦਾ ਹੈ। ਫਿਰ ਉਗਤੀਆਂ ਜੁਗਤੀਆਂ ਜਿਹੜੀਆਂ ਨੇ ਤੇ ਉਹਨਾਂ ਦੁਆਰਾ ਕਚੱਲੇ ਦਿੱਤੇ ਜਾਂਦੇ ਆ। ਉਹਨਾਂ ਦੀਆਂ ਉਗਤੀਆਂ ਜੁਗਤੀਆਂ ਦੀਆਂ ਜਿਹੜੀਆਂ ਮੁੱਕੀਆਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੁਆਰਾ ਜਿਹੜੇ ਬੁੱਧ ਹੈ ਨਾ ਜਾਂ ਮਨ ਰੂਪੀ ਕੱਪੜਾ ਹੈ ਇਹ ਵੀ ਹਉਮੈ ਦੀ ਮੈਲ ਨੂੰ ਧੋ ਧੋ ਕੇ ਬਾਹਰ ਕੱਢ ਦਿੰਦਾ ਪਰਮੇਸ਼ਰ ਦੇ ਨਾਮ ਦੀਆਂ ਬਰਕਤਾਂ। ਭਰੀਐ ਹੱਥ ਪੈਰ ਤਨ ਦੇਹੀ ਪਾਣੀ ਧੋਤਾ ਉਤਰ ਸੋਖੇ। ਮੁਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਇਸ ਕਰਕੇ ਜਿਉਂ ਸਾਬਨ ਕਾਪਰ ਉਦਰ ਹੋਤ ਨਾਮ ਜਸਾ ਭਰਮ ਪੌਖ ਹੋਤ। ਇਹ ਮਰਜ਼ਾਦਾ ਉਹ ਗੱਲ ਮਹਾਰਾਜ ਕਹਿੰਦੇ ਹਉਮੈ ਦੀ ਮੈਲ ਤਾਂ ਧੋ ਧੋ ਕੇ ਕੱਢ ਸਕੋਗੇ। ਹਾਂ ਇੱਕ ਗੱਲ ਦਾ ਜ਼ਰੂਰ ਫਰਕ ਹੈ। ਦਸ਼ਤਾਨ ਦਾ ਇੱਕ ਪੱਖ ਲਈਦਾ ਸਾਰਾ ਨਹੀਂ ਢੁਕਿਆ ਕਰਦਾ। ਹੁਣ ਕੱਲ ਨੂੰ ਕੋਈ ਮਨਮਤੀ ਕਹੇ ਜੀ ਜਦੋਂ ਕੱਪੜਾ ਸਾਬਣ ਲਾ ਕੇ ਤੇ ਠੀਕ ਹੈ ਵੀ ਮੈਲ ਤਾਂ ਦੂਰ ਹੋ ਗਈ ਵੀ ਪਰ ਜਦੋਂ ਕੱਪੜੇ ਨੂੰ ਧੋ ਲਈਦਾ ਸਾਬਣ ਵੀ ਤਾਂ ਨਾਲ ਹੀ ਨਿਕਲ ਜਾਂਦਾ। ਕੀ ਮੈਲ ਧੋ ਕੇ ਫਿਰ ਨਾਮ ਮਨ ਨੂੰ ਸੁੱਧ ਕਰਕੇ ਬਾਹਰ ਨਿਕਲ ਜਾਂਦਾ? ਨਹੀਂ। ਇਹ ਦ੍ਰਿਸ਼ਟਾਂਤ ਦਾ ਇੱਕ ਪੱਖ ਹੀ ਲੈਣਾ ਹੈ। ਇਹਦਾ ਜਵਾਬ ਗੁਰੂ ਅਰਜਨ ਦੇਵ ਜੀ ਨੇ ਦਿੱਤਾ ਹੈ ਕਿ ਪਰਮੇਸ਼ਰ ਦਾ ਨਾਮ ਜਿਹੜਾ ਹੈ ਨਾ ਤੇ ਉਹ ਹਉਮੈ ਦੀ ਮੈਲ ਨੂੰ ਤਾਂ ਬਾਹਰ ਕੱਢਿਆ ਹੈ ਤੇ ਹਉਮੈ ਦੀ ਮੈਲ ਨਿਕਲ ਜਾਂਦੀ ਹੈ। ਅੰਮ੍ਰਿਤ ਨਾਮ ਰਿਦ ਮਹਿ ਸਮਾਏ ਉਹ ਹਿਰਦੇ ਵਿੱਚ ਸਮਾ ਜਾਂਦਾ ਹੈ। ਇਹ ਦੁਨਿਆਵੀ ਸਾਬਣ ਹੋਣ ਕਰਕੇ ਤਾਂ ਨਿਕਲ ਜਾਂਦਾ ਹੈ ਬਾਹਰ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਮੈਲ ਤਾਂ ਚਲੀ ਜਾਊਗੀ। ਅੰਮ੍ਰਿਤ ਨਾਮ ਹਿਰਦ ਮਹਿ ਸਮਾਏ ਨਾਮ ਸਮਾ ਜੂਗਾ ਹਿਰਦੇ ਵਿੱਚ। ਇਸ ਕਰਕੇ ਇਹਦਾ ਜਵਾਬ ਦੇਣ ਵਾਸਤੇ ਇੱਥੇ ਦੇ ਸਿਧਾਂਤ ਨੂੰ ਗੁਰੂ ਅਰਜਨ ਦੇਵ ਜੀ ਦੀ ਤੁਕ ਦੇ ਨਾਲ ਸਿੱਧ ਕਰ ਸਕਦੇ ਹੋ ਤੁਸੀਂ। ਨਹੀਂ ਮਨਮਤੀ ਹੈ ਕਿਉਂਕਿ ਸ਼ੰਕਾਵਾਦੀ ਅੱਜ ਸੰਸਾਰ ਹੈ। ਇਹ ਗੱਲਾਂ ਜਿਹੜੀਆਂ ਨਾਲ ਦੀ ਨਾਲ ਹੀ ਚੇਤੇ ਕਰਨੀਆਂ ਚਾਹੀਦੀਆਂ ਆਪਾਂ ਸਾਰਿਆਂ ਨੂੰ, ਖਾਸ ਕਰਕੇ ਜਿਨ੍ਹਾਂ ਦੇ ਮਨ ਦੇ ਵਿੱਚ ਪੰਥ ਦੀ ਸੇਵਾ ਗੁਰਮਤ ਦੇ ਪ੍ਰਚਾਰ ਦੁਆਰਾ ਕਰਨ ਦਾ ਚਾਅ ਹੈ, ਜਿਨ੍ਹਾਂ ਦੇ ਮਨ 'ਚ ਵੀ ਗਿਆਨੀ ਸਿੰਘ ਬਣ ਕੇ ਅੱਗੇ ਆਪਣਾ ਜਨਮ ਵੀ ਸਫਲ ਕਰਨਾ ਹੈ। ਚਲੋ ਸਤਿਗੁਰੂ ਕਿਰਪਾ ਕਰਨ ਪਰ ਬਾਣੀ ਤੇ ਅਮਲ ਹੋਵੇ। ਹਾਂਜੀ ਅੱਗੇ ਫਰਮਾਨ ਕਰਦੇ ਹਨ। ਅਸਾਈ ਦੇ ਕੇ ਫਰਮਾਉਂਦੇ ਆ ਜੀ ਮਨਮੁਖ ਨਾਮ ਨਾ ਜਾਣਨੇ। ਹੁਣ ਦੂਸਰਾ ਪੱਖ ਹੈ ਮਨਮੁਖਾਂ ਦਾ। ਉਹ ਤਾਂ ਨਾ ਤਾਂ ਪਰਮਾਤਮਾ ਦੇ ਪ੍ਰੇਮ ਨੂੰ ਜਾਣਦੇ ਨੇ, ਉਹ ਤਾਂ ਦੁਨਿਆਵੀ ਸੰਸਾਰ ਦੇ ਮਾਤਾ ਪਿਤਾ ਭੈਣ ਭਰਾ ਪੁੱਤਰ ਧੀਆਂ ਘਰ ਵਾਲੀ ਘਰ ਵਾਲਾ ਪਦਾਰਥ ਵਿਸ਼ੇ ਵਿਕਾਰ ਇਹਨਾਂ ਦਾ ਪ੍ਰੇਮ ਤਾਂ ਜਾਣਦੇ ਆ, ਪਰਮਾਤਮਾ ਦਾ ਪ੍ਰੇਮ ਜਾਣਦੇ ਨਹੀਂ। ਇਸ ਕਰਕੇ ਉਹਨਾਂ ਮਨਮੁਖਾਂ ਦਾ ਉਹਨਾਂ ਨੇ ਨਾਮ ਨੂੰ ਜਾਣਿਆ ਹੀ ਨਹੀਂ ਵੀ ਨਾਮ ਹੁੰਦਾ ਕੀ ਹੈ। ਜਿਹੋ ਜਿਹਾ ਕੋਈ ਇਹੋ ਜਿਹਾ ਦਲਿਦਰੀ ਹੋਵੇ ਜਿਹੜਾ ਸਾਬਣ ਨੂੰ ਜਾਣਦਾ ਹੀ ਨਹੀਂ, ਮੈਲ ਇਕੱਠੀ ਕਰਨ ਜਾਣਦਾ ਹੋਵੇ, ਮਨਮੁਖ ਦਾ ਉਹ ਕੰਮ ਹੈ। ਮਨਮੁਖ ਨਾਮ ਨਾ ਜਾਣਨੇ, ਪ੍ਰਭੂ ਦੇ ਨਾਮ ਨੂੰ ਜਾਣਦੇ ਨਹੀਂ ਹਨ। ਇਸ ਕਰਕੇ ਉਹਨਾਂ ਦੀ ਬਿਨਾਂ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਵਿਣ ਨਾਵੇ ਪਤ ਜਾਏ। ਨਾਮ ਤੋਂ ਬਿਨਾਂ ਲੋਕ ਪਰਲੋਕ ਦੇ ਵਿੱਚ ਪਤ ਨਾਮ ਇੱਜ਼ਤ ਹੈ, ਇੱਜ਼ਤ ਚਲੀ ਜਾਏਗੀ। ਪਤ ਬੋਲਣੇ ਨੂੰ ਪਤ ਨਹੀਂ ਕਹਿਣਾ, ਪਤ ਕਹੋਗੇ ਦਰਖਤਾਂ ਦੇ ਪੱਤੇ ਬਣ ਜਾਣਗੇ। ਅਰਥ ਉਸ ਪਾਸੇ ਪਤ ਭੋਲਾ ਸ਼ਬਦ ਹੈ। ਇੱਜ਼ਤ ਚਲੀ ਜਾਏਗੀ ਉਹਨਾਂ ਦੀ। ਕਾਮ ਕਰੋ ਲੋਭ ਮੋਹ ਹੰਕਾਰ ਜਿਹੜੇ ਉਹ ਤੇਰੇ ਮਗਰੇ ਲੱਗੇ ਨੇ ਤੈਨੂੰ ਬੇਇੱਜ਼ਤੀ ਕਰਾਉਣ ਵਾਸਤੇ। ਕਈ ਬੰਦੇ ਚਲਾਕ ਹੁੰਦੇ ਨਾ, ਕਹਿੰਦਾ ਵੀ ਮੈਂ ਜਾਣ ਬੁੱਝ ਕੇ ਇਹ ਗਲਤ ਕੰਮ ਕਰਾਇਆ ਸੀ ਵੀ ਇਹਦੀ ਬੇਇੱਜ਼ਤੀ ਹੋ ਜਾਏ। ਜਿਹੜੇ ਕਾਮ ਕ੍ਰੋਧ ਨੂੰ ਸਾਡੇ ਮਗਰ ਲੱਗੀ ਇਸ ਕਰਕੇ ਨੇ ਵੀ ਇਹਦੀ ਬੇਇੱਜ਼ਤੀ ਕਰਾਉਣੀ ਹੈ। ਫਿਰ ਲੋਕ ਪਰਲੋਕ ਦੇ ਵਿੱਚ ਬਿਨ ਨਾਵੇ ਪਤ ਜਾਏ। ਨਾਮ ਤੋਂ ਬਿਨਾਂ ਫਿਰ ਬੇਇੱਜ਼ਤ ਇੱਥੇ ਵੀ ਹੋ ਜਾਂਦੇ ਆ ਬੇਪੜਤ, ਤੇ ਅੱਗੇ ਪਰਲੋਕ 'ਚ ਤਾਂ ਭਾਈ ਸਿਰ ਨੀਵਾਂ ਕਰਕੇ ਖੜਨਾ ਕਹਿੰਦੇ ਪਏ। ਨੰਗਾ ਦੋਜ ਕੇ ਲਿਆ, ਨੰਗਾ ਕਰਕੇ ਲੈ ਜਾਂਦੇ। ਵਾਹਿਗੁਰੂ ਇਹ ਕਿਰਪਾ ਕਰੇ ਮਹਾਰਾਜ ਸਾਹਿਬ ਜੀ। ਪਰਲੋਕ ਦੇ ਵਿੱਚ ਫਿਰ ਉਹਨਾਂ ਨੂੰ ਮਾਣ ਨਹੀਂ ਮਿਲਦਾ ਹੈ। ਸ਼ਬਦ ਸਾਧਨਾ ਆਇਓ। ਉਹਨਾਂ ਮਨਮੁਖਾਂ ਨੂੰ ਗੁਰੂ ਦੇ ਸ਼ਬਦ ਦਾ ਸਾਧ ਦਾ ਅਰਥ ਹੈ ਆਨੰਦ ਰਸ। ਨਾ ਆਇਓ ਨਹੀਂ ਆਇਆ ਕਿਉਂਕਿ ਉਹਨਾਂ ਤੋਂ ਪਦਾਰਥਾਂ 'ਚ ਰਸ ਆ ਰਿਹਾ ਹੈ, ਵਿਕਾਰਾਂ 'ਚ ਰਸ ਆ ਰਿਹਾ ਹੈ।
ਇਸ ਕਰਕੇ ਉਹਨਾਂ ਨੂੰ ਸ਼ਬਦ ਦਾ ਰਸ ਨਹੀਂ ਆਇਆ ਹੈ। ਲਾਗੇ ਦੂਜੇ ਭਾਏ, ਦੂਜੇ ਦਵੈਤ ਵਿੱਚ ਲਾਗੇ ਲੱਗੇ ਹੋਏ ਨੇ। ਦਵੈਤ ਭਾਵਨਾ ਚ ਲੱਗਣ ਕਰਕੇ, ਬੁਰਾਈਆਂ ਚ ਲੱਗਣ ਕਰਕੇ, ਬੁਰਾਈਆਂ ਚਿਤਵਣੀਆਂ ਲੱਗਣ ਕਰਕੇ ਫਿਰ ਉਹਨਾਂ ਨੂੰ ਨਾਮ ਦਾ ਰਸ ਨਹੀਂ ਆਉਂਦਾ ਹੈ। ਵਿਸ਼ਟਾ ਕੇ ਕੀੜੇ ਪਰਹਿ ਵਿੱਚ ਵਿਸ਼ਟਾ, ਫਿਰ ਮਹਾਰਾਜ ਉਹਨਾਂ ਦਾ ਨਿਵਾਸ ਕਿੱਥੇ ਹੁੰਦਾ ਹੈ? ਉਹ ਕਿੱਥੇ ਨੂੰ ਜਾਣਗੇ? ਮਹਾਰਾਜ ਕਹਿੰਦੇ ਪਏ ਐਸੇ ਜਿਹੜੇ ਪੁਰਸ਼ ਹਨ ਮਨਮੁਖ, ਪਹਿਲਾਂ ਤਾਂ ਮਾਤਾ ਦੇ ਗਰਭ ਰੂਪੀ ਵਿਸ਼ਟਾ ਗੰਦਗੀ ਆ ਜਿਹੜੀ, ਉੱਥੇ ਉਹ ਗੰਦਗੀ ਦਾ ਕੀੜਾ ਕਿਰਮ ਬਣ ਕੇ, ਤੇ ਜਾਂ ਫਿਰ ਹੁਣ ਇੱਥੇ ਵਿਸ਼ੇ ਵਿਕਾਰਾਂ ਮੰਦ ਕਰਮਾਂ ਰੂਪੀ ਵਿਸ਼ਟਾ ਗੰਦਗੀ ਦੇ ਪਏ ਰਹਿੰਦੇ ਨੇ। ਤੇ ਇਸ ਕਰਕੇ ਉਹਨਾਂ ਦਾ ਇਹ ਜੀਵਨ ਹੈ। ਵਿਸ਼ਟਾ ਆਹੇ ਸਮਾਏ, ਮਰ ਕੇ ਫੇਰ ਸੇ ਉਹ ਜੂਨੀਆਂ ਦੇ ਵਿੱਚ ਨਰਕਾਂ ਰੂਪੀ ਗੰਦਗੀ ਦੇ ਵਿੱਚ ਸਮਾਉਂਦੇ ਰਹਿੰਦੇ। 18 ਨਰਕਾਂ 'ਚ ਇੱਕ ਨਰਕ ਹੈ ਜਿੱਥੇ ਲਹੂ ਤੇ ਪੀਕ ਹੈ, ਗੰਦਗੀ ਤੋਂ ਬਿਨਾਂ ਕੁਛ ਹੈ ਹੀ ਨਹੀਂ। ਉੱਥੇ ਫਿਰ ਗੋਤੇ ਖਾਂਦਾ ਹੈ। ਜਿਤਨੇ ਨਰਕ ਸੇ ਮਨੁੱਖ ਭੋਗਿਆ ਗੁਰਮੁਖ ਲੇਪ ਨਾ ਮਾਸਾ ਹੈ। ਪਰਲੋਕ ਦਾ ਭੈ ਹਿਰਦੇ 'ਚ ਧਾਰਨ ਕਰਕੇ ਆਪਣੇ ਜੀਵਨ ਨੂੰ ਸੁਧਾਰਿਆ ਜਾ ਸਕਦਾ ਹੈ ਬੇਫਿਕਰ ਹੋ ਕੇ। ਹੁਣ ਜਿਹੜੇ ਚੋਰ ਨੂੰ ਬੇਫਿਕਰ ਹੋ ਕੇ ਚੋਰੀ ਕਰ ਲੈਂਦੇ, ਜੋ ਕੁੱਟ ਪੈਂਦੀ ਹੈ ਫਿਰ ਪੁੱਛੋ ਉਹਨਾਂ ਨੂੰ, ਕਹਿੰਦੇ ਵੀ ਬਹੁਤ ਗਲਤ ਹੋ ਗਿਆ। ਸੋ ਇਸ ਕਰਕੇ ਫਿਰ ਇਹ ਜੀਵ ਪਛਤਾਤਾਪ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਇਹਦੇ 'ਚ ਵਿਸ਼ਟਾਂ ਦੇ ਵਿੱਚ ਫਿਰ ਨਰਕਾਂ ਰੂਪੀ ਉਸ ਗੰਦਗੀ ਦੇ ਵਿੱਚ ਗੋਤੇ ਖਾਏ ਨਾ ਨਿਕਲੇ। ਪਾਪੀ ਕਰਮ ਕਮਾਉਣ ਦੇ ਕਰਦੇ ਹਾਏ ਹਾਏ, ਫਿਰ ਹਾਏ ਹੈ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਸੋ ਇਸ ਕਰਕੇ ਦੱਸਦੇ ਹਨ ਤਨਕਾ ਜਨਮ ਸਫਲ ਹੈ, ਤਿੰਨ ਉਹਨਾਂ ਗੁਰਮੁਖਾਂ ਦਾ ਹੀ ਜਨਮ ਭਾਈ ਸਫਲ ਹੈ, ਸਹਿਤ ਗਿਆਨ ਫਲਦੇ ਹੈ। ਜੋ ਚੱਲ ਹੈ ਸਤਿਗੁਰ ਭਾਏ, ਜੋ ਸਤਿਗੁਰਾਂ ਦੇ ਭਾਏ ਨਾਮ ਅਨੁਸਾਰ ਦਾ ਵੀ ਹੁੰਦਾ ਹੈ, ਭਾਏ ਨਾਮ ਪ੍ਰੇਮ ਦਾ ਵੀ ਹੁੰਦਾ ਹੈ। ਸਤਿਗੁਰਾਂ ਦੇ ਪ੍ਰੇਮ ਨਾਲ ਚੱਲਣਗੇ ਜਾਂ ਸਤਿਗੁਰਾਂ ਦੇ ਭਾਈ ਭਾਣੇ ਵਿੱਚ ਚੱਲਣਗੇ, ਪਰਮ ਗੁਰੂ ਦੇ ਹੁਕਮ ਵਿੱਚ ਚੱਲਣਗੇ। ਜੋ ਗੁਰੂ ਨੇ ਜੋ ਰਹਿਤ ਵੈਤ ਦਿੱਤੀ ਹੈ, 5 ਕਕਾਰਾਂ ਦੀ ਖਾਲਸੇ ਨੂੰ ਨਿਤਨੇਮ ਦਿੱਤਾ ਹੈ ਤੇ ਸਾਰੀ ਰਹਿਤ ਵੈਤ ਖਾਣ ਪੀਣ ਦਾ ਸੰਜਮ ਦਿੱਤਾ ਹੈ। ਇਸ ਪ੍ਰਕਾਰ ਫਿਰ ਉਹ ਸੰਜਮ ਦੇ ਵਿੱਚ, ਗੁਰੂ ਦੇ ਭਾਣੇ ਦੇ ਵਿੱਚ ਤੇ ਪ੍ਰੇਮ ਦੇ ਵਿੱਚ ਗੱਲਾਂ ਹੀ ਦੋ ਹੁੰਦੀਆਂ ਨੇ। ਬੰਦਾ ਬਚਨ ਤਾਂ ਮੰਨਦਾ ਜਾਂ ਤਾਂ ਉਹਦੇ ਨਾਲ ਪ੍ਰੇਮ ਹੋਵੇ, ਪ੍ਰੇਮ ਵਾਲੇ ਦਾ ਬਚਨ ਨਹੀਂ ਮੋੜਦਾ, ਕਹਿੰਦਾ ਵੀ ਤੇਰੀ ਗੱਲ ਨਹੀਂ ਮੈਂ ਮੋੜ ਸਕਦਾ, ਤੇਰੇ ਨਾਲ ਮੇਰਾ ਪ੍ਰੇਮ ਹੈ। ਤੇ ਜਾਂ ਫਿਰ ਡਰ ਹੋਵੇ, ਕਹਿੰਦਾ ਵੀ ਕਰਨਾ ਹੀ ਪਊਗਾ ਇਹ, ਨਹੀਂ ਤਾਂ ਫਿਰ ਕੁੱਟ ਪਊਗੀ। ਤੇ ਇਹ ਦੋ ਗੱਲਾਂ ਤੋਂ ਬਿਨਾਂ ਜੀਵਨ ਨਹੀਂ ਸੁਧਰਦਾ। ਵਿਦਿਆਰਥੀ ਪੜ੍ਹਨ ਵਾਲਾ ਹੈ, ਯਾਦ ਰੱਖਿਓ, ਉਹ ਵਿਦਿਆਰਥੀ ਕਾਮਯਾਬ ਹੋਊਗਾ ਜਾਂ ਤਾਂ ਆਪਣੇ ਆਪ ਸ਼ੌਕ ਹੋਵੇ ਉਹਨੂੰ ਪ੍ਰੇਮ, ਜਾਂ ਫਿਰ ਉਸਤਾਦਾਂ ਦਾ ਡਰ ਹੋਵੇ। ਜੇ ਉਸਤਾਦਾਂ ਦਾ ਡਰ ਨਹੀਂ, ਆਪਣਾ ਪ੍ਰੇਮ ਨਹੀਂ, ਮੋਬਾਈਲਾਂ ਤੇ ਲੱਗੇ ਰਹਿੰਦੇ, ਫਿਰ ਪੜ੍ਹਨਾ ਪੁੜਨਾ ਕੁਝ ਨਹੀਂ, ਪੱਥਰ ਹੀ ਨਹੀਂ, ਫਿਰ ਨਹੀਂ ਕੁਝ ਪੱਲੇ ਪੈਂਦਾ। ਸੋ ਇਸ ਕਰਕੇ ਦੱਸਦੇ ਹਨ ਵੀ ਜਿਨ੍ਹਾਂ ਨੂੰ ਸਤਿਗੁਰਾਂ ਦਾ ਭਾਏ ਪ੍ਰੇਮ ਹੈ ਉਹ ਜੀਵਨ ਸੁਧਾਰ ਲੈਂਦੇ ਹਨ। ਕੁਲ ਉਧਾਰ ਹੈ ਆਪਣਾ, ਤੇ ਉਹਨਾਂ ਨੇ ਤਾਂ ਭਾਈ ਆਪਣਾ ਕੁਲ ਉਧਾਰ ਲੈਣਾ ਹੈ, ਆਪਣੇ ਕੁਲਾਂ ਦਾ ਵੀ ਭਲਾ ਕਰਨਗੇ। ਤੇ ਉਹਨਾਂ ਦੇ ਕੁਲਾਂ ਦਾ ਜਿਸ ਪ੍ਰਕਾਰ ਕਿਹਾ ਹੈ, ਤੇ ਉਹਨਾਂ ਦੀ ਮਾਤਾ ਨੂੰ ਵੀ ਫਿਰ ਅੱਗੇ ਦੱਸਦੇ ਹਨ ਧਨ ਜੜੇ ਦੀ ਵਾਏ, ਉਹਨਾਂ ਆਪਣੇ ਕੁਲਾਂ ਦਾ ਉਧਾਰ ਵੀ ਕਰ ਲੈਂਦੇ ਆ। ਤੇ ਉਹਨਾਂ ਦੀ ਮਾਤਾ ਵੀ ਧਨਤਾ ਦੇ ਯੋਗ ਹੈ, ਜਿਹਨੇ ਫਿਰ ਉਹਨਾਂ ਨੂੰ ਜਨਮ ਦਿੱਤਾ। ਹਰ ਜਨ ਪਰਿਵਾਰ ਸੁਧਾਰ ਹੈ, ਇੱਕੀ ਕੁਲੀ ਸਭ ਜਗਤ ਛਡਾਵੇ। ਉਹ ਆਪ ਤਾਂ ਤਰਦੇ ਆ ਫਿਰ, ਤੇ ਹੋਰ ਕੁਲਾਂ ਨੂੰ ਵੀ ਤਾਰ ਲੈਂਦੇ ਆ। ਤੇ ਮਾਤਾ ਵੀ ਧਨ ਹੋ ਗਈ, ਜਿਸ ਮਾਤਾ ਨੇ ਜਿਨ ਗੁਰ ਜਣਿਆ ਮਾਏ, ਇੱਥੇ ਤੱਕ ਸਿੱਧੇ ਸ਼ਬਦ ਲਿਖਿਆ, ਤਿੰਨ ਧਨ ਜਣੇ ਦੀ ਮਾਂ ਆਏ ਸਫਲ ਸੇ। ਤੇ ਉਹ 21 ਕੁਲਾਂ ਵੀ ਲਿਖਿਆ, ਕਈ ਗ੍ਰੰਥਾਂ 'ਚ 101 ਕੁਲ ਵੀ ਲਿਖੀ ਹੈ। ਤੇ ਗੁਰੂ ਸਾਹਿਬ ਨੇ ਕੁਲਾਂ ਦਾ ਵੇਰਵਾ ਚੱਕਤਾ, ਪ੍ਰਭ ਕੈ ਸਿਮਰਨ ਸਭ ਕੁਲ ਉਧਾਰਾ ਹੈ, ਇੱਥੇ ਵੇਰਵੇ ਹੀ ਚੱਕ ਦਿੱਤਾ। ਪਰ ਜਿਹੜੇ ਗ੍ਰੰਥਾਂ 'ਚ ਲਿਖਿਆ ਉਹ ਜਿਵੇਂ 14 ਤਬਕ ਵੀ ਲਿਖੇ ਹੋਏ, 3 ਲੋਕ ਵੀ ਲਿਖੇ ਹੋਏ, ਤੇ ਕਰੋੜਾਂ ਬ੍ਰਹਮੰਡ ਵੀ ਲਿਖੇ। ਉਹ ਸਿਧਾਂਤ ਸਮਝਣਾ ਵੀ ਕੀ ਹੈ। ਪਿਤਾ ਸਾ 24 20 ਮਾਤਾ ਕੇ ਜਾਨੋ, 24 ਕੁਲਾਂ ਤਾਂ ਪਿਓ ਦੀਆਂ ਧਰਦੀਆਂ ਨੇ, ਜਿਹੜਾ ਨਾਮ ਜਪਣ ਵਾਲਾ ਜਿਸ ਪਿਤਾ ਦੀ ਬਿੰਦ ਤੋਂ ਪੈਦਾ ਹੁੰਦਾ। ਤੇ 20 ਕੁਲਾਂ ਨਾਨਕਿਆਂ ਦੀਆਂ ਤਰ ਜਾਂਦੀਆਂ ਨੇ। 20 ਮਾਤਾ ਕੇ ਜਾਨੋ, ਖੋੜਸ ਤ੍ਰਿਆ ਮਹਾਨ। ਜੇ ਉਹ ਗ੍ਰਸਤੀ ਹੋ ਗਿਆ ਤਾਂ ਉਹਦੇ ਸਹੁਰਿਆਂ ਦੀਆਂ, ਉਹਦਾ ਬਾਪ ਦੇ ਸਹੁਰੇ ਸੀ ਨਾ ਜਿੱਥੇ ਨਾਨਕੇ ਸੀ, ਆਪਣੇ ਸਹੁਰਿਆਂ ਦੀਆਂ ਵੀ ਕੁਲਾਂ ਜਿਹੜੀਆਂ ਨੇ 16 ਤਰ ਜਾਣਗੀਆਂ। ਖੋੜਸ ਤ੍ਰਿਆ ਮਹਾਨ। ਤੇ ਇਸ ਪ੍ਰਕਾਰ ਫਿਰ ਪਿਤਾ ਸਾ 24 20 ਮਾਤਾ ਕੇ ਜਾਨੋ, ਖੋੜਸ ਤ੍ਰਿਆ ਮਹਾਨ, ਦੁਆਦਸ ਸੁਤਾ ਪਛਾਨੋ। 12 ਕੁਲਾਂ ਉਹਦੀ ਧੀ ਜਿੱਥੇ ਵਿਆਹੀ ਜਾਊਗੀ ਉਹਦੇ ਸਹੁਰਿਆਂ ਦੀਆਂ ਤਰਨਗੀਆਂ। ਇਕਾਦਸ਼ ਕੁਲ ਭੈਣ, ਜਿੱਥੇ ਭੈਣ ਵਿਆਹੀ ਗਈ ਭੈਣ ਦੇ ਸਹੁਰੇ ਦੀਆਂ ਕੁਲਾਂ ਵੀ ਤਰਨਗੀਆਂ, 11 ਕੁਲਾਂ ਉਹਦੀਆਂ ਵੀ ਤਰਨਗੀਆਂ। ਇਕਾਦਸ਼ ਕੁਲ ਭੈਣ 10 ਭੂਆ ਕੇ ਲੈ ਕੇ,
ਜਿੱਥੇ ਭੂਆ ਵਿਆਹੀ ਗਈ ਹੈ ਉਹਦੇ ਬਾਪ ਦੀ ਭੈਣ ਉਹਦੀਆਂ ਵੀ ਸਹੁਰਿਆਂ ਦੇ ਕੁਲਾਂ ਇੰਨੀਆਂ ਤਰ ਜਾਣਗੀਆਂ। ਇਕਾਦਸ਼ ਕੁਲ ਭੈਣ 10 ਭੂਆ ਕੇ ਲੈ ਕੇ ਮਾਤ ਭੈਣ ਕੁਲ 8। ਜਿੱਥੇ ਉਹਦੀ ਮਾਤਾ ਦੀ ਭੈਣ ਵਿਆਹੀ ਗਈ 8 ਕੁਲਾਂ ਉਹਦੀਆਂ ਵੀ ਤਰਨਗੀਆਂ। ਮਾਤ ਭੈਣ ਕੁਲ 8 ਸੁਰਤੀ ਸਿਮਰਤੀ ਪੇਖੇ ਪਰਮਤ 101 ਕੀ ਤਤਵੇਤਾ ਹਰ ਜਨ ਕਹੀ ਭਗਤ ਹੋ ਜੋ ਵੰਸ਼ ਮੈਂ ਸਬਤ ਗੋਤਰ ਤਾਰੇ ਸਹੀ। ਉਹ ਇਉਂ ਤਰ ਜਾਂਦੇ ਸਾਰੇ। ਪੈਂਗਲ ਉਪਨਿਸ਼ਦ ਦੇ ਵਿੱਚ ਹੈ, ਉਹਦੇ ਵਿੱਚ ਵੀ ਐਸਾ ਕਹਿੰਦੇ ਬ੍ਰਹਮ ਬੇਤ ਮਾਤ ਰਹਿਣ ਏਕੋਤਰ ਸ਼ਤੋਂ ਕੁਲੰ ਤਾਰਿਆਤੀ। ਬ੍ਰਹਮ ਬੇਤੇ ਦੀ 101 ਕੁਲ ਤਰਦੀ ਹੈ ਜਿੱਥੇ ਬ੍ਰਹਮ ਬੇਤੇ ਨੇ ਜਨਮ ਲਿਆ ਹੈ। ਸੋ ਇਸ ਕਰਕੇ ਧਨ ਜਣੇ ਦੀ ਮਾਂ ਆਏ ਸਫਲ ਸੇ। ਇੰਨੀਆਂ ਨਾਮ ਦੀਆਂ ਬਰਕਤਾਂ ਨੇ ਉਹ ਇਉਂ ਤਰਦੇ ਤੇ ਹੋਰਾਂ ਨੂੰ ਵੀ ਤਾਰ ਲੈਂਦੇ ਆ। ਪਰ ਗੁਰਮਤਿ ਦੇ ਵਿੱਚ ਕਿਹਾ ਪ੍ਰਭ ਕੈ ਸਿਮਰਨ ਸਭ ਕੁਲ, ਸਾਰੀਆਂ ਕੁਲਾਂ ਦਾ ਉਧਾਰ ਹੋ ਜਾਂਦਾ ਹੈ। ਬ੍ਰਹਮ ਵਿਗਿਆਨੀ ਜਿਹੜਾ ਤਤਵੇਤਾ ਕਰ ਦਿੰਦਾ ਹੈ। ਹਰ ਹਰ ਨਾਮ ਧਿਆਈਐ। ਇਹ ਭਾਈ ਹਰੀ ਪਰਮੇਸ਼ਰ ਵਾਹਿਗੁਰੂ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ, ਇੱਕ ਹਰ ਉਧਰ ਲੱਗੂ ਇੱਕ ਉਧਰ ਲੱਗੂ। ਉਹ ਜਿਹੜਾ ਪ੍ਰਭੂ ਪਰਮੇਸ਼ਰ ਵਾਹਿਗੁਰੂ ਹਰੇ ਭਰੇ ਕਰਨ ਵਾਲਾ, ਉਹ ਪ੍ਰਭੂ ਦਾ ਹਰ ਪਾਪਾਂ ਨੂੰ ਹਰਨ ਵਾਲਾ ਉਹਦਾ ਨਾਮ ਹੈ। ਉਹਨੂੰ ਧਿਆਵੋ, ਧਿਆਈਏ, ਧਿਆ ਕਰ ਬਿਰਤੀ ਦੁਆਰਾ। ਪਰ ਧਿਆਉਂਦਾ ਕੌਣ ਹੈ ਉਹ ਦੱਸਦੇ ਹਨ। ਜਿਸਨੂੰ ਕਿਰਪਾ ਕਰੇ ਰਜਾਏ। ਜਿਸਨੂੰ ਜਿਹਦੇ ਤਾਈਂ ਆਗਿਆ ਕਰਨ ਵਾਲਾ, ਆਗਿਆ 'ਚ ਚਲਾਉਣ ਵਾਲਾ ਪ੍ਰਭੂ ਵਾਹਿਗੁਰੂ ਆਪ ਹੀ ਜਿਹਦੇ ਤੇ ਕਿਰਪਾ ਕਰਦਾ ਹੈ। ਉਹ ਗੁਰਮੁਖ ਜਨ ਸਿਮਰਨ ਕਰਦੇ ਹੈ ਜੋ ਪ੍ਰਭੂ ਦੀ ਕਿਰਪਾ ਦਾ ਸਦਕਾ ਹੈ, ਪ੍ਰਭੂ ਦੀ ਆਗਿਆ 'ਚ ਰਹਿੰਦੇ ਹੈ। ਮਤਲਬ ਕੀ ਹੈ? ਉਹ ਨਾਮ ਜਪ ਕੇ ਐ ਨਹੀਂ ਕਹਿੰਦੇ ਵੀ ਮੈਂ ਜਪਿਆ, ਕਹਿੰਦੇ ਵਾਹਿਗੁਰੂ ਜਪਾ ਰਿਹਾ ਹੈ। ਹੰਗਤਾ ਕੇ ਹੰਗਤਾ ਤੋਂ ਬਚਿਆ ਰਹੇ। ਇਹ ਹੰਗਤਾ ਤੋਂ ਬਚਣ ਦੀ ਬਾਤ ਹੈ। ਜਿਨੇ ਗੁਰਮੁਖ ਨਾਮ ਧਿਆਇਆ। ਜਿਨ੍ਹਾਂ ਗੁਰਮੁਖਾਂ ਨੇ ਅਧਿਕਾਰੀ ਬਣ ਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਚਿੰਤਨ ਕੀਤਾ ਹਰ ਵੇਲੇ, ਵਿੱਚ ਹੋਏ ਆਪ ਗਵਾਏ। ਉਹਨਾਂ ਦੇ ਵਿੱਚੋਂ ਅੰਦਰੋਂ, ਵਿੱਚੋਂ ਦਾ ਅਰਥ ਹੁੰਦਾ ਅੰਦਰ। ਅੰਦਰ ਕੀ ਹੈ? ਅੰਤਸ਼ਕਰਨ ਵਿੱਚ ਬੈਠਾ ਜਿਹੜਾ ਹਉਮੈ, ਜਿਹੜੀ ਹੰਕਾਰ ਹੈ, ਉਹ ਹੰਕਾਰ ਨੂੰ ਗਵਾ ਦਿੱਤਾ ਹੈ, ਉਹਦੀਆਂ ਜੜ੍ਹਾਂ ਵੱਢ ਦਿੱਤੀਆਂ ਤੇ ਉਹ ਗਵਾਇਆ ਗਿਆ, ਨਾਸ ਕਰ ਦਿੱਤਾ ਹੰਕਾਰ ਦਾ ਉਹਨਾਂ ਨੇ। ਉਹ ਅੰਦਰ ਹੋ ਬਾਹਰ ਹੋ ਨਿਰਮਲੇ। ਉਹ ਗੁਰੂ ਕਾ ਭਾਈ ਅੰਦਰੋਂ ਵੀ ਬਾਹਰੋਂ ਵੀ ਅੰਤਸ਼ਕਰਨ ਜਿਹੜਾ ਹੈ ਉਹਨਾਂ ਦਾ, ਇਹਦਾ ਹੁਣ ਦੁਬਾਰੇ ਬੋਲੇ ਜੀ। ਉਹ ਅੰਦਰੋਂ ਹੋ, ਉਹ ਅੰਦਰ ਹੋ ਬਾਹਰ ਹੋ ਨਿਰਮਲੇ। ਇਹ ਭਾਈ ਬੜੀ ਕੁੰਡੀ ਹੈ ਕਹੇ। ਇਹ ਬੋਲਣ ਦੇ ਵਿੱਚ ਕੁਤਾਹੀ ਹੋਊਗੀ ਜੇ ਧਿਆਨ ਨਾ ਕਰਿਆ। ਇਸ ਕਰਕੇ ਮੈਂ ਦੁਬਾਰੇ ਪਾਠ ਤਾਂ ਹੀ ਕਰਾਇਆ ਤੇ ਤੁਹਾਡੇ ਧਿਆਨ ਜਿਹੜਾ ਪੂਰਾ ਸ਼ਬਦ ਦੇ ਉੱਤੇ ਆ ਜਾਵੇ। ਇਹਦੇ 'ਚ ਹਾਹੇ ਦੋ ਨੇ। ਇੱਕ ਹਾਹੇ ਨੂੰ ਔਂਕੜ ਲੱਗੀ ਹੋਈ ਹੈ ਤੇ ਬੱਬੇ ਨੂੰ ਮਾਤਰਾ ਲੱਗੀ ਹੈ ਦੀਰਘ, ਬੱਬੇ ਨੂੰ ਕੰਨਾ ਵਾਹ, ਤੇ ਹਾਹਾ ਜਿਹੜਾ ਮੁਕਤ ਹੈ। ਇਹ ਸੌਖਾ ਜਿਹਾ ਹੈਗਾ ਨਹੀਂ ਪਾਠ ਵੀ। ਜੇ ਤੁਸੀਂ ਅੰਦਰੋਂ ਬਾਹਰੋਂ ਨਿਰਮਲੇ ਕਹਿ ਕੇ ਇੱਕ ਹਾਹਾ ਲੋਪ ਹੋ ਜਾਊਗਾ ਇਹਦੇ 'ਚ। ਇਹ ਆਪਣਾ ਧਿਆਨ ਰੱਖਣਾ ਹੈ। ਬੋਲਣਾ ਕਿਵੇਂ ਹੈ? ਓਏ ਅੰਦਰੋਂ ਬਾਹਰ ਹੋ, ਇਹ ਦੋਹੇ ਹਾਏ ਪੂਰੇ ਬੋਲਣੇ, ਔਂਕੜ ਸਮੇਤ ਧਿਆਨ ਰੱਖਣਾ। ਇਹ ਪਾਠ ਦਾ ਅੰਤਰਾ ਸੀ। ਉਹ ਗੁਰਮੁਖ ਅਰਥ ਭਾਵੇਂ ਅੰਦਰੋਂ ਹੀ ਹੈ ਪਰ ਅੱਖਰ ਲਿਖੇ ਸੋਈ ਗਾਵਾਂ ਬੋਲਣੇ ਪੈਣਗੇ। ਉਹ ਗੁਰਮੁਖ ਅੰਦਰੋਂ ਭਾਵ ਅੰਤਸ਼ਕਰਨ ਕਰਕੇ ਵੀ ਤੇ ਬਾਹਰੋਂ ਸਰੀਰ ਕਰਕੇ ਵੀ ਉਹ ਨਿਰਮਲੇ ਕੀਏ ਸੁੱਧ ਸਰੂਪ ਵਾਲੇ ਨਾ। ਉਹਨਾਂ ਦਾ ਸਰੀਰ ਵੀ ਸੁੱਧ ਵਿਕਾਰਾਂ ਤੋਂ, ਉਹ ਵਿਕਾਰ ਨਹੀਂ ਭੋਗਦੇ ਸਰੀਰ ਨਾਲ, ਕੁਰਹਿਤ ਨਹੀਂ ਕਰਦੇ। ਸਰੀਰ ਵੀ ਬਾਹਰੋਂ ਪਵਿੱਤਰ ਹੈ ਤੇ ਅੰਦਰੋਂ ਅੰਤਸ਼ਕਰਨ ਵੀ ਪਵਿੱਤਰ ਹੈ। ਸੱਚੇ ਸੱਚ ਸਮਾਏ। ਉਹ ਸੱਚੇ ਪਰਮੇਸ਼ਰ ਦੇ ਸੱਚ ਨਾਮ ਦੇ ਵਿੱਚ ਅਭੇਦ ਹੋ ਗਏ। ਨਾਮ ਦਾ ਪਿਆਰ ਉਹਨਾਂ ਨੂੰ ਅੰਦਰੋਂ ਇੰਨਾ ਹੈ, ਜਿੱਥੇ ਪਿਆਰ ਹੋਵੇ ਬੰਦਾ ਉੱਥੇ ਜੁੜਦਾ ਹੈ। ਬੰਦਾ ਬੈਠੂ ਉੱਥੇ ਜਿੱਥੇ ਪਿਆਰ ਹੈ, ਜਿੱਥੇ ਨਫ਼ਰਤ ਹੈ ਨੇੜੇ ਨਹੀਂ ਜਾਂਦਾ। ਉਹ ਜੇ ਨਾਮ ਦੇ ਨਾਲ ਪਿਆਰ ਹੈ ਹਿਰਦੇ 'ਚ ਸੰਭਾਲ ਕੇ ਰੱਖੂਗਾ। ਨਾਨਕ ਆਏ ਸੇ ਪ੍ਰਵਾਨ ਹੈ। ਮਹਾਰਾਜ ਕਹਿੰਦੇ ਉਹਨਾਂ ਦਾ ਸੰਸਾਰ ਵਿੱਚ ਆਉਣਾ ਜਿਹੜਾ ਨਾ ਪ੍ਰਵਾਨਿਕ ਹੋ ਗਿਆ। ਕਿਹਨਾਂ ਦਾ? ਜਿਨ ਗੁਰਮਤੀ ਹਰ ਧਿਆਏ। ਤੇ ਜਿਨ੍ਹਾਂ ਨੇ ਗੁਰੂ ਦੀ ਮੱਤ ਦੁਆਰਾ, ਗੁਰੂ ਦੀ ਸਿੱਖਿਆ ਲੈ ਕੇ, ਗੁਰੂ ਦੀ ਮੱਤ ਕੀ ਹੈ? ਗੁਰ ਕੀ ਮੱਤ ਜੀ ਆਈ ਕਾਰ। ਸਿੱਖਿਆ ਦੁਆਰਾ ਉਸ ਪ੍ਰਭੂ ਦਾ ਨਾਮ ਧਿਆਇਆ ਹੈ। ਨਾਮ ਧਿਆਉਣ ਕਰਕੇ ਫਿਰ ਆਏ ਸੇ ਪ੍ਰਵਾਨ। ਉਹ ਪ੍ਰਵਾਨ ਹੈ, ਪ੍ਰਵਾਨਿਕ ਹੋ ਗਏ ਵੀ ਤੁਹਾਡਾ ਆਉਣਾ ਗੁਰਸਿੱਖੋ ਸਫਲਾ ਹੋ ਗਿਆ। ਤੁਸੀਂ ਨਾਮ ਜਪਿਆ ਹੈ। ਸ੍ਰੀ ਰਾਗ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਅਗਲੇ ਸ਼ਬਦ ਵਿੱਚ ਫਰਮਾਨ ਕਰਦੇ ਨੇ। ਹਰ ਭਗਤਾ ਹਰ ਤਨ ਰਾਸ ਹੈ। ਹਰੀ ਪਰਮੇਸ਼ਰ ਵਾਹਿਗੁਰੂ ਜਿਹੜੇ ਪਰਮਾਤਮਾ ਦੇ ਹਰ ਭਗਤ ਹੋਣ, ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਨੇ। ਹਰ ਭਗਤਾਂ ਪ੍ਰਭੂ ਦਾ ਭਗਤਾਂ ਪਾਸ, ਉਹਨਾਂ ਦੇ ਕੋਲ ਕੀ ਹੈ? ਹਰ ਭਗਤਾਂ ਤੇ ਹਰ ਧਨ ਰਾਸ ਹੈ।
ਉਹਨਾਂ ਦੇ ਨਾਮ ਰੂਪੀ ਪ੍ਰਭੂ ਦੇ ਨਾਮ ਰੂਪੀ ਧਨ ਦੀ ਰਾਸ ਨਾਮ ਪੂੰਜੀ ਦਾ ਹੁੰਦਾ ਹੈ। ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ, ਉਹ ਨਾਮ ਰੂਪੀ ਪੂੰਜੀ ਹੈ ਉਹਨਾਂ ਦੇ ਪਾਸ, ਇਹ ਰਾਸ ਪੂੰਜੀ ਹੈ। ਤੇ ਇਸ ਕਰਕੇ ਫਿਰ ਉਹ ਜਿਹਦੇ ਕੋਲ ਧਨ ਹੁੰਦਾ ਹੈ ਉਹ ਕਹਿੰਦਾ ਵੀ ਪੈਸੇ ਤਾਂ ਹੈਗੇ ਹੁਣ ਮੇਰੇ ਕੋਲ, ਵੀ ਕੋਈ ਮੈਨੂੰ ਨਾ ਅਕਲ ਵਾਲਾ ਬੰਦਾ ਇਹੋ ਜਿਹਾ ਮਿਲੇ ਵੀ ਜਿਹਦੇ 'ਚ ਮੈਨੂੰ ਨਫਾ ਹੋਵੇ ਬਹੁਤ, ਮੈਂ ਇਹੋ ਜਿਹਾ ਕੰਮ ਕਰਾਂ ਵੀ ਮੇਰੇ ਪੈਸੇ ਜਿਹੜੇ ਧਨ ਕਮਾ ਲਾਂ ਇਹਦੇ ਨਾਲ ਹੋਰ ਧਨ ਕਮਾ ਲਾਂ। ਇਹ ਦੁਨਿਆਵੀ ਪ੍ਰਮਾਣ ਹੈ। ਕਹਿੰਦੇ ਫਿਰ ਉਹ ਜਿਵੇਂ ਜਿਹੜੇ ਕਾਮਯਾਬ ਹੋਏ ਨੇ ਦੁਕਾਨਦਾਰ, ਬਿਜ਼ਨਸਮੈਨ ਜਾਂ ਫਿਰ ਵਪਾਰੀ ਲੋਕ, ਉਹਨਾਂ ਨੂੰ ਪੁੱਛਦਾ ਹੈ ਵੀ ਮੈਂ ਨਵਾਂ ਕੰਮ ਕਰਨਾ ਹੈ। ਇਸੇ ਤਰ੍ਹਾਂ ਜਗਿਆਸੂ ਹੈ ਜਿਹੜਾ, ਉਹ ਪੂੰਜੀ ਦੇ ਕੋਲ ਨਾਮ ਦੀ ਇਕੱਠੀ ਹੋ ਕੇ ਫਿਰ ਪੁੱਛਦਾ, ਗੁਰੂ ਨੂੰ ਪੁੱਛੂਗਾ ਕਿ ਮਹਾਰਾਜ ਮੈਂ ਵੀ ਵਪਾਰ ਕਰਨਾ ਚਾਹੁੰਦਾ, ਜਿਹੜਾ ਤੁਸੀਂ ਕੀਤਾ ਹੈ ਉਹ ਕਿਹੜਾ ਵਪਾਰ ਹੈ? ਗੁਰ ਪੂਛ ਕਰਹਿ ਵਪਾਰ। ਉਹ ਫਿਰ ਬਣਜ ਕਰੋ ਬਣਜਾਰੇ ਉਹ ਵੱਖਰ ਲਿਓ ਸੰਭਾਲ। ਉਹ ਕਹਿੰਦਾ ਮੈਂ ਵੀ ਵਪਾਰੀ ਬਣਨਾ ਮਹਾਰਾਜ। ਮਹਾਰਾਜ ਕਹਿੰਦੇ ਅੱਛਾ ਭਾਈ ਫਿਰ ਤੂੰ ਨਾਮ ਆਪ ਜਪਦਾ ਤੇ ਗੁਰੂ ਨੂੰ ਪੁੱਛਦੇ। ਗੁਰੂ ਨੂੰ ਪੁੱਛ ਕੇ ਉਹ ਗੁਰ ਪੂਛ ਕਰਹਿ ਵਪਾਰ, ਕਿਹੜਾ ਵਪਾਰ ਕਰਨਾ ਹੈ? ਕਹਿੰਦੇ ਗੁਰਸਿੱਖਾ ਤੂੰ ਤਾਂ ਆਪ ਤਾਂ ਫਿਰ ਨਾਮ ਜਪਦਾ ਹੀ ਹੈ, ਨਾਮ ਤਾਂ ਤੇਰੇ ਕੋਲ ਹੈਗਾ ਹੀ, ਹੁਣ ਤੂੰ ਨਾਮ ਜਪਾਇਆ ਕਰ। ਇਹ ਵਪਾਰ ਹੈ ਵੀ ਗੁਰੂ ਤੋਂ ਨਾਮ ਲੈ ਲਿਆ ਤੇ ਅੱਗੇ ਜਪਾਉਣਾ ਸ਼ੁਰੂ ਕਰ ਦਿੱਤਾ। ਧਨ ਚਾਹੇ ਕਰਜ਼ਾ ਚੱਕ ਕੇ ਹੀ ਚੱਕਿਆ ਹੋਵੇ, ਫਿਰ ਉਹ ਨਫਾ ਤਾਂ ਕੋਲ ਹੀ ਰਹਿੰਦਾ ਹੁੰਦਾ ਨਾ। ਨਾਨਕ ਦਾਸ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰ ਹੈ ਨਾਮ ਜਪਾਵੈ। ਇਹ ਵਪਾਰ ਹੈ। ਇਹ ਵਪਾਰ ਉਹ ਹੈ ਜਿਹੜਾ ਲੋਕ ਪਰਲੋਕ ਦੇ ਵਿੱਚ ਲਾਭ ਦਿਵਾਉਂਦਾ ਹੈ। ਹਰ ਨਾਮ ਸਲਾਹਨ ਸਦਾ ਸਦਾ। ਉਹ ਭਗਤ ਜਨ ਸਦਾ ਹਮੇਸ਼ਾ ਹਮੇਸ਼ਾ ਹੀ, ਸਦਾ ਸਦਾ ਦੋ ਵਾਰ ਹੈ, ਹਮੇਸ਼ਾ ਹਮੇਸ਼ਾ ਪ੍ਰਭੂ ਦਾ ਨਾਮ ਜਿਹੜੀ ਸਿਫਤ ਹੈ ਪਰਮੇਸ਼ਰ ਵਾਹਿਗੁਰੂ ਦੀ, ਉਹ ਸਲਾਘਾ ਕਰਦੇ ਰਹਿੰਦੇ ਨੇ ਹਰ ਵੇਲੇ। ਅਖਰ ਹਰ ਨਾਮ ਆਧਾਰ। ਉਹ ਹਰੀ ਪਰਮੇਸ਼ਰ ਪ੍ਰਭੂ ਦੇ ਨਾਮ ਰੂਪੀ ਉਹ ਵੱਖਰ ਲਾਭਦਾਇਕ ਸੌਦਾ ਹੈ। ਵੱਖਰ ਸੌਦੇ ਦਾ ਨਾਮ ਦਾ ਇਹ ਸੌਦਾ ਲਾਭਦਾਇਕ ਹੈ। ਆਪ ਜਪਣਾ, ਹੋਰਨਾਂ ਨੂੰ ਜਪਣਾ। ਆਧਾਰ ਨਾਮ ਆਸਰੇ ਦਾ ਹੁੰਦਾ ਹੈ, ਉਹਨਾਂ ਨੂੰ ਨਾਮ ਦਾ ਹੀ ਆਸਰਾ ਹੈ ਜੀ। ਗੁਰ ਪੂਰੈ ਹਰ ਨਾਮ ਦਿਰੜਾਇਆ। ਪੂਰੇ ਗੁਰਾਂ ਨੇ ਸੱਚੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਿਹੜਾ ਸਿੱਖ ਨੂੰ ਦ੍ਰਿੜ ਕੀ ਪੱਕਾ ਕਰਾ ਦਿੱਤਾ ਹੈ ਕਿ ਨਾਮ ਤਲ ਕੁਛ ਅਵਰ ਨਾ ਹੋਏ, ਇਹਦੇ ਬਰਾਬਰ ਹੋਰ ਕੋਈ ਚੀਜ਼ ਨਹੀਂ ਹੈ। ਹਰ ਭਗਤਾ ਅਟੁੱਟ ਭੰਡਾਰ। ਇਸ ਲਈ ਜਿਹੜੇ ਭਗਤ ਨੇ ਰੱਬ ਦੇ ਪਿਆਰੇ, ਅਟੁੱਟ ਨਾ ਮੁੱਕਣ ਵਾਲਾ ਨਾਮ ਰੂਪੀ ਭੰਡਾਰਾ, ਨਾਮ ਖਜ਼ਾਨੇ ਦਾ। ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ ਪਾਸੇ ਰਾਮ ਰਾਜੇ। ਇਹ ਸਤਿਗੁਰਾਂ ਦੇ ਭੰਡਾਰੇ ਭਰੇ ਪਏ ਨੇ। ਤੋ ਇਸ ਕਰਕੇ ਸੰਤਰੇ ਦਾ ਭੰਡਾਰ ਵੀ ਕਿਹਾ। ਮਹਾਂਪੁਰਸ਼ ਜਿਹੜੇ ਬੰਦਗੀ ਵਾਲੇ, ਉਹਦਾ ਹਿਰਦਾ ਵੀ ਨਾਮ ਨਾਲ ਭਰਿਆ ਪਿਆ, ਉਹ ਵੀ ਭੰਡਾਰੇ ਭਰੇ ਪਏ ਨੇ। ਨਾਮ ਗਿਆਨ ਦੇ ਨਾਲ ਗੁਰਬਾਣੀ ਭਰੀ ਪਈ ਹੈ। ਇਹ ਖਜ਼ਾਨਾ ਹੈ, ਪਿਓ ਦਾਦੇ ਤੱਕ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ ਕਹਿੰਦੇ ਹਨ। ਭਾਈ ਰੇ ਇਸ ਮਨ ਕੋ ਸਮਝਾਏ। ਧੰਨ ਗੁਰੂ ਸਾਹਿਬ ਜੀ ਦੇਖੋ ਬਹੁਤ ਪਿਆਰ ਦਾ ਵਚਨ ਬੋਲਦੇ ਨੇ। ਭਾਈ ਸ਼ਬਦ ਪਿਆਰ ਦਾ ਵਾਚਕ ਹੈ। ਕਹਿੰਦੇ ਹੇ ਪਿਆਰੇ, ਆਪਣੇ ਮਨ ਨੂੰ ਸਮਝਾ ਲਓ। ਇਹ ਮਨ ਜਿਹੜਾ ਹੈ ਇਹ ਸੌਖਾ ਜਾ ਨਹੀਂ ਸਮਝਦਾ। ਇਹ ਮਨ ਕੋ ਸਮਝਾਓ, ਸਮਝਾਉਣਾ ਕਰੋ ਇਸ ਮਨ ਨੂੰ। ਇਹ ਮਨ ਆਲਸ ਕਿਆ ਕਰਹਿ। ਸਮਝਾਉਣਾ ਕੀ ਹੈ ਕਿ ਬਾਣੀ ਪੜ੍ਹਦਾ ਤੂੰ ਆਲਸ ਤੈਨੂੰ ਆਈ ਜਾਂਦੀ ਹੈ, ਤੂੰ ਕਾਹਦਾ ਸਿੱਖ ਹੈ ਫਿਰ? ਇਹ ਆਲਸ ਕਿਉਂ ਆ ਰਹੀ ਹੈ ਤੈਨੂੰ? ਤੇਰੇ ਮਾੜੇ ਕਰਮ ਤੈਨੂੰ ਤੋੜ ਰਿਹਾ ਹੈ। ਅੰਮ੍ਰਿਤ ਵੇਲੇ ਉੱਠ ਨਹੀਂ ਹੁੰਦਾ। ਕਹਿੰਦਾ ਚੱਲ ਥੋੜਾ ਜਿਹਾ ਹੋਰ ਪੈ ਲਈਏ, ਜੇ ਅਜੇ ਸੋਹਣਾ ਨੀਂਦ ਆਈ ਵੀ ਹੈ, ਟੌਂਕਾ ਥੋੜਾ ਜਿਹਾ ਹੋਰ ਲਾ ਲਈਏ। ਤੋ ਇਸ ਕਰਕੇ ਇਹ ਮਨ ਸਾਸੀ, ਮਨ ਹਰਾਮੀ ਹੁਜਤਾਂ ਢੇਰ ਹੁਜਤਾਂ ਲਾਉਂਦਾ ਹੈ। ਤੇ ਇਸ ਕਰਕੇ ਇਹ ਮਨ ਆਲਸ ਕਿਆ ਕਰੇ? ਕਹਿੰਦੇ ਕਿਉਂ ਕਰਦਾ ਆਲਸ? ਆਲਸ ਤਾਂ ਤੇਰਾ ਦੁਸ਼ਮਣ ਹੈ, ਤੂੰ ਦੁਸ਼ਮਣ ਨੂੰ ਹਿੱਕ ਨਾਲ ਲਾਈ ਫਿਰਦਾ। ਚਕੰਨਾ ਹੋ ਕੇ ਬੈਠਣਾ। ਫੌਜੀ ਕਾਹਦਾ ਹੋਏ ਜਿਹੜਾ ਬਾਰਡਰ ਦੇ ਉੱਤੇ ਉਹ ਉਂਗੀ ਜਾਵੇ? ਉਹ ਸਿਪਾਹੀ ਕਾਹਦਾ ਉਹ ਪੈਰੇ ਤੇ ਖੜਾ ਨਾਲੇ ਉਂਗੀ ਜਾਵੇ? ਉਹ ਸਿੱਖ ਕਾਹਦਾ ਤੇ ਨਾਲੇ ਬਾਣੀ ਪੜ੍ਹਦਾ ਤੇ ਨਾਲੇ ਟੁੱਲ ਆ ਰਹੇ ਨੇ, ਕਈਆਂ ਦੇ ਗੁਟਕੇ ਹੱਥਾਂ 'ਚੋਂ ਛੁੱਟ ਜਾਂਦੇ ਆ, ਨਿਰਾਦਰ ਹੋ ਜਾਂਦਾ। ਭਾਈ ਰੇ ਇਸ ਮਨ ਕੋ ਸਮਝਾਈ, ਕੀ ਸੁਣਨਾ? ਇਹ ਮਨ ਆਲਸ ਕਿਆ ਕਰੇ? ਜਦੋਂ ਪੂਰੀ ਨੀਂਦ ਇਹਨੂੰ ਦੇਤੀ, ਮੁੜ ਕੇ ਫਿਰ ਇਹਦੇ ਦੁਆਲੇ ਹੋ ਜਾਓ ਵੀ ਇਹ ਤੇਰੇ ਆਖੇ ਲਾ ਕੇ ਮੈਂ ਜੀਵਨ ਨਹੀਂ ਬਰਬਾਦ ਕਰਨਾ। ਪਾਣੀ ਦੇ ਛਿੱਟੇ ਮਾਰੋ, ਚਾਹੇ ਕੁਝ ਹੋਰ ਸਾਧਨ ਕਰੋ। ਤੋ ਇਸ ਕਰਕੇ ਆਲਸ ਕਿਉਂ ਕਰਦਾ ਹੈ? ਨਾਮ ਜਪਣ ਤੋਂ ਦਲਿਦਰੀ ਨਾ ਬਣ, ਤੋਂ ਦਲਿਦਰੀ ਬਣ ਕੇ ਨਾਮ ਨਹੀਂ ਜਪਿਆ ਜਾਣਾ। ਗੁਰਮੁਖ ਨਾਮ ਧਿਆਏ। ਭਾਈ ਗੁਰਮੁਖ ਬਣ ਕੇ ਨਾਮ ਨੂੰ ਧਿਆਉਣਾ ਕਰ। ਮੁਖੀ ਗੁਰੂ ਸਾਹਿਬ ਦੁਆਰਾ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆ ਕਰ ਬਿਰਤੀ ਹੁੰਦੀ ਹੈ।
ਜਿਵੇਂ ਕੰਠਾਕਾਰ ਬਿਰਤੀ ਹੋਵੇ ਬਾਣੀ ਕੰਠ ਹੁੰਦੀ ਹੈ, ਧਿਆਕਾਰ ਬਿਰਤੀ ਬਣੂਗੀ ਤਾਂ ਧਿਆਨ ਕਰਦਾ ਹੈ। ਅਸਾਈ ਦੇ ਕੇ ਫਰਮਾਉਂਦੇ ਨੇ ਹਰ ਭਗਤ ਹਰ ਕਾ ਪਿਆਰ ਹੈ। ਤੇ ਇਸ ਕਰਕੇ ਜਿਹੜੇ ਗੁਰਮੁਖ ਨੇ ਗੁਰਮਤਿ ਦੁਆਰਾ ਉਹ ਹੁਣ ਉਸ ਦੱਸਦੇ ਨੇ 99 ਰੀਤ ਹੈ ਜੀ, ਅਗਲੀ ਦੀ ਤੁਕ ਪੜ੍ਹ ਦਿਓ। ਜੇ ਗੁਰਮੁਖ ਕਰੇ ਵਿਚਾਰ, ਇਹ ਕਿਤੇ ਕਿਤੇ 99 ਲੱਗਦੇ ਹੁੰਦੇ ਆ। ਪਿਛਲੀ ਤੁਕ ਦਾ ਜੇ ਤੋਂ ਅਰਥ ਚੱਲਣਾ ਹੈ, ਜੇ ਜੋ ਜਿਹੜੇ ਗੁਰਮਤਿ ਦੁਆਰਾ ਗੁਰਮੁਖ ਬਣ ਕੇ ਸਤ ਸੰਗਤ ਕਰਦੇ ਆ, ਸਤ ਸੰਗਤ ਵਿੱਚ ਨਿਜ ਸਰੂਪ ਦਾ ਵਿਚਾਰ ਕਰਦੇ ਆ ਮੁਖੀ ਗੁਰੂ ਸਾਹਿਬ ਦੁਆਰਾ, ਤੇ ਫਿਰ ਤੇ ਉਹੀ ਹਰ ਪਰਮੇਸ਼ਰ ਦੀ ਸੱਚੀ ਭਗਤੀ ਕਰਦੇ ਆ। ਉਹਨਾਂ ਦੇ ਹਿਰਦੇ 'ਚ ਹਰ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਦਾ ਪਿਆਰ ਕੀ ਸਨੇਹ ਪੈਦਾ ਹੋ ਜਾਂਦਾ ਹੈ। ਪਾਖੰਡ ਭਗਤ ਨਾ ਹੋਵੇ। ਇਹ ਜਿਹੜੇ ਪਖੰਡੀ ਲੋਕ ਹੈ ਨਾ, ਇਹ ਭਗਤੀ ਨਹੀਂ ਕਰਦੇ ਐਵੇਂ, ਤੇ ਕਈ ਬਾਹਲਾ ਹੀ ਦਿਖਾਵਾ ਜਾ ਹੱਦ ਤੋਂ ਵੱਧ। ਆ ਇੱਕ 5 ਮਾਲਾ 4 ਮਾਲਾ ਪਾਈ ਫਿਰੇ, ਇੱਕ ਗਲ ਦੇ 'ਚ ਦੋਨਾਂ ਹੱਥਾਂ ਦੇ ਵਿੱਚ, ਤੇ ਇੱਕ ਸਿਰ ਦੇ ਉੱਤੇ ਬੰਨੀ ਹੋਈ ਕੋਈ ਜਗ੍ਹਾ। ਮੈਂ ਕਿਹਾ ਵੀ ਦੱਸੋ ਇਹ ਕਿਸ ਤਰ੍ਹਾਂ ਦਾ ਇਹ ਪਖੰਡ ਹੈ ਜਿਹੜਾ ਗੁਰੂ ਘਰ ਦੇ ਪ੍ਰਵਾਨਿਕ ਨਹੀਂ ਹੈ। ਜੇ ਨਾਮ ਜਪਣਾ ਦੂਏ ਨੂੰ ਪਤਾ ਕੀ ਚੱਲ ਜਾਵੇ ਵੀ ਕਿੰਨਾ ਜਪਦਾ। ਜਦੋਂ ਦੂਏ ਨੇ ਦੱਸੇਗਾ ਮੈਂ ਅੱਜ ਇੰਨਾ ਨਾਮ ਜਪਿਆ ਮੈਂ ਕਰਿਆ, ਫਿਰ ਤਾਂ ਤੇਰੇ ਕੋਲੋਂ ਫਲਹੀਣ ਹੋ ਜਾਣਾ, ਤੇਰੇ ਨਾਮ ਦਾ ਅਸਰ ਚਲਿਆ ਜਾਊਗਾ ਤੇਰੇ ਕੋਲੋਂ, ਤੇ ਹਉਮੈ ਤੇਰੇ ਆ ਜਾਊਗੀ, ਹਉਮੈ ਨੇ ਕੱਢ ਦੇਣੀ ਤੇਰੇ ਅੰਦਰੋਂ। ਪਤਾ ਕੀ ਲੱਗ ਜਾਏ, ਘਰਦਿਆਂ ਨੂੰ ਕੀ ਪਤਾ ਲੱਗ ਜਾਏ, ਨਾਲਦਿਆਂ ਨੂੰ ਕੀ ਪਤਾ ਲੱਗ ਜਾਏ ਕਿੰਨਾ ਕੁ ਨਾਮ ਜਪਦਾ ਹੈ। ਪਖੰਡ ਭਗਤ ਨਾ ਹੋਵੇ। ਦਿਖਾਵਾ ਕਰਨ ਦੇ ਨਾਲ ਭਗਤੀ ਨਹੀਂ ਹੁੰਦੀ। ਦਿਖਾਵਾ ਕਰੂਗਾ ਤੇ ਉਹ ਬਾਹਰੋਂ ਅੱਖਾਂ ਮੀਟ ਮੀਟ ਕੇ ਭਾਵੇਂ ਦਿਖਾਈ ਜਾਵੇ। ਬਹੁਤ ਤਰ੍ਹਾਂ ਦੇ ਝੂਠੇ ਝੂਠ ਬੋਲ ਬੋਲ ਕੇ ਦਿਖਾਵੇ ਕਰਦੇ ਐ। ਅੱਖੀਂ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ, ਤਾਂ ਠੱਗਣ ਦੀ ਸੰਸਾਰ ਨੂੰ ਮਾਰ ਕਹਿੰਦੇ ਦਿਖਾਵਾ ਹੈ। ਆਂਖਨ ਵਿੱਚ ਰਹੇ ਬਾਕੀ ਜਿਵੇਂ ਲੋਕਨ ਕੇ ਏਕ ਪ੍ਰਪੰਚ ਦਿਖਾਇਓ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਦਸਮ ਚ ਐਸਾ ਕਿਹਾ। ਇਹਦਾ ਐਵੇਂ ਪ੍ਰਪੰਚ ਆ ਕਹਿੰਦੇ ਲੋਕਾਂ ਨੂੰ ਦਿਖਾਉਣ ਵਾਸਤੇ, ਬਗਲ ਸਮਾਧੀ ਲਾਉਂਦੇ ਐ। ਇਸ ਕਰਕੇ ਦੁਬਦਾ ਬੋਲ ਖੁਆਰ, ਦੁਬਦਾ ਦੁਚਿਤੀ ਦਵੈਤ ਭਾਵਨਾ ਦਵੈਸ਼ ਵਿੱਚ ਬੋਲਦੇ ਐ। ਇਸ ਕਰਕੇ ਖੁਆਰ ਦੁਖੀ ਹੋਣਗੇ, ਖਰਾਬ ਹੀ ਹੋਣਗੇ ਲੋਕ ਪਰਲੋਕ ਵਿੱਚ। ਸੁਭ ਜਨ ਰਲਾਇਆ ਨਾ ਰਲੇ। ਉਹ ਜਨ ਗੁਰਮੁਖ ਪ੍ਰੇਮੀ ਸੰਸਾਰ ਦੇ ਵਿੱਚ ਰਲਾਇਆ ਹੋਇਆ ਰਲਦਾ ਨਹੀਂ। ਜਿਵੇਂ ਹੰਸ ਨਹੀਂ ਰਲਦੇ ਬਗਲਿਆਂ ਵਿੱਚ, ਉਹ ਬੰਦਗੀ ਕਰਨ ਵਾਲੇ ਦਾ ਸੁਭਾਅ ਨਹੀਂ ਰਲੂਗਾ। ਉਹ ਦੁਨੇ ਜਿੰਨੇ ਮਰਜ਼ੀ ਯਤਨ ਕਰੀ ਜਾਣ ਨਾਲ ਦੇ ਉਕਣ ਗੱਲੀ ਨਹੀਂ ਲੱਗੂਗਾ ਉਹ, ਕਿਉਂਕਿ ਉਹਨੇ ਖੱਟਣਾ ਹੈ ਕੁਛ। ਤੋ ਇਸ ਕਰਕੇ ਨਾ ਸੋ ਜਨ ਉਹ ਗੁਰਮੁਖ ਜਾਂ ਪ੍ਰੇਮੀ ਜਨ ਸੰਸਾਰ ਚ ਰਾਹ ਭਗਤਾਂ ਤੇ ਸਹਿ ਸਾਰੀਆਂ ਜੋੜ ਕਦੇ ਨਾ ਆਇਆ। ਭਾਵ ਕੀ ਹੈ, ਉਹ ਨਿਰਲੇਪ ਰਹਿੰਦੇ ਹੈ। ਕੌਣ? ਜਿਨ੍ਹਾਂ ਦੇ ਅੰਦਰ ਜਿਸ ਅੰਤਰ ਵਿਵੇਕ ਵਿਚਾਰ, ਜਿਨ੍ਹਾਂ ਦੇ ਅੰਦਰ ਭਾਈ ਵਿਵੇਕ ਦੀ ਵਿਚਾਰ, ਸਤ ਅਸਤ ਦੇ ਨਿਰਣੇ ਰੂਪ ਵਿਚਾਰ, ਸਤ ਨਿਰਤ ਬੂਝੇ ਜੇ ਕੋ ਦੀ ਵਿਚਾਰ। ਬਿਬ ਏਕ, ਬਿਬ ਨਾਮ ਦੋ ਦਾ ਹੁੰਦਾ, ਏਕ ਨਾਮ ਇੱਕ ਦਾ। ਜੀਵ ਤੇ ਈਸ਼ਵਰ ਵੱਖਰੇ ਦਿਖਦੇ ਆ। ਬਿਬ ਇਹਨਾਂ ਨੂੰ ਇੱਕ ਕਰਨ ਵਾਲਾ, ਉਹ ਜਿਹੜਾ ਅਪਰੋਖ ਬਰਮ ਗਿਆਨ ਹੈ, ਉਹਦੇ ਦੁਆਰਾ ਫਿਰ ਪਰਮੇਸ਼ਰ ਵਾਹਿਗੁਰੂ ਜੀਵ ਈਸ਼ ਦੀ ਏਕਤਾ ਜਨਾਉਣ ਵਾਲੇ ਜਿਹੜੇ ਬਚਨ, ਤੂੰ ਸਦਾ ਸਲਾਮਤ ਨਿਰੰਕਾਰ, ਉਹਨਾਂ ਨੂੰ ਫਿਰ ਧਾਰਨ ਕਰ ਲੈਂਦੇ ਹਨ। ਸੋ ਸੇਵਕ ਹਰਿ ਆਖੀਐ, ਉਹ ਭਾਈ ਅਕਾਲ ਪੁਰਖ ਵਾਹਿਗੁਰੂ ਦਾ ਸੇਵਕ ਦਾਸ ਆਖੀਦਾ, ਕਹੀਦਾ ਹੈ, ਪ੍ਰੇਮੀ ਕਹੀਦਾ ਹੈ। ਜੋ ਹਰ ਰਾਖੈ ਉਰ ਧਾਰ, ਉਹੀ ਹੋਇਆ ਨਾ ਰੱਬ ਦਾ ਪ੍ਰੇਮੀ, ਜਿਹੜਾ ਪਰਮੇਸ਼ਰ ਨੂੰ ਹਿਰਦੇ 'ਚ ਸੰਭਾਲ ਕੇ ਰੱਖੇ। ਪ੍ਰੇਮ ਉਹੀ ਹੁੰਦਾ ਜਿਹੜਾ ਪ੍ਰੇਮੀ ਨੂੰ ਹਿਰਦੇ 'ਚ ਸੰਭਾਲ ਕੇ ਰੱਖਦਾ, ਉਹਨੂੰ ਪ੍ਰੇਮ ਨੂੰ ਦਿਖਾਉਂਦਾ ਨਹੀਂ ਹੈਗਾ ਵੀ ਕਿੰਨਾ ਕੁ ਪ੍ਰੇਮ ਹੈ ਦੁਨਿਆਵੀ ਵੀ। ਫਿਰ ਜਿਹਦਾ ਰੱਬ ਦੇ ਨਾਲ ਪ੍ਰੇਮ ਹੈ ਉਹ ਦਿਖਾਵਾ ਕਾਹਨੂੰ ਕਰੂਗਾ? ਰੱਬ ਨੂੰ ਹਿਰਦੇ 'ਚ ਗੁਰੂ ਨਾਨਕ ਨੂੰ ਬਿਠਾ ਕੇ ਰੱਖੂਗਾ ਹਰ ਵੇਲੇ, ਉਹਦਾ ਪਿਆਰ ਲੱਗਿਆ, ਗੱਲਾਂ ਕਰਦਾ ਵੀ ਗੁਰੂ ਨਾਨਕ ਦੇ ਚਰਨਾਂ ਦਾ ਹੀ ਧਿਆਨ ਧਰੂਗਾ ਫਿਰ। ਤੋ ਇਸ ਕਰਕੇ ਜੋ ਹਰ, ਫਿਰ ਬੋਲਿਓ, ਜੋ ਹਰ ਰਾਖੈ ਉਰ ਧਾਰ, ਤੇ ਜੋ ਜਿਨ੍ਹਾਂ ਨੇ ਅੱਗੇ ਹਰੀ ਪਰਮੇਸ਼ਰ ਨੂੰ ਹਿਰਦੇ ਧਾਰਨ ਕਰਕੇ ਰੱਖਿਆ ਤੇ ਹੁਣ ਰੱਖ ਰਹੇ ਨੇ, ਅੱਗੇ ਇਹਨੂੰ ਰੱਖਣਗੇ ਭਾਈ, ਉਹਨਾਂ ਨੂੰ ਸੇਵਕ ਕਿਹਾ ਜਾਏਗਾ। ਉਹ ਚਾਹੇ ਸਤਯੁਗ ਤ੍ਰੇਤਾ ਦੁਆਪਰ 'ਚ ਹੋਗੇ ਚਾਹੇ ਹੁਣ ਕਲਯੁਗ ਦੇ ਭਗਤ ਹੋਏ, ਕਬੀਰ ਉਦਾਸ ਜੀ ਵਰਗੇ ਆਦ। ਮਨ ਤਨ ਸੌਂਪੇ ਆਗੇ ਧਰੇ, ਜੋ ਮਨ ਤੇ ਤਨ ਦੋਨਾਂ ਨੂੰ ਸੌਂਪੇ, ਅਰਪ ਦੇਵੇ, ਗੁਰੂ ਮਹਾਰਾਜ ਦੇ ਅੱਗੇ ਰੱਖਵੇ। ਉਹ ਕਿਵੇਂ ਹੈ? ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਐ। ਵਿਚਾਰ ਕੇ ਦੇਖੋ ਵੀ ਗੁਰੂ ਸਾਹਿਬ ਦੇ ਕੋਲ ਆਪਣਾ ਮਨ ਨਹੀਂ ਹੈਗਾ, ਵੀ ਮਹਾਰਾਜ ਨੂੰ ਕੋਈ ਕਿਸੇ ਦਾ ਮਨ ਲੈਣ ਦੀ ਲਾਲਚ ਹੈ। ਮਹਾਰਾਜ ਦੇ ਕੋਲ ਆਪਣਾ ਤਨ ਨਹੀਂ ਹੈਗਾ ਵਰਤਣ ਵਾਸਤੇ, ਤੇ ਗੁਰੂ ਸਾਹਿਬ ਨੂੰ ਧਨ ਕੀ ਕਰਨਾ, ਤਾਂ ਸਰਸੇ ਹੀ ਰੋੜਤਾ ਸੀ 10ਵੇਂ ਜਾਮੇ 'ਚ। ਫਿਰ ਇਹ ਕੀ ਗੱਲ ਹੈ? ਸਾਧ ਸੰਗਤ ਜੀ, ਜਿਹੜੀ ਸਾਡੀ ਹਉਮੈ ਹੈ, ਇਹਦੀਆਂ ਜੜਾਂ ਜਿਵੇਂ ਬਰੋਟੇ ਦੀਆਂ ਕਈ ਥਾਂ ਤੇ ਲੱਗ ਜਾਂਦੀਆਂ ਨਾ, ਇਹਦੀਆਂ 3 ਥਾਂ ਤੇ ਲੱਗੀਆਂ ਹੋਈਆਂ ਜੜਾਂ।
ਇੱਕ ਤਨ ਹੰਗਤਾ, ਸਰੀਰ ਦੀ ਹੰਗਤਾ, ਇੱਕ ਧਨ ਹੰਗਤਾ, ਧਨ ਦੀ ਹੰਗਤਾ, ਧਨ ਦੇ ਵਿੱਚ ਲੱਗਿਆ, ਇੱਕ ਮਨ ਹੰਗਤਾ, ਮਨ ਦੇ ਵਿੱਚ ਹੰਗਤਾ ਬੋਲਦੀ ਰਹਿੰਦੀ ਹੈ। ਇਹ ਜਦੋਂ ਤਿੰਨੇ ਚੀਜ਼ਾਂ ਗੁਰੂ ਨੂੰ ਸੌਂਪਦੀਆਂ, ਹੰਗਤਾ ਤੋਂ ਰਹਿਤ ਹੋਣ ਦੀ ਗੱਲ ਹੈ। ਗੁਰੂ ਨੂੰ ਸੌਂਪਣ ਦਾ ਮਤਲਬ ਹੈ ਗੁਰੂ ਦੀ ਸਿੱਖਿਆ ਅਨੁਸਾਰ ਚੱਲਣਾ ਸ਼ੁਰੂ ਕਰ ਦੇ। ਤੇਰਾ ਤਨ ਗੁਰੂ ਦੇ ਹੁਕਮ ਵਿੱਚ ਚੱਲੇ, ਤੇਰਾ ਮਨ ਗੁਰੂ ਦੇ ਹੁਕਮ ਵਿੱਚ ਚੱਲੇ, ਤੇਰਾ ਧਨ ਗੁਰੂ ਦੇ ਹੁਕਮ ਵਿੱਚ ਖਰਚ ਹੋਵੇ। ਮਹਾਰਾਜ ਕਹਿੰਦੇ ਸਿੱਖਾਂ ਰਹਿਣਗੀਆਂ ਤੇਰੇ ਕੋਲੇ ਤਿੰਨੇ ਚੀਜ਼ਾਂ, ਪਰ ਹੁਣ ਪਹਿਲਾਂ ਹੁਕਮ ਤੇਰਾ ਚੱਲਦਾ ਸੀ ਤੇ ਹੁਣ ਗੁਰੂ ਦਾ ਚੱਲੂਗਾ। ਜਿੱਥੇ ਗੁਰੂ ਕਹੇਗਾ ਤਾਂ ਕਹਿੰਦੇ ਤਨ ਮਨ ਧਨ ਜਿਹੜਾ ਹੈ ਇਹ ਗੁਰੂ ਦੇ ਅੱਗੇ ਰੱਖ ਦੇਵੇ, ਭਾਵ ਸੌਂਪ ਦੇਵੇ। ਹਉਮੈ ਵਿੱਚ ਹਵਾਰ, ਫਿਰ ਹਉਮੈ ਜਿਹੜੀ ਹੈ ਤਨ ਹੰਗਤਾ ਇਹ ਮਾਰ ਕੇ ਖਤਮ ਕਰਕੇ ਤੇ ਹਰੀ ਪਰਮੇਸ਼ਰ ਵਾਹਿਗੁਰੂ ਦਾ ਉਹ ਹਿਰਦੇ 'ਚ ਤਾਂ ਧਰ ਗਿਆ, ਹੰਕਾਰ ਸੰਪੂਰਨ ਤਿਆਗ ਹੋ ਜਾਊਗਾ। ਤੇ ਉਨੀ ਦੇਰ ਤੱਕ ਵਿੱਚੋਂ ਨਹੀਂ ਮਰਦੀ ਹਉਮੈ। ਦਰਖਤ ਦੀਆਂ ਉੱਪਰ ਤੋਂ ਤੁਸੀਂ ਵੱਢ ਦੋ ਟਾਹਣੀਆਂ, ਕੀ ਹੋ ਜਾਊਗਾ? 6 ਮਹੀਨੇ ਬਾਅਦ ਫੇਰ ਫੁੱਟਿਆਊਗਾ। ਹਉਮੈ ਦਾ ਕੱਢਣਾ ਬਹੁਤ ਔਖੀ ਬਾਤ ਹੈ, ਛੋਟੀ ਜੀ ਬਾਤ ਨਹੀਂ ਹੈ। ਉਹ ਇੱਕ ਸੰਤ ਦੇ ਕੋਲ ਮਹਾਂਪੁਰਸ਼ ਸੀ, ਚੰਗੇ ਨਾਮ ਬਾਣੀ ਦੇ ਰਸੀਏ। ਉਹ ਆ ਕੇ ਮਹਾਤਮਾ ਨੂੰ ਕਹਿੰਦਾ ਜੀ ਮੈਂ ਤੁਹਾਡੇ ਕੋਲ ਆਇਆ, ਘਰ-ਬਾਰ ਛੱਡਿਆ ਵੀ ਮੇਰਾ ਕੁਝ ਬਣਾ ਦਿਓ। ਸੰਤ ਕਹਿੰਦੇ ਕੀ ਬਣਨਾ ਚਾਹੁੰਦਾ? ਉਹ ਐਸਾ ਦੇਖਿਆ, ਕਹਿੰਦਾ ਜੀ ਮੈਂ ਤਾਂ ਸੰਤ ਬਣਨਾ ਚਾਹੁੰਦਾ। ਮਹਾਂਪੁਰਖ ਹੱਸ ਪਏ, ਕਹਿੰਦੇ ਤਾਂ ਪਹਿਲਾਂ ਹੀ ਸਿਰੇ ਡੰਡੇ ਨੂੰ ਹੱਥ ਪਾਈ ਬੈਠਾ ਹੈ। ਮਹਾਂਪੁਰਖਾਂ ਨੇ ਦੇਖ ਲਿਆ ਵੀ ਸੰਤ ਤਾਂ ਬਣ ਹੀ ਨਹੀਂ ਸਕਦਾ ਇਹ, ਵੀ ਪਰ ਇਹਨੇ ਮੇਰੇ ਗਲ ਜ਼ਰੂਰ ਪਊਗਾ ਵੀ ਤੂੰ ਮੈਨੂੰ ਸੰਤ ਨਹੀਂ ਬਣਾਇਆ। ਕਹਿੰਦੇ ਐਂ ਕਰ ਵੀ ਲਿਆ ਇੱਥੇ ਮੇਰੇ ਕੋਲ, ਕਹਿੰਦੇ ਇੱਕ ਪਾਰਸ ਦੀ ਬੱਟੀ ਹੈ, ਤੂੰ ਜਾਣਦਾ ਪਾਰਸ? ਕਹਿੰਦਾ ਹਾਂ ਜੀ ਹਾਂ, 2 ਵਾਰੀ ਹਾਂ ਜੀ ਆ ਗਏ। ਕਹਿੰਦੇ ਪਾਰਸ ਦੀ ਬੱਟੀ ਉਹ ਪਈ ਅਲਮਾਰੀ 'ਚ। ਕਹਿੰਦੇ ਲੋਹੇ ਦਾ ਲਿਆ ਇੱਕ ਪਾਤਰ, ਉਹ ਸੰਤਾਂ ਨੇ ਤਿਆਰ ਕਰਕੇ ਰੱਖਿਆ। ਉਹਦੇ 'ਤੇ ਬਰੀਕ, ਬਹੁਤ ਬਰੀਕ, ਜਿਵੇਂ ਗਠੇ ਦਾ ਆ ਜਿਹੜਾ ਪਿਆਜ਼ ਹੈ, ਇੱਕ ਪਤਲਾ ਜਿਹਾ ਉਹਦੇ 'ਚ ਹੁੰਦਾ ਜਿਵੇਂ ਪਲਾਸਟਿਕ ਦਾ ਇੱਕ ਬਹੁਤ, ਉਹ ਕਈ ਵਾਰੀ ਨਾਲ ਚਮਕੇ ਦੀ ਪਤਾ ਨਹੀਂ ਲੱਗਦਾ ਪਲਾਸਟਿਕ ਤੇ ਜਿਵੇਂ ਹੈ, ਉਦੋਂ ਪਲਾਸਟਿਕ ਨਹੀਂ ਹੁੰਦੇ। ਉਹ ਚਮੇੜ ਕੇ ਕਹਿੰਦੇ ਲੈ ਐਂ ਕਰ, ਤੈਨੂੰ ਪਤਾ ਨਾ ਵੀ ਇਹ ਸੋਨਾ ਬਣ ਜਾਂਦਾ? ਕਹਿੰਦਾ ਹਾਂ ਜੀ। ਕਹਿੰਦਾ ਇਹਦੇ 'ਚ ਰੱਖ ਦੇ, ਸੋਨਾ ਬਣ ਜਾਊਗਾ, ਆਪਾਂ ਡੇਰੀ ਦਾ ਕੰਮ ਲਵਾਂਗੇ ਫਿਰ ਸੋਨਾ ਬਣ। ਕਹਿੰਦਾ ਜੀ ਠੀਕ ਹੈ। ਉਹਨੇ ਕਿਹਾ ਵੀ ਇਹ ਤਾਂ ਸੰਤ, ਮੈਂ ਠੀਕ ਥਾਂ ਤੇ ਆ ਗਿਆ, ਪਾਰਸ ਲਈ ਇਹਦੇ ਕੋਲੋਂ ਮੈਂ ਇਹਦੀ ਸੇਵਾ ਕਰਿਆ ਕਰੂੰ, ਜੋ ਕਿਹਾ ਕਰੇ ਭੱਜ ਭੱਜ ਕੇ ਕੰਮ ਕਰਿਆ ਕਰੇ ਵੀ ਪਾਰਸ ਮਿਲੂਗਾ। ਤੇ ਮਹਾਂਪੁਰਸ਼ ਕਹਿਣ ਲੱਗੇ ਭਾਈ, ਕਹਿੰਦੇ ਵੀ ਤੂੰ ਸਾਲ ਕੁ ਜਦੋਂ ਹੋ ਗਿਆ, ਕਹਿੰਦਾ ਜੀ ਮੇਰਾ ਕੁਛ ਅਜੇ ਬਣਿਆ ਤਾਂ ਹੈ ਨਹੀਂ, ਤੁਸੀਂ ਕਹਿੰਦੇ ਸੀ ਸੰਤ ਬਣਾਵਾਂਗੇ। ਸੰਤ ਕਹਿੰਦੇ ਭਾਈ ਮੈਨੂੰ ਲੱਗਦਾ ਨਹੀਂ ਵੀ ਤੇਰਾ ਕੁਛ ਬਣੂਗਾ। ਕਹਿੰਦਾ ਜੀ ਕਿਉਂ? ਕਹਿੰਦੇ ਇਸ ਤਰ੍ਹਾਂ ਗੱਲ ਹੈ ਵੀ ਤੇਰੀ 'ਚ ਹੰਗਤਾ ਹੈ। ਤੇ ਮਹਾਂਪੁਰਸ਼ਾਂ ਨੂੰ ਕਹਿੰਦਾ ਸਾਲ ਪਰ ਡਾਲੀ ਢਵਾ ਕੇ ਮੇਰੇ ਕੋਲੋਂ, ਕਹਿੰਦਾ ਹੁਣ ਮੈਨੂੰ ਹੰਕਾਰੀ ਦੱਸਦੇ ਹੋ? ਇੰਨਾ ਕੰਮ ਕਰਾ ਕੇ ਟੋਕਰੀ ਢੋਂਦਾ ਮਰ ਗਿਆ। ਕਹਿੰਦਾ ਮੈਂ ਆਖੇ ਸੰਤਾਂ ਦੇ ਗਲ ਪੈ ਗਿਆ, ਦਿਖਾਓ ਕਿੱਥੇ ਆ ਮੇਰੇ 'ਚ ਹੰਕਾਰ। ਸੰਤ ਕਹਿੰਦੇ ਭਾਈ ਦਿਖਾ ਦਾਂਗੇ ਥੋੜੇ ਜਿਹੇ ਦਿਨਾਂ ਨੂੰ। ਉਹ ਭੰਗੀ ਸੀ ਨਾਲੀਆਂ ਸਾਫ਼ ਕਰਨ ਵਾਲਾ, ਉਹਨੂੰ ਕਹਿੰਦੇ ਵੀ ਐਂ ਕਰੀ ਵੀ ਗੰਦ ਦੀ ਪੂਰੀ ਨਾ ਬਾਲਟੀ ਇੱਕ ਤਿਆਰ ਕਰਕੇ ਰੱਖੀ, ਜਦੋਂ ਮੇਰਾ ਸੇਵਕ ਆਊਗਾ ਨਾ ਵੀ ਉਹਦੇ ਉੱਪਰ ਸਿੱਟਦੀ। ਕਹਿੰਦਾ ਨਾ ਮਹਾਰਾਜ, ਮਹਾਰਾਜ ਮਾਰ ਦੂ ਕੁੱਟ ਕੇ ਮੈਨੂੰ ਤਾਂ। ਕਹਿੰਦੇ ਤੂੰ ਨੱਠ ਕੇ ਮੇਰੇ ਕੋਲ ਆ ਜੀ, ਮੈਂ ਬਚਾ ਲੂੰ। ਉਹ ਜਦ ਡਾਲੀ ਲੈਣ ਗਿਆ, ਪਹਿਲਾਂ ਤਾਂ ਸ਼ੀਸ਼ੇ 'ਤੇ ਮੂੰਹ ਦੇਖਿਆ ਕਰੇ ਐਂ ਵੀ ਮੈਂ ਸੋਹਣਾ ਲੱਗਦਾ, ਫਿਰ ਮੂੰਹ ਮਾਂ ਸਵਾਰ ਕੇ ਚੰਗੀ ਤਰ੍ਹਾਂ, ਫਿਰ ਕੱਪੜੇ ਪ੍ਰੈਸ ਕਰਕੇ ਪਾਇਆ ਕਰੇ, ਫਿਰ ਉੱਪਰ ਸੈਂਟ ਛਿੜਕਿਆ ਕਰੇ ਵੀ ਲੋਕ ਕਹਿਣ ਵੀ ਹਾਂ ਬਾਬਾ ਜੀ ਆ ਗਏ। ਉਹ ਤੂੰ ਫਿਰਦਾ ਮੰਗਦਾ ਹੈਂ, ਸੈਂਟ ਸੁੰਟ ਛਿੜਕੇ। ਜਦੋਂ ਗਿਆ ਮੁੜ ਕੇ ਆਇਆ, ਬਸ ਉਹ ਮਸਤ ਹੋਇਆ ਤੁਰਿਆ ਆਉਂਦਾ। ਭੰਗੀ ਨੇ ਮਾਰਿਆ ਭਗਾ ਕੇ ਚੱਕੜ ਦੇ, ਬਸ ਡਾਲੀ ਤਾਂ ਜਿਹੜੀ ਦੁੱਧ ਦਾ ਮਾਰਿਆ ਭਗਾ ਕੇ ਇੱਕ ਪਾਸੇ ਉਹਨੇ। ਮਾਵਾਂ ਭੈਣਾਂ ਦੀਆਂ ਗਾਲਾਂ, ਰੂਤ ਛਾਣਤਾ ਛੱਡਦਾ। ਕਹਿੰਦਾ ਤੈਨੂੰ ਹੁਣ ਹੈ ਨਹੀਂ। ਉਹ ਨੱਟ ਕੇ ਸੰਤਾਂ ਦੀ ਕੁੜੀਆਂ 'ਚ ਵੜ ਗਿਆ। ਕਹਿੰਦੇ ਠਹਿਰ ਜਾ ਠਹਿਰ ਜਾ। ਕਹਿੰਦਾ ਨਹੀਂ ਠਹਿਰਨਾ ਮੇਰੇ, ਕਹਿੰਦਾ ਦੇਖੋ ਕੱਪੜੇ ਖਰਾਬ ਕਰਤੇ। ਕਹਿੰਦਾ ਠਹਿਰ ਤਾਂ ਜਾ। ਹਾਂ ਕਹਿੰਦੇ ਦੱਸੋ। ਕਹਿੰਦੇ ਕੋਈ ਨਹੀਂ ਮੈਂ ਹਾਜ਼ਰ ਕਰ ਦੂੰ। ਕਹਿੰਦੇ ਮੈਂ ਕਿਹਾ ਸੀ। ਕਹਿੰਦਾ ਸੰਤ ਹੋ ਕੇ ਦੂਜੇ ਦੇ ਕੱਪੜਿਆਂ ਤੇ ਚਟਕੜ ਸਟਾਉਂਦੇ ਫਿਰਦੇ ਹੋ, ਕਾਹਦੇ ਸੰਤ ਹੋ ਤੁਸੀਂ? ਮੈਨੂੰ ਸੰਤ ਨਹੀਂ ਬਣਾਇਆ, ਤੁਸੀਂ ਆਪ ਹੀ ਸੰਤ ਨਹੀਂ ਹੈ। ਸੰਤ ਕਹਿੰਦੇ ਇਹਦਾ ਜਵਾਬ ਦਿੰਦਾ ਮੈਂ। ਕਹਿੰਦੇ ਆਹ ਹੀ ਹੰਕਾਰ, ਨਹੀਂ ਤਾਂ ਆ ਵੀ ਚੱਕੜ ਦੇ ਹੀ ਬਣਿਆ। ਮਾਂ ਕੀ ਰਕਤ ਪਿਤਾ ਬੁੰਦ ਧਾਰਾ, ਸਰੀਰ ਵੀ ਤਾਂ ਚੱਕੜ ਦੇ ਹੀ ਬਣਿਆ। ਚੱਕੜ ਤੇ ਚੱਕੜ ਡਿੱਗ ਲਿਆ, ਕੀ ਹੋ ਗਿਆ ਤੈਨੂੰ? ਇਹ ਦੇਹ ਅਭਿਮਾਨ ਹੈ ਤੈਨੂੰ। ਲਿਆ ਕਹਿੰਦਾ ਬਾਟਾ ਚੱਕ ਕੇ ਲਿਆਂਦਾ। ਕਹਿੰਦੇ ਦੇਖ ਇਹ ਪਾਰਸ ਨੇ ਸੋਨਾ ਨਹੀਂ ਬਣਾਇਆ। ਕਹਿੰਦਾ ਪਾਰਸ ਵੀ ਨਕਲੀ ਤੇ ਤੁਸੀਂ ਵੀ ਨਕਲੀ। ਸੰਤ ਕਹਿੰਦੇ ਹੁਣ ਤਾਂ ਸ਼ਾਂਤ ਹੋ ਜਾ, ਜੇ ਦਿਖਾ ਦਾਂ ਵੀ ਪਾਰਸ ਅਸਲੀ ਹੈ। ਕਹਿੰਦਾ ਫਿਰ ਤੁਹਾਨੂੰ ਵੀ ਮੰਨ ਲੂੰ ਵੀ ਤੁਸੀਂ ਅਸਲੀ ਹੋ। ਕਹਿੰਦੇ ਲਿਆ। ਉਹਨੇ ਪਰਦਾ ਦੇੜਿਆ, ਲਾਇਆ, ਝੱਟ ਦੇ ਕੇ ਸੋਨਾ ਬਣ ਗਿਆ। ਕਹਿੰਦੇ ਜੀ ਇਹ ਕੀ ਹੋ ਗਿਆ? ਕਹਿੰਦੇ ਬਸ ਇਹੀ ਗੱਲ ਹੈ, ਤੇਰੇ ਅੰਦਰ ਹੋ ਕੇ ਇਹ ਪਾਤਰ ਦੇ ਵਿੱਚ ਹੀ ਦੋਸ਼ ਸੀ, ਪਾਰਸ 'ਚ ਦੋਸ਼ ਨਹੀਂ। ਕਹਿੰਦੇ ਦੋਸ਼ ਮੇਰਾ ਨਹੀਂ ਤੇਰੇ 'ਚ ਹੈ। ਜਿੱਥੇ ਹੰਗਤਾ ਨਾ ਸਾਹ ਸੀ ਉਹ ਵਿੱਚੋਂ ਕੱਢਣੀ ਪੈਂਦੀ ਹੈ।
ਹੰਗਤਾ ਤੋਂ ਬਿਨਾਂ ਫਿਰ ਕਾਮਯਾਬੀ ਨਹੀਂ ਮਿਲਦੀ ਹੈ, ਕੱਢੇ ਤੋਂ ਬਿਨਾਂ। ਧਨ ਗੁਰਮੁਖ ਸੋ ਪਰਵਾਨ ਹੈ। ਉਹ ਗੁਰਮੁਖ ਧਨ ਵੀ ਹੈ ਤੇ ਪ੍ਰਵਾਨ ਯੋਗ, ਧਨਤਾ ਯੋਗ ਹਨ। ਜੇ ਕਦੇ ਨਾ ਆਵੇ ਹਾਰ, ਜਿਨ੍ਹਾਂ ਨੇ ਹੰਗਤਾ ਕੱਢ ਦਿੱਤੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਜਿਹੜੇ ਨੇ ਇਹ ਉਹਨੂੰ ਜਿੱਤ ਨਹੀਂ ਸਕਣਗੇ, ਕਦਾਚਿਤ ਕਦੇ ਵੀ ਹਾਰ ਨਹੀਂ ਹੋਏਗੀ। ਉਹ ਸਦਾ ਜੀਵਨ ਦੀ ਬਾਜੀ ਨੂੰ ਜਿੱਤ ਕੇ ਜਾਏਗਾ। ਇੱਥੇ ਲੋਕ ਪਰਲੋਕ ਦੇ ਜੈ ਜੈਕਾਰ ਹੋਏਗੇ। ਕਰਮ ਵਿਲੈਤਾ ਪਾਈਐ, ਜੇ ਚੰਗੇ ਕਰਮ ਹੋਣ ਤਾਂ ਸਤਿਗੁਰੂ ਦੀ ਸੰਗਤ ਮਿਲਦੀ ਆ। ਭਾਈ ਜਿਵੇਂ ਆ ਮਾਈ ਭਾਈ ਬੈਠੇ ਹੋ, ਲਾਭ ਪ੍ਰਾਪਤ ਕਰਦੇ ਹੋ, ਆਪਣਾ ਸਾਰਿਆਂ ਦੇ ਚੰਗੇ ਭਾਗਨ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਮਿਲੀ ਆਪਾਂ ਨੂੰ, ਤੇ ਉਹਨਾਂ ਪਾਸੋਂ ਫਿਰ ਨਾਮ ਦੀ ਦਾਤ ਪ੍ਰਾਪਤ ਕਰੀਦੀ ਹੈ। ਬਿਨ ਕਰਮੈ ਪਾਇਆ ਨਾ ਜਾਏ, ਨਿਸ਼ਕਾਮ ਕਰਮਾਂ ਤੋਂ ਬਿਨਾਂ ਭਾਈ, ਬਿਨਾਂ ਸਤਿਗੁਰੂ ਦੀ ਬਖਸ਼ਿਸ਼ ਤੋਂ, ਨਿਸ਼ਕਾਮ ਕਰਮਾਂ ਤੋਂ ਬਿਨਾਂ ਨਾਮ ਦਾ ਰਸ ਆਨੰਦ ਵਾਹਿਗੁਰੂ ਦਾ ਪਾਇਆ ਨਹੀਂ ਜਾਂਦਾ ਹੈ। ਲੱਖ 84 ਤਰਸਦੇ, 84 ਲੱਖ ਜੋਨ ਹੈ ਸਾਧ ਸਿੰਘ ਜੀ। ਇੱਕ ਘੱਟ 84 ਲੱਖ ਕਹਿ ਲਈਏ ਸੌਖਾ ਜਿਹਾ ਕੰਮ ਹੈ। ਜੇ ਕਹਿੰਦੇ 83 ਲੱਖ ਤੇ 83 ਲੱਖ, ਕਿਉਂਕਿ 84 ਹੈ ਨਾ ਪੂਰੀ, 83 ਲੱਖ 99,999 ਕੀ ਹੋ ਗਿਆ? ਇੱਕ ਘੱਟ 84। ਜਿਹੜੀ 84 ਲੱਖ ਜੋਨ ਹੈ ਮਨੁੱਖਾ ਸਰੀਰ ਨੂੰ ਕੱਢ ਲਈਏ ਤੇ ਬਾਕੀ ਇੰਨੇ ਰਹਿ ਜਾਂਦੇ ਨੇ। ਇਹ ਸਾਰੇ ਤਰਸਦੇ ਨੇ ਮਨੁੱਖਾ ਸਰੀਰ ਨੂੰ, ਤੇ ਉਹਨਾਂ ਨੂੰ ਪ੍ਰਾਪਤ ਨਹੀਂ। ਇਸ ਦੇਹੀ ਕੋ ਸਿਮਰ, ਦੇਵਤੇ ਵੀ ਜਿਹੜੀ ਜੂਨ ਦੇ ਵਿੱਚ ਪਏ ਹੋਣ ਦੇਵ ਸਰੀਰ, ਉਹ ਵੀ ਤਰਸਦੇ ਇਸ ਦੇਹੀ ਕੋ ਸਿਮਰਨ ਦੇਵ। ਕਾਦੇ ਵਾਸਤੇ? ਸੋ ਦੇਹੀ ਭਜ ਹਰ ਕੀ ਸੇਵ। ਲੱਖ 84 ਤਰਸਦੇ। ਉਹ ਤਰਸਦੇ ਉਹ ਹੁੰਦਾ ਵੀ ਚੀਜ਼ ਮਿਲੇ ਹੈ ਨਾ, ਅੰਦਰ ਚਾਹਤ ਹੈ ਵੀ ਮੈਨੂੰ ਮਿਲ ਜਾਏ, ਉਹਨੂੰ ਤਰਸਣਾ ਕਹਿੰਦੇ ਨੇ। ਉਹ ਕਹਿੰਦਾ ਫਲਾਨਿਆਂ ਜੇ ਤੂੰ ਆ ਚੀਜ਼ ਦੇਣੀ ਆ ਦੇ ਤਰਸਾਈ ਕਾਹਨੂੰ ਜਾਣਾ। ਉਹ ਚੀਜ਼ ਹੁੰਦੀ ਹੈ ਵੀ ਪ੍ਰਾਪਤ ਹੋਵੇ ਨਾ, ਉਹ ਲੈਣ ਦਾ ਲਾਲਚ ਹੁੰਦਾ, ਉਹਨੂੰ ਤਰਸਣਾ ਕਹਿੰਦੇ ਨੇ। ਤਰਸਦੇ ਨੇ ਸਾਰੇ। ਜਿਸ ਮਿਲੇ ਸੋ ਮਿਲੈ ਹਰ ਆਏ। ਤੇ ਭਾਈ ਇਹਦੇ ਵਿੱਚ ਤਾਂ ਫਿਰ ਵਾਹਿਗੁਰੂ ਇਹ ਕਿਰਪਾ ਕਰੇ, ਜਿਨ੍ਹਾਂ ਨੂੰ ਸਤਿਗੁਰੂ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਸਤਿਗੁਰੂ ਨਾਲ ਮੇਲ ਦੇਵੇ, ਸਤਿਗੁਰੂ ਫਿਰ ਪਰਮੇਸ਼ਰ ਦੇ ਨਾਲ ਮੇਲ ਦੇਣ। ਜਿਸ ਮੇਲੇ ਸੋ ਮਿਲੈ ਹਰ ਆਏ। ਜਿਨ੍ਹਾਂ ਨੂੰ ਸਤਿਗੁਰੂ ਦੇ ਨਾਲ ਮਿਲਾਪ ਹੋ ਗਿਆ, ਉਹ ਹਰ ਪ੍ਰਭੂ ਪਰਮੇਸ਼ਰ ਵਾਹਿਗੁਰੂ ਸੰਸਾਰ 'ਚ ਆਏ, ਆ ਕਰਕੇ ਮਿਲ ਜਾਂਦਾ ਹੈ। ਧੰਨੇ ਨੂੰ ਮਿਲਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬੜਭਾਗਾ। ਮਨੁੱਖਾ ਜਨਮ 'ਚ ਆ ਕੇ ਉਹ ਪ੍ਰਭੂ ਦੀ ਪ੍ਰਾਪਤੀ ਕਰਦੇ ਨੇ, ਜਿਨ੍ਹਾਂ ਨੂੰ ਸਤਿਗੁਰੂ ਮਿਲਦੇ ਹਨ। ਨਾਨਕ ਗੁਰਮੁਖ ਹਰ ਪਾਇਆ। ਭਾਈ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਆ, ਜਿਨ੍ਹਾਂ ਗੁਰਮੁਖਾਂ ਨੇ ਹਰੀ ਪਰਮੇਸ਼ਰ ਨਾਮ ਵਾਹਿਗੁਰੂ ਦਾ ਜਪ ਕੇ ਪਾਇਆ, ਪ੍ਰਾਪਤ ਕਰ ਲਿਆ, ਸਖਿਆਤਾ ਕਾਰ ਕਰ ਲਈ ਹੈ, ਉਹ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਣ ਵਾਲੇ ਸਦਾ ਹਰ ਨਾਮ ਸਮਾਏ। ਉਹ ਸਦਾ ਹਮੇਸ਼ਾ ਹੀ ਨਾਮੀ ਪਰਮੇਸ਼ਰ ਦੇ ਵਿੱਚ ਸਮਾਏ ਦਾ ਅਰਥ ਅਭੇਦ ਹੋ ਜਾਂਦੇ ਆ, ਮਿਲੇ ਰਹਿੰਦੇ ਨੇ ਵਾਹਿਗੁਰੂ ਦੇ ਵਿੱਚ। ਸ੍ਰੀ ਰਾਗ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਸ੍ਰੀ ਰਾਗ ਵਿੱਚ ਅਗਲਾ ਸ਼ਬਦ ਉਚਾਰਦੇ ਆ ਜੀ। ਸੁਖ ਸਾਗਰ ਹਰ ਨਾਮ ਹੈ। ਇਹ ਭਾਈ ਸੁਖਾਂ ਦਾ ਸਮੁੰਦਰ ਹੀ ਹੈ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਦੁਨੀਆ ਦੇ ਵਿੱਚ। ਤੇ ਜਿਹੜੇ ਹੋਰ ਸੰਸਾਰ ਦੇ ਸਾਗਰ ਦਿਸਦੇ ਆ ਨਾ, ਤੇ ਇਹ ਸਮੁੰਦਰ ਤਾਂ ਦੁੱਖਾਂ ਦੇ ਹੀ ਨਾ, ਸੁਖਾਂ ਦਾ ਸਮੁੰਦਰ ਵਾਹਿਗੁਰੂ ਹੈ। ਇਹਦਾ ਸੰਸਾਰ ਦੀ ਦੁਨੀਆ ਦੇ ਜਿਹੜੇ ਖਾਣ ਪੀਣ ਭੋਗਣ ਸੰਗ੍ਰਹਿ ਆਦਿ ਕਰਨ ਦੇ ਇਹ ਲਾਲਚ ਦੇ ਵਿੱਚ ਲੱਗੇ ਹੋਏ ਨੇ, ਇਹਦੇ 'ਚ ਸੁਖ ਨਹੀਂ ਹੈ। ਤੇ ਸੁਖ ਤਾਂ ਵਾਹਿਗੁਰੂ ਦੇ ਨਾਮ ਦੇ ਵਿੱਚ ਹੈ। ਹਰ ਕੋ ਨਾਮ ਸਦਾ ਸੁਖਦਾਈ। ਗੁਰਮੁਖ ਪਾਇਆ ਜਾਏ। ਉਹ ਗੁਰਮੁਖ ਸੰਗਤ ਪਾਇਆ, ਪ੍ਰਾਪਤ ਕਰਕੇ ਪਾਇਆ। ਉਹਨਾਂ ਨੇ ਕਿੱਥੋਂ ਪਾਇਆ? ਸੰਗਤ ਪ੍ਰਾਪਤ ਕੀਤੀ। ਪਹਿਲਾਂ ਸੰਗਤ ਕਰਕੇ ਹੀ ਪ੍ਰਾਪਤ ਕੀਤਾ। ਜਾਏ ਜਾਂਦਾ ਹੈ, ਸੰਗਤ ਤੋਂ ਬਿਨਾਂ ਨਹੀਂ ਮਿਲਦਾ ਹੈ। ਗੁਰਮੁਖ ਕੌਣ ਹਨ? ਉੱਤਰ ਦਿੰਦੇ ਨੇ, ਅਨ ਦਿਨ ਨਾਮ ਧਿਆਈਐ। ਤੇ ਉਹ ਭਾਈ ਅਨ ਦਿਨ ਨਾਮ ਧਿਆਈਐ। ਦਿਨ ਦਿਵਸ ਅਨ ਰਾਤ, ਰਾਤ ਦਿਨ ਪ੍ਰਭੂ ਨੂੰ ਧਿਆਉਂਦਾ। ਦਿਨ ਰਾਤੀ ਅਰਾਧੋ ਪਿਆਰੋ ਨਿਮਖ ਨਾ ਕੀਜੈ ਢੀਲਾ। ਉਹ ਧਿਆਉਂਦੇ ਰਹਿੰਦੇ ਹਨ ਨਾਮ ਨੂੰ। ਸਹਿਜ ਨਾਮ ਸਮਾਏ। ਉਹ ਵੀ ਸਹਿਜੇ ਹੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਸੁਤੇ ਸਿੱਧੇ ਹੀ ਸਮਾ ਜਾਂਦੇ ਹਨ। ਸਹਿਜ ਗਿਆਨ 'ਚ ਸਮਾ ਜਾਂਦੇ ਨੇ, ਸਹਿਜ ਸ਼ਾਂਤੀ ਵੀ ਸਮਾ ਜਾਂਦੇ ਹਨ। ਅੰਦਰ ਰਚੈ ਹਰ ਸੱਚ ਸਿਓ। ਅੰਦਰ ਹਿਰਦੇ ਵਿੱਚ ਉਹ ਸੱਚੇ ਨਾਮ ਦੇ ਮਿਲ ਜਾਂਦੇ ਹਨ। ਰਸਨਾ ਹਰ ਗੁਣ ਗਾਏ। ਉਹ ਵੀ ਹਿਰਦੇ ਵਿੱਚ ਵੀ ਨਾਮ ਹੈ ਤੇ ਰਸਨਾ ਨੂੰ ਵੀ ਸਫਰੀ ਕਰਦੇ ਹੈ ਕਿ ਵੀ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਉਹ ਰਸਨਾ ਤੇ ਵੀ ਨਾਮ ਰੱਖਦੇ ਨੇ। ਆਜ ਆਦਿ ਸਗਲ ਕੋ ਤਾਕੋ ਸੁਖ ਬਸਰਾਮ। ਉਹ ਇਸ ਪ੍ਰਕਾਰ ਫਿਰ ਰਸਨਾ ਹਰ ਗੁਣ ਗਾਏ। ਉਹਨਾਂ ਦੀ ਰਸਨਾ ਵੀ ਵਾਹਿਗੁਰੂ ਦੇ ਗੁਣ ਗਾਇਨ ਕਰਦੀ ਹੈ। ਕਦੇ ਕੀਰਤਨ, ਕਦੇ ਕਥਾ,
ਇਸ ਪ੍ਰਕਾਰ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਇਹ ਲਾਹਾ ਲੈਂਦੇ ਨੇ। ਭਾਈ ਰੇ ਜਗ ਦੁਖੀਆ ਦੂਜੈ ਭਾਏ। ਸੰਸਾਰ ਦੇ ਜੀਵਾਂ ਨੂੰ ਕਿਸੇ ਨੇ ਨਹੀਂ ਦੁਖੀ ਕਰਿਆ, ਆਪਣੇ ਕਰਮਾਂ ਨੇ ਕਰੇ ਹੋਏ ਨੇ। ਰੱਬ ਨੇ ਕਿਸੇ ਨੂੰ ਦੁੱਖ ਨਹੀਂ ਦਿੱਤਾ, ਜੀਵਾਂ ਨੇ ਆਪ ਸਹਿੜੇ ਨੇ ਦੁੱਖ। ਇਹ ਭਾਈ ਦਵੈਤ ਭਾਵ ਕਰਕੇ ਸਾਰਾ ਸੰਸਾਰ ਜੇ ਦੁਖੀ ਹੋ ਰਿਹਾ, ਦਵੈਤ ਕਰਕੇ ਦੁਖੀ ਹੋ ਰਿਹਾ ਹੈ। ਤੇ ਇਸ ਕਰਕੇ ਦਵੈਸ਼ ਦੇ ਵਿੱਚ ਦਵੈਸ਼ ਭਾਵਨਾ ਚ ਲੱਗੇ ਹੋਏ ਨੇ ਜੀਵ। ਆਸਾ ਤ੍ਰਿਸ਼ਨਾ ਕਾਮ ਕ੍ਰੋਧ ਆਦਿ ਰੱਬ ਨੂੰ ਛੱਡ ਕੇ ਇਹਨਾਂ 'ਚ ਪ੍ਰੇਮ ਕਰ ਰਹੇ ਹਨ। ਗੁਰ ਸਰਣਾਈ ਸੁਖ ਲਹਿ। ਤੇ ਭਾਈ ਗੁਰੂ ਦੀ ਸ਼ਰਨ ਦੇ ਵਿੱਚ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ। ਲੈ ਜਾਂਦੇ ਦੋ ਹਾਹੇ ਜਿੱਥੇ ਆ ਜਾਣ, ਪੂਰਾ ਸਾਵਧਾਨ ਹੋ ਕੇ ਪਾਠ ਬੋਲਣਾ ਹੈ। ਤੇ ਇਸ ਕਰਕੇ ਇਹਨੂੰ ਗੁਰ ਸਰਣਾਈ ਸੁਖ ਲਹਿ, ਦੋਨੇ ਹਾਏ। ਜਿਵੇਂ ਆ ਹੱਸਦੇ ਨਹੀਂ, ਹਾ 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 ਕਰਕੇ ਹੱਸਦੇ ਆ, ਤੇ ਐਕਣ ਨਿਕਲਦੇ ਨੇ ਦੋ ਹਾਏ ਭਾਈ। ਤੇ ਉਹ ਸਾਡੇ ਨਿਕਲਦਾ ਨਹੀਂ ਸੀ। ਕਈ ਸਾਡੇ ਨਾਲ ਦੇ 8 ਦੀ ਕਲਾਸ ਸੀ, ਉਹਦੇ ਚ ਮਹਾਂਪੁਰਖਾਂ ਨੇ ਫਿਰ ਪ੍ਰਮਾਣ ਦਿੱਤਾ, ਉਹ ਹਾਹੇ ਨਾ ਬੋਲ ਹੋਣ। ਕਹਿੰਦੇ ਐਕਣ ਨਹੀਂ ਬੋਲ ਹੋਣਗੇ, ਕਹਿੰਦੇ ਮੈਂ ਪ੍ਰਮਾਣ ਦਿੰਨਾ ਹੈ। ਤੇ ਮਹਾਂਪੁਰਖ ਕਹਿੰਦੇ ਕਦੇ ਖੋਤਾ ਹਿਣਕਦਾ ਸੁਣਿਆ? ਕਹਿੰਦੇ ਇਹ ਤਾਂ ਜੀ ਆਮ ਹੀ ਗੱਲ ਹੈ। ਉਹ ਕਹਿੰਦੇ ਜਿਵੇਂ ਹੀਂਗਦਾ ਨਾ ਹਾਂ ਹਾਂ ਐਕਣ ਕਰਕੇ, ਕਹਿੰਦੇ ਐਂ ਦੋ ਹਾਹੇ ਨਿਕਲਣਗੇ। ਜਦੋਂ ਆਵਾਜ਼ ਜਿਹੜੀ ਈੜੀ ਦੀ ਸਹਾਰੀ ਨਹੀਂ ਸੀ ਬੋਲਦੀ, ਕੋਲ ਦਾ ਪ੍ਰਮਾਣ ਦਿੰਦੇ ਮਹਾਂਪੁਰਖ ਵੀ ਐਂ ਬੋਲੋ ਭਾਈ ਜਿਵੇਂ ਕੋਇਲ ਬੋਲਦੀ ਹੈ। ਉਹ ਪ੍ਰਮਾਣ ਬਾਹਰ ਦਾ ਲੈ ਕੇ ਤੇ ਇਸ ਤਰ੍ਹਾਂ ਜਿਹੜਾ ਸਾਧ ਸਿੰਘ ਜੀ ਦੋ ਹਾਹੇ ਪੂਰੇ ਬੋਲਦੇ ਆ, ਉਹਨਾਂ ਨੂੰ ਬੋਲਣਾ ਹੈ। ਉਹ ਗੁਰੂ ਦੀ ਸ਼ਰਨ ਦੇ ਵਿੱਚ ਸੁੱਖ ਪ੍ਰਾਪਤ ਕਰ ਲੈਂਦੇ ਹਨ। ਅਨੰਦਨ ਨਾਮ ਧਿਆਏ। ਪਰ ਰਾਤ ਦਿਨ ਇੱਕ ਰਸ ਨਾਮ ਨੂੰ ਧਿਆ ਕਰਕੇ ਅੰਤ ਦਿਨ ਇਉਂ ਪਾਠ ਵੱਖਰਾ ਹੀ ਕਰਨਾ ਹੈ। ਤੇ ਜਿੱਥੇ ਦੋ ਪਦ ਇਕੱਠੇ ਹੋ ਜਾਣ ਉੱਥੇ ਥੋੜੇ ਜਿਹਾ ਬਦਲਾਅ ਹੁੰਦਾ ਹੈ। ਅਸਾਈ ਦੇ ਕੇ ਕਹਿੰਦੇ ਨੇ ਜੀ ਸੱਚੇ ਮੈਲ ਨਾ ਲੱਗਈ। ਜੋ ਸੱਚੇ ਪੁਰਸ਼ ਬ੍ਰਹਮ ਚ ਅਭੇਦ ਹੋ ਗਏ ਨੇ, ਜਿਹੜੇ ਬਿਰਤੀ ਕਰਕੇ ਉਹਨਾਂ ਦੀ ਬਿਰਤੀ ਬ੍ਰਹਮ ਚ ਲੀਨ ਹੋ ਗਈ, ਫਿਰ ਉਹਨਾਂ ਨੂੰ ਸੰਸਾਰ ਦਾ ਵਿਕਾਰ ਮੈਲ ਨਾ ਲੱਗ ਗਈ। ਕਾਮ ਕ੍ਰੋਧ ਨਹੀਂ ਫਿਰ ਮੈਲਾ ਕਰਨਗੇ। ਤੇ ਇਸ ਕਰਕੇ ਫਿਰ ਉਹਨਾਂ ਦਾ ਅਵਸਥਾ ਉੱਚੀ ਹੋਣ ਕਰਕੇ ਮਨ ਨਿਰਮਲ ਹਰ ਧਿਆਏ। ਇੰਨਾ ਮਨ ਨਿਰਮਲ ਹੋ ਗਿਆ ਉਜਲ। ਕਿਵੇਂ ਹੋਇਆ ਜੀ? ਕਹਿੰਦੇ ਹਰ ਧਿਆਏ, ਪਰਮੇਸ਼ਰ ਨੂੰ ਧਿਆ ਕੇ ਨਿਰਮਲ ਹੋਏ, ਮਨ ਤਾਂ ਸੁੱਧ ਹੋਇਆ ਉਹਨਾਂ ਦਾ। ਗੁਰਮੁਖ ਸ਼ਬਦ ਪਛਾਣੀਐ। ਤੇ ਗੁਰਮੁਖ ਜਿਹੜੇ ਨੇ ਭਾਈ ਮੰਮੇ ਦਾ ਔਂਕੜ ਬੋਲਿਆ ਕਰੋ। ਇਹ ਜਿਸ ਤਰ੍ਹਾਂ ਤੁਸੀਂ, ਮੈਂ ਤੁਹਾਨੂੰ ਕਹਿੰਦਾ ਪੋਥੀਆਂ ਵਾਲੇ ਨੂੰ, ਜਿਵੇਂ ਸੁਣਦੇ ਹੋ ਨਾ ਕਈ ਵਾਰੀ ਨਿਰਣਾ ਤਾਂ ਕਰਨਾ ਪੈਂਦਾ ਹੈ ਵੀ ਤੁਹਾਨੂੰ ਭੁਲੇਖਾ ਨਾ ਰਹੇ। ਗੁਰਮੁਖ ਮਖੇ, ਜੇ ਗੁਰਮੁਖ ਮੰਮੇ ਦਾ ਔਂਕੜ ਗਿਆ ਤੇ ਗੁਰਮੁਖ ਸ਼ਬਦ ਪਛਾਣੀਐ। ਗੁਰਮੁਖਾਂ ਦੀ ਸੰਗਤ ਕਰਕੇ ਸਦ ਬ੍ਰਹਮ ਨੂੰ ਪਛਾਣ ਲਈਦਾ। ਇਹ ਗੁਰਮੁਖਾਂ ਦੀ ਸੰਗਤ ਦੁਆਰਾ ਹੀ ਪ੍ਰਾਪਤ ਹੋਏਗਾ। ਹਰਿ ਅੰਮ੍ਰਿਤ ਨਾਮ ਸਮਾਏ। ਜਦੋਂ ਮਿਰਤੂ ਤੋਂ ਰਹਿਤ ਕਰਨ ਵਾਲਾ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਪ੍ਰਾਪਤ ਹੋ ਜਾਵੇ ਤਾਂ ਫਿਰ ਨਾਮ ਕੋਈ, ਇਹ ਮੰਮੇ ਨੂੰ ਸਿਹਾਰੀ ਲੱਗੀ ਹੋਈ ਹੈ ਨਾ, ਫਿਰ ਨਾਮੀ ਬਣ ਜਾਊਗਾ ਇਹਦਾ। ਨਾਮੀ ਕੌਣ? ਨਾਮ ਵਾਲਾ ਵਾਹਿਗੁਰੂ। ਉਹਦੇ ਜਿਹਾ ਭੇਦ ਹੋ ਜਾਈਦਾ ਹੈ। ਗੁਰ ਗਿਆਨ ਪ੍ਰਚੰਡ ਬਲਾਇਆ। ਜਦੋਂ ਸਤਿਗੁਰਾਂ ਨੇ ਪ੍ਰਚੰਡ ਹੁੰਦਾ ਤਿੱਖੇ ਦਾ, ਅਤਿਅੰਤ ਤਿੱਖੇ ਤੇਜ ਵਾਲਾ। ਤੇ ਜਿਹੜਾ ਗੁਰੂ ਦਾ ਗਿਆਨ ਹੈ ਅਪਰੋਖ ਬ੍ਰਹਮ ਗਿਆਨ, ਤੇ ਉਹ ਫਿਰ ਬਲਾਇਆ ਦੀਵਾ ਬਲੇ ਅੰਧੇਰਾ ਜਾਏ। ਉਹ ਹਿਰਦੇ ਦੇ ਵਿੱਚ ਬਲਾਇਆ ਜਗਾ ਦਿੱਤਾ ਹੈ, ਬਾਲ ਦਿੱਤਾ ਹੈ, ਜਗਾ ਦਿੱਤਾ ਹੈ। ਅਗਿਆਨ ਅੰਧੇਰਾ ਜਾਏ। ਜਿਹਦਾ ਸਦਕਾ ਹਿਰਦੇ ਚੋਂ ਅਗਿਆਨਤਾ ਦਾ ਅੰਧੇਰ ਅੰਧਕਾਰ ਜਿਹੜਾ ਚਲਿਆ ਗਿਆ ਹੈ। ਮਨਮੁਖ ਮੈਲੇ ਮਲ ਭਰੇ। ਭਾਈ ਜਿਹੜੇ ਮਨਮੁਖ ਨੇ ਨਿਗੁਰੇ ਨੇ, ਨਾਮ ਨਹੀਂ ਜਪਦੇ, ਨਾ ਗੁਰੂ ਧਾਰਨ ਕਰਦੇ ਆ, ਬਲਕਿ ਮਖੌਲ ਕਰਦੇ ਆ। ਜੇ ਉਹਨੂੰ ਕਈ ਭਾਈ ਅੱਗੇ ਨਾਮ ਤਾਰਦਾ ਤਰ ਜਾਓਗੇ, ਸੰਗਤ ਕਰੋ, ਉਹ ਕਹਿੰਦੇ ਦੇਖਾਂਗੇ ਕਹਾਂ ਜਦੋਂ ਹੋਊਗੀ ਤੇਰੀ ਪੂੰਛ ਤਰ ਫੜ ਕੇ ਤਰ ਜਾਗੇ। ਉਹਨੂੰ ਵੀ ਪਸ਼ੂ ਬਣਾ ਦਿੰਦੇ। ਪੂੰਛ ਪਸ਼ੂ ਦੇ ਹੁੰਦੀ ਹੈ, ਬੰਦੇ ਤੇ ਥੋੜੀ ਹੁੰਦੀ ਹੈ। ਇਸ ਕਰਕੇ ਮਨਮੁਖ ਜਿਹੜੇ ਮਨਮੁਖ ਮੈਲੇ ਮਲ ਭਰੇ, ਉਹ ਵਿਸ਼ਿਆਂ ਰੂਪੀ ਮੈਲ ਅਸੁੱਧ ਹੋਣ ਕਰਕੇ ਉਹ ਪਾਪਾਂ ਦੀ ਮੈਲ ਦੇ ਵਿੱਚ ਭਰ ਗਏ ਹਨ। ਹਉਮੈ ਤ੍ਰਿਸ਼ਨਾ ਵਿਕਾਰ। ਉਹਨਾਂ ਦੇ ਅੰਦਰ ਤਨ ਦੀ ਹੰਗਤਾ, ਇੱਕ ਤਾਂ ਇਹ ਹੈ ਤ੍ਰਿਸ਼ਨਾ, ਰਸਾਂ ਕਸਾਂ ਪਦਾਰਥਾਂ ਦੀ ਭੁੱਖ, ਇਹ ਵਿਕਾਰ ਕਾਮ ਆਦਿਕਾਂ 'ਚ ਫਸੇ ਰਹਿੰਦੇ ਹਨ। ਬਿਨ ਸ਼ਬਦ ਮੈਲ ਨਾ ਉਤਰੈ। ਉਹਨਾਂ ਦੀ ਬਿਨਾਂ ਗੁਰੂ ਸ਼ਬਦ ਤੋਂ, ਉਪਦੇਸ਼ ਤੋਂ ਬਿਨਾਂ ਮੈਲ ਨਹੀਂ ਉਤਰਦੀ ਹੈ। ਮੈਲ ਉਤਰੂਗੀ ਗੁਰੂ ਦੇ ਉਪਦੇਸ਼ ਦੁਆਰਾ ਹੀ ਉਤਰੇਗੀ। ਮਰ ਜੰਮਹਿ ਹੋਏ ਖੁਆਰ। ਉਹ ਮਨਮੁਖ ਜੰਮਦੇ ਤੇ ਮਰਦੇ ਰਹਿਣਗੇ। ਖੁਆਰ ਨਾਮ ਦੁਖੀ ਹੋਣ ਦਾ ਹੈ। ਕਹਿੰਦਾ ਫਲਾਣੇ ਨੇ ਬੜਾ ਖੱਜਲ ਖੁਆਰ ਕੀਤਾ ਮੈਨੂੰ। ਖੁਆਰ ਖਰਾਬ ਹੋਣਗੇ, ਦੁਖੀ ਹੋਣਗੇ। ਧਾਤਰਬਾਜੀ ਪਲਚ ਰਹੇ। ਦੁਨੀਆ ਦੀ ਧਾਤਰਬਾਜੀ, ਧਾ ਜਾਣ ਵਾਲੀ ਬਾਜੀ ਹੈ ਇਹ।
ਧਾਤਰਬਾਜੀ ਦਾ ਅਰਥ ਹੀ ਹੈ ਧਾ ਜਾਣ ਵਾਲੀ ਬਾਜੀ ਹੈ। ਇਹ ਹੈ ਬਾਜੀਗਰ ਜੈਸੀ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਬਾਜੀਗਰ ਦਾ ਤਮਾਸ਼ਾ ਸੱਚਾ ਨਹੀਂ ਹੁੰਦਾ, ਇਹ ਵੀ ਰੱਬ ਦਾ ਤਮਾਸ਼ਾ ਹੈ। ਖੇਲ ਅਖੇਲ ਖੇਲਣ ਅੰਤ ਕੋ ਫਿਰ ਇਹ ਕਿ ਤਮਾਸ਼ੇ 'ਚ ਭੁੱਲੇ ਹੋਏ ਆ ਆਪਾਂ। ਇਹ ਧਾਤਰਬਾਜੀ ਬਣਾਈ ਹੋਈ ਆ ਵਾਹਿਗੁਰੂ ਨੇ, ਨਾ ਉਰਵਾਰ ਨਾ ਪਾਰ। ਇਹਦੇ ਵਿੱਚ ਪਲਚ ਰਹੇ ਆ, ਫਸ ਰਹੇ ਆ ਧਾਤਰਬਾਜੀ। ਤੇ ਸਾਰੇ ਜੀਵ ਇੰਦਰਜਾਲ ਦੀ ਨਿਆਈ ਫਸੇ ਹੋਏ ਆ, ਨਾ ਧਾਤਰਬਾਜੀ ਦੇ ਵਿੱਚ ਪਰਚ ਕੇ ਤੇ ਨਾ ਤਾਂ ਉਰਵਾਰ। ਇਹ ਜੀਵ ਨੂੰ ਉਰਵਾਰ ਉਰਲਾ ਪਾਸਾ ਸੰਸਾਰ ਹੀ ਰਹਿੰਦਾ, ਨਾ ਪਾਰ ਪਰਲਾ ਪਾਸਾ ਪਰਲੋਕ, ਉਹ ਵੀ ਸੁਖ ਨਹੀਂ ਪ੍ਰਾਪਤ ਹੋਵੇ। ਇਹ ਸੰਸਾਰ ਰੂਪੀ ਜਿਹੜੀ ਧਾਤਰਬਾਜੀ ਹੈ, ਇਹਦਾ ਪਤਾ ਨਹੀਂ ਲੱਗਦਾ ਹੈ। ਪਰਲਾ ਪਾਸਾ ਜਿਹੜਾ ਨਾ ਉਹ ਖਤਮ ਹੁੰਦਾ ਹੈ, ਨਾ ਜੀਵਾ ਦਾ ਉਰਵਾਰ ਇਹ ਪਾਸਾ ਖਤਮ ਹੁੰਦਾ ਹੈ। ਤੋ ਇਸ ਕਰਕੇ ਲੋਕ ਪ੍ਰਲੋਕ ਦੋਨੇ। ਤੇ ਇਤ ਕੇ ਨਾ ਉਤ ਕੇ ਕਹਿੰਦੇ ਵਿੱਚੇ ਖਾਂਦੇ ਕੁੱਤ ਕੇ। ਧੋਬੀ ਕਾ ਕੁੱਤਾ ਕਹਿੰਦੇ ਨਾ ਘਰ ਕਾ ਨਾ ਘਾਟ ਕਾ। ਸਾਡਾ ਉਹ ਹਾਲ ਹੋਣਾ ਵੀ ਨਾ ਅਸੀਂ ਘਰ ਦੇ ਨਾ ਘਾਟ ਦੇ। ਧਾਤਰਬਾਜੀ ਦੇ ਉੱਤੇ ਇੱਕ ਪ੍ਰਮਾਣ ਹੈ, ਤੇ ਉਹ ਵਾਲਮੀਕੀ ਰਾਮਾਇਣ ਦੇ ਵਿੱਚ ਲਿਖਿਆ। ਕਹਿੰਦੇ ਵਾਲਮੀਕ ਜੀ ਨੇ ਕਿ ਰਾਮਚੰਦਰ ਜੀ ਜਦੋਂ ਛੋਟੇ ਹੁੰਦੇ ਸੀ ਨਾ, ਨਿਆਣੇ ਕਹਿੰਦੇ ਇੱਕ ਦਿਨ ਰੋਣ ਲੱਗ ਗਏ। ਉਹ ਬਾਹਲਾ ਰੋਈ ਜਾਣ, ਚੁੱਪੇ ਨਾ ਕਰਨ। ਦਾਈਆਂ ਰੱਖੀਆਂ ਹੁੰਦੀਆਂ ਸੀ ਅੱਗੇ ਰਾਜਿਆਂ ਦੇ, ਦਸ਼ਰਥ ਨੇ ਵੀ ਰੱਖੀ ਹੋਈ ਸੀ। ਉਹ ਜਾ ਰੋਣ ਤੇ ਨਾ ਹਟਣ, ਦਾਈ ਕਹਿੰਦੀ ਰਾਮ ਤੂੰ ਰੋ ਨਾ, ਮੈਂ ਤੈਨੂੰ ਇੱਕ ਬਾਤ ਸੁਣਾਉਣੀ ਹੈ। ਇਹ ਧਾਤਰਬਾਜੀ ਹੈ ਇਹ। ਤੇ ਉਹ ਕਹਿੰਦੀ ਵੀ ਇੱਕ ਵਾਰੀ ਕੀ ਹੋਇਆ, ਕਹਿੰਦੀ ਸੂਰਜ ਨੂੰ ਲੱਗੀ ਪਿਆਸ। ਦੇਖੋ ਸੂਰਜ ਨੂੰ ਵੀ ਕਿਤੇ ਪਿਆਸ ਲੱਗਦੀ ਹੈ। ਇਹ ਇੱਕ ਕਹਾਣੀ ਨਿਆਣੇ। ਸੂਰਜ ਨੂੰ ਲੱਗੀ ਪਿਆਸ, ਕਹਿੰਦੀ ਝੂਰੀ ਦੇ ਘਰ ਚਲੇ ਗਿਆ, ਉਹ ਦਾਣੇ ਭੁੰਨਣ ਵਾਲੀ ਦੇ, ਪਠਿਆਰਨ ਦੇ। ਕਹਿੰਦੇ ਸੂਰਜ ਨੂੰ ਪਾਣੀ ਤਾਂ ਕੀ ਪਾਉਣਾ, ਕਹਿੰਦੇ ਕੁੱਜੇ 'ਚ ਬੰਦ ਕਰ ਲਿਆ। ਉਹ ਕੁੱਜੇ 'ਚ ਬੰਦ ਕਰਕੇ ਦਾਣੇ ਭੁੰਨਣ ਲੱਗ ਗਈ। ਕਹਿੰਦੇ ਹਨੇਰਾ ਪੈ ਗਿਆ, ਦੇਵਤੇ ਸਾਰੇ ਤਰਦੇ ਪੈਣ ਵੀ ਦਿਨ ਨਹੀਂ ਚੜ ਰਿਹਾ। ਉਹ ਝੂਰੀ ਨੂੰ ਕੋਲ ਆ ਕੇ ਕਹਿੰਦੇ ਵੀ ਤੂੰ ਇਹ ਸੂਰਜ ਨੂੰ ਬਾਹਰ ਕੱਢ ਦੇ, ਤੇ ਨਹੀਂ ਤਾਂ ਦਿਨ ਨਹੀਂ ਚੜ੍ਹਨਾ। ਕਹਿੰਦੇ ਸੂਰਜ ਬਾਹਰ ਕੱਢ। ਉਹ ਰਾਮ ਜੀ ਨਾ ਉਹਦੇ ਗੱਲ ਝੂਠੀ ਮਿਥਿਆ ਕਹਾਣੀ ਦੇ ਮਗਰ ਰੋਣ ਤੋਂ ਹਟ ਗਏ ਸੀ। ਇਹ ਲਿਖਿਆ ਹੈ। ਇਹ ਦ੍ਰਿਸ਼ਟਾਂਤ ਨੂੰ ਇਹਦੇ ਵਿੱਚ ਕੀ ਆਪਾਂ ਨੂੰ ਕੀ ਲਾਭ ਭਰਿਆ ਵੀ ਆਪਾਂ ਕਾਹਦੇ ਲਈ ਕਿਹਾ ਇਹ? ਆਪਾਂ ਇਸ ਕਰਕੇ ਕਿਹਾ ਵੀ ਇਹਦਾ ਦ੍ਰਿਸ਼ਟਾਂਤ ਬੜਾ ਸੋਹਣਾ ਹੈ। ਮਹਾਂਪੁਰਖਾਂ ਨੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ ਵਿਦਿਆ ਮਾਰਤੰਡ, ਉਹਨਾਂ ਨੇ ਫਿਰ ਇਹਦਾ ਅੰਤਰੀਵ ਭਾਵ ਕੱਢਿਆ। ਉਹ ਕਹਿੰਦੇ ਇਸੇ ਪ੍ਰਕਾਰ ਜਿਹੜੀ ਮਾਈ ਹੈ, ਮਾਇਆ, ਇਹ ਦਾਈ ਹੈ, ਰੱਬ ਦੀ ਰੱਖੀ ਹੋਈ ਹੈ ਨਿਆਣਿਆਂ ਨੂੰ ਖਿਡਾਉਣ ਵਾਸਤੇ। ਉਹ ਬ੍ਰਹਮ ਰੂਪੀ ਸੂਰਜ ਨੂੰ ਮਾਇਆ ਰੂਪੀ ਝੂਰੀ ਨੇ ਕਹਿੰਦੇ ਮੋਹ ਰੂਪੀ ਕੁੱਜੇ 'ਚ ਪਾਇਆ ਹੋਇਆ ਹੈ। ਮੋਹ ਦੇ ਕੁੱਜੇ ਦੇ ਵਿੱਚ ਛਪਾ ਕੇ ਰੱਖਿਆ। ਸਾਰੇ ਪਾਸੇ ਅਗਿਆਨਤਾ ਦਾ ਅੰਧਕਾਰ ਛਾਇਆ ਹੋਇਆ ਹੈ। ਜੀਵ ਰੋ ਰਹੇ ਨੇ। ਜਿੰਨਾ ਚਿਰ ਮੋਹ ਰੂਪੀ ਕੁੱਜੇ 'ਚੋਂ ਬ੍ਰਹਮ ਰੂਪੀ ਸੂਰਜ ਨੂੰ ਬਾਹਰ ਨਹੀਂ ਨਿਕਲਦਾ ਹਿਰਦੇ 'ਚੋਂ, ਉਨੀ ਦੇਰ ਤੱਕ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ। ਦੇਵਤਿਆਂ ਦੀ ਨਿਆਏ ਜੀਵ ਦੁਖੀ ਰਹਿਣਗੇ। ਇਹ ਮਾਇਆ ਦੀ ਧਾਤਰਬਾਜੀ ਹੈ, ਧਾ ਜਾਣ ਵਾਲੀ ਹੈ, ਸੰਸਾਰ ਰੂਪੀ ਬਾਜੀ ਪਾਈ ਹੋਈ ਹੈ। ਇਸ ਕਰਕੇ ਇਹ ਦ੍ਰਿਸ਼ਟਾਂਤ ਦਿੱਤਾ ਵੀ ਧਾਤਰਬਾਜੀ ਹੈ, ਇਹਦੇ ਵਿੱਚ ਇਹ ਪਲਚ ਰਹੇ ਨੇ, ਸੰਸਾਰ ਤਬਾਹ ਹੋ ਰਿਹਾ ਹੈ। ਗੁਰਮੁਖ ਜਪ ਤਪ ਸੰਜਮੀ। ਜਿਹੜੇ ਗੁਰਮੁਖ ਨੇ, ਗੁਰਮੁਖਾਂ ਦਾ ਕੀਤਾ ਹੋਇਆ ਜਪ, ਜੋ ਜਾਪ ਕਰਦੇ ਆ ਵਾਹਿਗੁਰੂ ਦਾ। ਤਪ ਕਿਹੜਾ? ਤਪ ਨਾਮ ਚਿੱਤ ਕੀ ਇਕਾਗਰਤਾ ਕੋ ਜਾਣੀਏ। ਗੁਰ ਸੇਵਾ ਤਪਾਂ ਸਿਰ ਤਾਪ ਕਰਦੇ। ਸੰਜਮੀ, ਇੰਦਰੀਆਂ ਨੂੰ ਵਿਸ਼ਿਆਂ ਵੱਲ ਨਹੀਂ ਜਾਣ ਦਿੰਦੇ। ਇਸ ਕਰਕੇ ਫਿਰ ਉਹ ਸੰਜਮ, ਇਹ ਸਫਲ ਹੈ ਉਹਨਾਂ ਦਾ, ਇਹਦੇ ਵਿੱਚ ਰਹਿੰਦੇ ਹਨ। ਹਰਿ ਕੈ ਨਾਮ ਪਿਆਰ। ਕਿਉਂਕਿ ਹਰੀ ਪ੍ਰਭੂ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਸਨੇਹ ਕਰਦੇ ਆ। ਗੁਰਮੁਖਾਂ ਦਾ ਜਾਪ ਤਪ ਸੇਵਾ ਸੰਜਮੀ ਇੰਦਰੀਆਂ ਦਾ ਰੋਕਣਾ, ਇਹ ਸਭ ਕੁਝ ਪਰਮੇਸ਼ਰ ਦੇ ਨਾਲ ਪਿਆਰ ਕਰਦੇ ਨੇ, ਤਾਂ ਇਸ ਕਰਕੇ ਉਹਨਾਂ ਦਾ ਸਫਲ ਹੈ। ਇਹੋ ਹੀ ਹੈ ਉਹਨਾਂ ਦਾ ਜਪ ਤਪ ਜਿਹੜਾ ਵਾਹਿਗੁਰੂ ਨਾਲ ਪ੍ਰੇਮ ਕਰਦੇ ਨੇ। ਗੁਰਮੁਖ ਸਦਾ ਧਿਆਈਐ। ਇਸ ਕਰਕੇ ਭਾਈ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਸਦਾ ਹਮੇਸ਼ਾ ਉਹਨੂੰ ਵਾਹਿਗੁਰੂ ਨੂੰ ਧਿਆਉਣਾ ਕਰੀਏ। ਏਕ ਨਾਮ ਕਰਤਾਰ। ਜੋ ਇੱਕ ਕਰਤਾਰ, ਕਰ ਨਾਮ ਹੱਥਾਂ ਦਾ, ਤਾਰ ਨਾਮ ਡੋਰ ਦਾ। ਜਿਹਦੇ ਹੱਥਾਂ ਵਿੱਚ ਜੀਵਨ ਦੀ ਪ੍ਰਾਣਾਂ ਦੀ ਡੋਰ ਹੈ, ਜਿਹਦੇ ਹੱਥਾਂ ਵਿੱਚ ਪਰਮੇਸ਼ਰ ਵਾਹਿਗੁਰੂ ਨੇ ਰੋਜੀ ਦੀ ਡੋਰ ਰੱਖੀ ਹੋਈ ਹੈ, ਉਹ ਇੱਕ ਅਖੰਡ ਸਰੂਪ ਵਾਹਿਗੁਰੂ, ਉਹਨੂੰ ਧਿਆਈਏ, ਧਿਆਉਣਾ ਕਰੀਏ। ਨਾਨਕ ਨਾਮ ਧਿਆਈਐ। ਨਾਮ ਨੂੰ ਧਿਆਉਣਾ ਕਰੀਏ ਹਮੇਸ਼ਾ ਹੀ। ਗੁਰੂ ਸਾਹਿਬ ਜੀ ਕਹਿੰਦੇ ਐ ਸਭਨਾ ਜੀਆ ਕਾ ਆਧਾਰ। ਉਹ ਸਾਰੇ ਜੀਵਾਂ ਦਾ ਆਧਾਰ, ਜੰਮਣ ਮਰਨ ਤੋਂ ਆਧਾਰ ਕਰਨ ਵਾਲਾ ਆਧਾਰ ਆਸਰੇ ਦਾ ਨਾਮ ਵੀ ਹੁੰਦਾ ਹੈ। ਆਸਰੇ ਹੈ ਸਾਰਿਆਂ ਦੇ ਹਿਰਦੇ 'ਚ ਬ੍ਰਹਮ ਰੂਪੀ ਉਹ ਚੇਤਨ ਸੱਤਾ ਦਾ ਹੀ ਆਸਰਾ ਹੈ। ਉਹ ਤੋਂ ਬਿਨਾਂ ਨਹੀਂ ਆਪਾਂ ਚੱਲ ਸਕਦੇ। ਸ੍ਰੀ ਰਾਗ ਮਹੱਲਾ ਤੀਜਾ। ਸ੍ਰੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਨੇ ਸ਼ਬਦ ਉਸ ਵੇਲੇ ਉਚਾਰਨ ਕੀਤਾ ਹੈ, ਗੋਇੰਦਵਾਲ ਸਾਹਿਬ। ਦੂਰ ਦੁਰਾੜੀਆਂ ਸੰਗਤਾਂ ਆਈਆਂ, ਦਰਸ਼ਨ ਕੀਤੇ, ਉਪਦੇਸ਼ ਸੁਣ ਕੇ ਨਿਹਾਲ ਹੋਈਆਂ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਗੁਰਮੁਖ ਤੇ ਵਿਰਾਗੀਆਂ ਦੀ ਉਪਰਾਮਤਾ ਤੇ ਮਨਮੁਖਾਂ ਦੀ ਅਦਮਤਾਈ, ਇਹਦਾ ਗਿਆਨ ਬਖਸ਼ੋ। ਤਾਂ ਸਤਿਗੁਰੂ ਮਹਾਰਾਜ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ।
ਮਨਮੁਖਾਂ ਤੇ ਗੁਰਮੁਖਾਂ ਦੀ ਅਵਸਥਾ ਦਾ ਵਰਣਨ ਹੋਊਗਾ ਇਹਦੇ ਵਿੱਚ। ਮਨਮੁਖ ਮੋਹਿ ਵਿਆਪਿਆ, ਕਹਿੰਦੇ ਭਾਈ ਜਿਹੜੇ ਮਨਮੁਖ ਨੇ ਤੇ ਜਿਹਨਾਂ ਮਨ ਨੂੰ ਮੁਖੀ ਰੱਖਿਆ ਹੋਇਆ ਹੈ, ਮਨ ਨੂੰ ਮੂਹਰੇ ਕਹਿ ਕਰਿਆ ਹੋਇਆ ਹੈ, ਉਹ ਪੁਰਖ ਸਦਾ ਹੀ ਪਦਾਰਥਾਂ ਦੇ ਮੋਹੇ ਕੀਏ ਮੋਹ ਦੇ ਵਿੱਚ ਵਿਆਪਿਆ ਲੱਗੇ ਰਹਿੰਦੇ ਨੇ ਹਰ ਵੇਲੇ, ਜਿਸ ਕਰਕੇ ਵੈਰਾਗ ਉਦਾਸੀ ਨਾ ਹੋਏ, ਜਿਸ ਕਰਕੇ ਉਹਨਾਂ ਨੂੰ ਵੈਰਾਗ ਵਿਰਾਗਵਾਨ ਵਾਲੀ ਉਦਾਸੀ ਉਦਾਸੀਨ ਉਪਰਾਮਤਾ ਵਾਲੀ ਅਵਸਥਾ ਪ੍ਰਾਪਤ ਨਹੀਂ ਹੁੰਦੀ ਹੈ। ਤੇ ਉਹ ਮਨਮੁਖ ਜੇਕਰ ਉਦਾਸੀਆਂ ਦਾ ਅਤੀਤ ਵਾਲਾ ਭੇਖ ਲਿਬਾਸ ਵੀ ਲੈ ਲੈਣ, ਭਗਵੇਂ ਕੱਪੜੇ ਵੀ ਪਾ ਲੈਣ, ਚਿੱਪੀ ਹੱਥ 'ਚ ਰੱਖ ਲੈਣ, ਖੜਾਮਾ ਵੀ ਪਾ ਲੈਣ, ਮਾਲਾ ਵੀ ਪਾ ਲੈਣ ਰਾਖ ਦੀ, ਤੇ ਵਿਰਾਗ ਤਾਂ ਨਹੀਂ ਪੈਦਾ ਹੋ ਜਾਊਗਾ ਇਹਦੇ ਨਾਲ, ਪਦਾਰਥਾਂ ਦਾ ਮੋਹ ਲੱਗਿਆ ਰਹੂਗਾ ਸਮਾਂ। ਇਹ ਤਾਂ ਬਾਹਰ ਤੋਂ ਦਿਖਾਵਾ ਹੈ। ਸ਼ਬਦ ਨਾ ਚੀਨੈ ਸਦਾ ਦੁੱਖ, ਉਹ ਮਨਮੁਖ ਸ਼ਬਦ ਉਪਦੇਸ਼ ਨੂੰ, ਗੁਰੂ ਦੇ ਉਪਦੇਸ਼ ਨੂੰ ਨਹੀਂ ਜਾਣਿਆ ਇੱਕ ਤਾਂ, ਤੇ ਜਾਂ ਬ੍ਰਹਮ ਸਰੂਪ ਨੂੰ, ਸ਼ਬਦ ਬ੍ਰਹਮ ਨੂੰ ਵੀ ਕਹਿੰਦੇ ਆ, ਜਾਣਿਆ ਨਹੀਂ ਉਹਨਾਂ ਨੇ, ਜਿਸ ਕਰਕੇ ਉਹ ਸਦਾ ਹੀ ਦੁਖੀ ਰਹਿੰਦੇ ਆ। ਕਾਹਦੇ 'ਚ ਦੁੱਖ ਪ੍ਰਾਪਤ ਹੁੰਦਾ? ਜੰਮਣ ਮਰਨ ਦਾ ਦੁੱਖ ਰਹਿੰਦਾ ਉਹਨਾਂ ਨੂੰ। ਤੇ ਇੱਥੇ ਤਾਂ ਜੰਮਣ ਮਰਨ ਦਾ ਦੁੱਖ ਰਿਹਾ ਉਹਨਾਂ ਨੂੰ, ਜਿੰਨਾ ਚ ਜੀਵਨ ਰਿਹਾ ਦੁਖੀਆ ਚੱਲਿਆ ਰੋਏ, ਜਾਂਦਾ ਹੀ ਧਾਹਾਂ ਮਾਰਦਾ ਹੀ ਜਾਂਦਾ ਇੱਥੋਂ। ਹਰ ਦਰਗਾਹ ਪਤ ਖੋਏ, ਹਰੀ ਪਰਮੇਸ਼ਰ ਦੀ ਦਰਗਾਹ ਦਰਬਾਰ ਵਿੱਚ, ਸੱਚਖੰਡ ਵਿੱਚ ਆਪਣੀ ਪਤ ਖੋ ਕੇ ਜਾਣਗੇ, ਆਪਣੀ ਇੱਜ਼ਤ ਗਵਾ ਲੈਣਗੇ। ਦਰਗਾਹ ਦੇ ਕਾਮ ਆਦਿਕ ਵਿਕਾਰ ਦਾ ਸ਼ਿਕਾਰ ਹੋਏ, ਉਹ ਫਿਰ ਇੱਜ਼ਤ ਖੋਏ ਖਰਾਬ ਕਰ ਲੈਂਦੇ ਹਨ। ਹਉਮੈ ਗੁਰਮੁਖ ਖੋਈਐ, ਤੇ ਜਿਹਨਾਂ ਗੁਰਮੁਖਾਂ ਨੇ ਹੰਗਤਾ ਨਾਸ ਕਰ ਦਿੱਤੀ ਹੈ, ਨਾਮ ਰਤੇ ਸੁਖ ਹੋਏ, ਉਹਨਾਂ ਨੂੰ ਭਾਈ ਨਾਮ ਦੇ ਚ ਰੰਗੇ ਗਏ ਉਹਨਾਂ ਦੇ ਮਨ, ਤੇ ਉਹਨਾਂ ਨੂੰ ਇੱਥੇ ਵੀ ਸੁਖ ਹੈ, ਆਨੰਦ ਚ ਰਹਿੰਦੇ ਨੇ, ਪਰ ਲੋਕ ਦੇ ਵੀ ਸੁਖ ਪ੍ਰਾਪਤ ਹੋਏਗਾ। ਮੇਰੇ ਮਨ ਅਹਨਸ ਪੂਰ ਰਹੀ ਨਿਤ ਆਸਾ, ਇਹ ਮੇਰੇ ਮਨ, ਤੇ ਇਹ ਮਨਮੁਖਾਂ ਦੇ ਹਿਰਦੇ ਵੀ ਤਾਂ ਅਹਨਸ ਦਿਨ ਰਾਤ ਨਿਤਾਂ ਪ੍ਰਤੀ ਪਦਾਰਥਾਂ ਦੀ ਆਸਾ ਪਰਿਪੂਰਨ ਹੋ ਰਹੀ ਹੈ, ਭਰੇ ਹੋਏ ਨੇ। ਹੇ ਮੇਰੇ ਮਨ, ਤੂੰ ਬਚ ਉਹਨਾਂ ਤੋਂ, ਮਨਮੁਖਾਂ ਦੀ ਸੰਗਤ ਨਾ ਕਰੀ। ਤੇ ਇਹ ਮਨ ਨੂੰ ਵੀ ਵਿਖਾਤ ਕੀਤਾ ਹੈ। ਸਤਿਗੁਰ ਸੇਵ ਮੋਹ ਪਰਜਲੈ, ਇਹਨੂੰ ਭਾਈ ਜਿਵੇਂ ਪਾਠ ਸੁਣਿਆ ਪਰਤ ਕਹਿ ਕੇ ਫੇਰ ਜਲਾ ਕਹਿਣਾ, ਉਹ ਪਾਠ ਇਕੱਠਾ ਹੀ ਹੈ। ਇਹ ਜਿਹੜੀ ਬੋਲਣ ਦੇ ਵਿੱਚ ਪਰਜਲ ਹੈ, ਜੇ ਕਹਿੰਦਾ ਪਰਜਲ ਹੈ, ਪਰ ਜੇ ਜੱਜਾ ਇੱਧਰ ਲੱਗ ਗਿਆ ਪਾਠ, ਫਿਰ ਉਹ ਅਰਥ ਦਾ ਅਨਰਥ ਹੋਊਗਾ। ਫਿਰ ਇਸ ਕਰਕੇ ਪਰਜਲ ਹੈ ਪਾਠ ਕਰਨਾ। ਗੁਰਮੁਖ ਸਤਿਗੁਰਾਂ ਦੀ ਸੇਵਾ ਕਰਕੇ ਮੋਹ ਨੂੰ, ਪਰ ਨਾਮ ਵਿਸ਼ੇਸ਼ ਦਾ ਹੁੰਦਾ ਹੈ, ਪਰ ਵਿਸ਼ੇਸ਼ ਕਰਕੇ ਜਲੇ ਸਾੜ ਦਿੰਦੇ ਆ ਮੋਹ ਨੂੰ, ਤੇ ਇਸ ਕਰਕੇ ਫਿਰ ਉਹ ਮੋਹ ਨੂੰ ਸਾੜਨ ਕਰਕੇ ਕੜਹੀ ਮਾਹੇ ਉਦਾਸਾ, ਘਰ ਤੋਂ ਭਾਵ ਗ੍ਰਸਤ ਵਿੱਚ, ਮਾਹੇ ਵਿੱਚ ਰਹਿੰਦੇ ਗ੍ਰਸਤ ਦੇ। ਕਬੀਰ ਸਾਹਿਬ, ਨਾਮਦੇਵ ਸਾਰੇ ਗ੍ਰਸਤ 'ਚ ਰਹੇ, ਗੁਰੂ ਸਾਹਿਬ ਸਾਡੇ ਗ੍ਰਸਤ ਦੇ ਵਿੱਚ ਰਹੇ, ਤੇ ਉਹ ਗ੍ਰਸਤ ਵਿੱਚ ਰਹਿੰਦੇ ਹੋਏ ਤੇ ਆਪਣੀ ਦੇਹ ਅਧਿਆਸ ਤੋਂ ਉਦਾਸਾ ਕੀ ਉਪਰਾਮ ਰਹਿੰਦੇ ਆ। ਘਰ ਨਾਮ ਅੰਤਸ਼ਕਰਨ ਦਾ ਵੀ ਹੈ, ਅੰਤਸ਼ਕਰਨ ਰੂਪੀ ਕਰਦੇ ਉਦਾਸ ਉਪਰਾਮ ਰਹਿੰਦੇ ਆ ਵੀ ਸੰਸਾਰ ਨਾਸਵਾਨ ਹੈ। ਦੁਨਿਆਵੀ ਲੋਕ ਤਾਂ ਉਦੋਂ ਹੀ ਉਪਰਾਮ ਹੁੰਦੇ ਨੇ ਜਿੱਦਾਂ ਕੋਈ ਕਿਸੇ ਦੀ ਅਰਥੀ ਨਾਲ ਜਾਂਦੇ ਆ, ਉਹ ਵੀ ਕੋਈ ਬਹੁਤਾ ਨੇੜੇ ਦਾ ਹੋਵੇ, ਨਹੀਂ ਤਾਂ ਹੱਸ-ਹੱਸ ਕੇ ਗੱਲਾਂ ਕਰਦੇ ਆ ਜੇ ਬਗਾਨਾ ਹੋਵੇ। ਤੇ ਇਸ ਕਰਕੇ ਪੁਰਾਣੇ ਸਮੇਂ ਦੇ ਅੰਦਰ ਪਿੰਡ ਵਿੱਚ ਇੱਕ ਮੌਤ ਹੋ ਜਾਂਦੀ ਸੀ, ਪਿੰਡ 'ਚ ਰੋਟੀ ਨਹੀਂ ਸੀ ਪੱਕਦੀ। ਕਹਿੰਦੇ ਉਹ ਕਹਿੰਦੇ ਵੀ ਫਲਾਣਾ ਤਾਂ ਜਵਾਨ ਉਮਰ 'ਚ ਮਰ ਗਿਆ, ਰੋਟੀ ਨਹੀਂ ਸੀ ਪੱਕਦੀ ਸਾਰੇ ਪਿੰਡ। ਫਿਰ ਹੌਲੀ ਹੌਲੀ ਫਰਕ ਪੈ ਗਿਆ, ਲੋਕਾਂ ਦੇ ਘਰ ਰੋਟੀ ਪੱਕਦੀ, ਪਰ ਜਿਹਦਾ ਮਰਦਾ ਉਹਦੇ ਘਰ ਰੋਟੀ ਨਾ ਪੱਕਦੀ, ਗੁਆਂਢੀ ਪਕਾਇਆ ਕਰਦੇ ਆ ਕੇ। ਹੁਣ ਤਾਂ ਭਾਈ ਜ਼ਮਾਨਾ ਬਦਲ ਗਿਆ, ਹੁਣ ਤਾਂ ਜਿਹਦਾ ਮਰਦਾ ਰੋਟੀਆਂ ਵੀ ਉਹਨੂੰ ਖਿਲਾਉਣੀਆਂ ਪੈਂਦੀਆਂ ਨੇ ਜਿਹੜੇ ਆਉਂਦੇ ਆ। ਉਹ ਗਿਆ ਆ, ਸਮਾਜ ਜਿਹੜਾ ਨਿਗਰ ਗਿਆ ਹੈ। ਤੇ ਇਸ ਕਰਕੇ ਜਿਹੜੇ ਭਾਈ ਉਪਰਾਮ ਰਹਿੰਦੇ ਨੇ, ਸੰਸਾਰ ਤੋਂ ਜਾਣਾ ਹੀ ਹੈ, ਤੇ ਉਹ ਮਨ ਦੇ ਵਿੱਚ ਅਪਰਾਮਤਾ ਆ ਗਈ, ਅੰਤਸ਼ਕਰਨ ਰੂਪੀ ਕਰਦੇ ਵਿੱਚੇ ਗ੍ਰਸਤ ਉਦਾਸ ਰਹਾਈ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਇਹ ਗੁਰਮਤਿ ਦੇ ਵਿੱਚ ਮਹਾਰਾਜ ਨੇ ਇਹ ਦਸਮ ਦੀ ਬਾਣੀ 'ਚ ਸਤਿਗੁਰੂ ਮਹਾਰਾਜ ਸਾਹਿਬ ਨੇ ਅਸੀਂ ਕਿਰਪਾ ਕੀਤੀ ਹੈ। ਦਸਮ ਦੀ ਬਾਣੀ ਇੰਨਾ ਥਾਂ ਥਾਂ ਗੁਰਸਿੱਖਾਂ ਨੂੰ ਸਾਧ ਸੰਗਤ ਜੀ ਦਰਸ਼ਨ ਮਾਰਗ ਦਿੰਦੀ ਹੈ। ਉਹ ਗਿਆਨੀ ਦਾ ਗਿਆਨ ਅਧੂਰਾ ਮਹਾਂਪੁਰਖ ਕਹਿੰਦੇ ਸੀ, ਜਿਹਨੇ ਦਸਵੇਂ ਨਹੀਂ ਪੜਿਆ ਕਹਿੰਦੇ ਉਹਦਾ ਗਿਆਨ ਵੀ ਅਧੂਰਾ ਹੀ ਰਹੂਗਾ। ਇਹ ਅਧੂਰੇ ਗਿਆਨੀਆਂ ਦੇ ਰੌਲਾ ਪਾਇਆ ਹੋਇਆ ਜਿਆਦੇ। ਇਹ ਗੁਰੂ ਕਿਰਪਾ ਕਰੇ। ਗੁਰ ਉਪਦੇਸ਼ ਗੁਰ ਸਿੱਖ ਗ੍ਰਹਿ ਮੈਂ ਬੈਰਾਗੀ, ਗ੍ਰਹਿ ਤਜ ਮਨਖੰਡ ਹੋਤ ਨਾ ਉਧਾਰ ਜੀ ਭਾਈ ਗੁਰਦਾਸ ਵੀ ਕਹਿੰਦੇ ਨੇ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਜੀ, ਗੁਰਮੁਖ ਕਰਮ ਕਮਾਵੇ ਵਿਕਸੈ, ਗੁਰਮੁਖ ਜਨ ਨਿਸ਼ਕਾਮ ਕਰਮ ਕਮਾਉਂਦੇ ਹੈ ਤੇ ਅੰਦਰੋਂ ਖਿੜੇ ਰਹਿੰਦੇ ਹਨ। ਹਰ ਵੈਰਾਗ ਆਨੰਦ, ਕਿਉਂਕਿ ਕਾਹੂ ਫਲ ਕੀ ਇੱਛਾ ਨਹੀਂ ਬਚੈ, ਕੇਵਲ ਭਗਤ ਕੀਰਤਨ ਸੰਗ ਰਚੈ। ਗੁਰਮੁਖ ਕਰਮ ਕਰਦੇ ਹੋਏ ਵੀ ਫਲ ਦੀ ਇੱਛਾ ਨਹੀਂ ਰੱਖਦੇ। ਇਸ ਕਰਕੇ ਉਹ ਵਰਤੀ ਹੋ ਕੇ ਕਾਮਨਾਵਾਂ ਨੂੰ ਵਰਤ ਰਹੇ, ਪਰ ਉਹ ਤੋਂ ਉੱਪਰ ਉੱਠ ਕੇ ਵਰਤਦੇ ਹੈ।
ਵਰਤੀ ਵਰਤ ਰਹੇ ਨੇ ਕਾਮ, ਉਹ ਗੁਰਮੁਖ ਅੰਤःਕਰਨ ਸੁਧ ਹੋ ਜਾਂਦਾ ਹੈ। ਹਰ ਵੈਰਾਗ ਹਰੀ ਪਰਮੇਸ਼ਰ ਵਾਹਿਗੁਰੂ ਦਾ ਆਨੰਦ ਪ੍ਰਾਪਤ ਹੋ ਰਿਹਾ, ਵਿਰਾਗ ਹੈ ਉਹਨਾਂ ਨੂੰ। ਇਸ ਕਰਕੇ ਉਹਨਾਂ ਦੇ ਅੰਤਸਕਰਨ ਸ਼ੁੱਧ ਹੋ ਜਾਣਾ, ਕਰਨਾ ਮੈਤਰੀ ਮੋਤਾ ਉਪੇਖਾ ਆਦਿ ਇਹ ਗੁਣ ਉਹਨਾਂ ਦੇ ਵਿਕਸਿਆ, ਇਹਨਾਂ ਕਰਕੇ ਖਿੜੇ ਰਹਿੰਦੇ ਨੇ, ਜਿਵੇਂ ਕਮਲ ਖਿੜਿਆ ਰਹਿੰਦਾ। ਉਹਨਾਂ ਦਾ ਹਰ ਪਰਮੇਸ਼ਰ ਵਾਹਿਗੁਰੂ ਦੇ ਮਿਲਣ ਨੂੰ ਮਨ ਵੈਰਾਗ ਵਿੱਚ ਰਹਿੰਦਾ। ਮਨ ਵੈਰਾਗ ਭਇਆ ਤੇ ਉਹਦੇ ਮਨ ਦੇ ਵਿੱਚ ਵੈਰਾਗ ਹੈ, ਮਿਲਾਪ ਦਾ ਵੀ ਆਨੰਦ ਪ੍ਰਾਪਤ ਹੋਵੇ, ਆਨੰਦ ਪ੍ਰਾਪਤ ਹੁੰਦਾ। ਫਿਰ ਉਹਨਾਂ ਨੂੰ ਹਰੀ ਪਰਮੇਸ਼ਰ ਦੇ ਵੈਰਾਗ ਨੂੰ ਪਾ ਕੇ ਆਨੰਦ ਸਰੂਪ ਜਿਹੜਾ ਵਾਹਿਗੁਰੂ ਦੀ ਸਿਖਿਆਤਾ ਕਰ ਲੈਂਦੇ ਨੇ। ਮੇਰਾ ਮਨ ਤਨ ਬਹੁਤ ਵੈਰਾਗਿਆ, ਹਰ ਨੈਣ ਰਸ ਭਿੰਨੇ। ਸਦੀ ਵਾਰਚਿਕ ਪੜ੍ਹਦੇ ਆ ਰੋਜ਼ੇ। ਅਹਨਿਸ ਭਗਤ ਕਰੇ ਦਿਨ ਰਾਤੀ, ਤੇ ਇਹਦੇ ਚ ਅਹਨਿਸ ਤੇ ਦਿਨ ਰਾਤੀ ਬਹੁਤ ਸਾਰੇ ਗਿਆਨੀ ਪੁਰਖ ਸੰਪਰਦਾ ਦੇ ਵੀ ਜਿੱਥੇ ਦੋ ਪਾਠ ਇਕੱਠੇ ਹੋ ਜਾਣ ਉੱਥੇ ਅਹਨਿਸ ਨੂੰ ਇੱਕ ਰਸ ਕਰ ਲੈਂਦੇ, ਦਿਨ ਰਾਤ ਨੂੰ ਅਲੱਗ। ਪਰ ਇਹਦਾ ਸਾਥ ਜੀ ਸੰਪਰਦਾ ਦੇ ਅੰਦਰ, ਸੰਪਰਦਾ ਦਮਦਮੀ ਟਕਸਾਲ ਦੇ ਵਿੱਚ ਇਹੀ ਮੰਨਿਆ ਕਿ ਅਹਨਿਸ ਦਿਨ ਰਾਤ ਇਹ ਇੱਕ ਰਸ ਵੀ ਕਰ ਲਿਆ। ਉਹ ਦਿਨ ਰਾਤ ਇੱਕ ਰਸ ਪ੍ਰਭੂ ਦੀ ਭਗਤੀ ਕਰਦੇ ਨੇ। ਇਹ ਅਹਨਿਸ ਦਿਨ ਤੇ ਰਾਤ ਤੇ ਲੱਗ ਗਿਆ ਤੇ ਇੱਕ ਰਸ ਭਗਤੀ ਕਰਦੇ ਆ। ਅੱਗੇ ਰਾਤੀ ਤੇ ਦਿਨ ਪਿਆ। ਆ ਜਿਹੜਾ ਅਗਿਆਨ ਰੂਪੀ ਰਾਤ ਸੀ ਸਾਨੂੰ ਪਈ ਹੋਈ, ਅਵਿਦਿਆ ਦੀ ਰਾਤ ਸੀ ਪਈ ਹੋਈ, ਉਹਦੇ ਚ ਫਿਰ ਗਿਆਨ ਰੂਪੀ ਦਿਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਐ ਇਹਦਾ ਅਰਥ ਕੀਤਾ ਜਾਂਦਾ ਹੈ। ਤੇ ਇਸ ਕਰਕੇ ਉਹ ਦਿਨ ਰਾਤ ਜੀਵਨ ਮੁਕਤੀ ਦਾ ਆਨੰਦ ਮਾਣਦੇ ਨੇ। ਰਾਤ ਦਿਨ ਪਰਮੇਸ਼ਰ ਦੇ ਮਿਲਣ ਦੇ ਲਈ ਉਹ ਫਿਰ ਜਾਣ ਦੇ ਲਈ ਭਗਤੀ ਕਰਦੇ ਰਹਿੰਦੇ ਨੇ। ਹਉਮੈ ਮਾਰ ਨਿਚੰਦ, ਇਹ ਭਾਈ ਪਾਠ ਦੀ ਕੁੰਡੀ ਆ, ਧਿਆਨ ਰੱਖਿਓ ਉਹਦਾ। ਇਹ ਨਿਚੰਦ ਪਾਠ ਕਰਨਾ ਹੈ। ਨਿਚੰਦ ਤੁਹਾਡੇ ਕਈ ਪੋਥੀਆਂ ਦੇ ਚੱਚੇ ਨੂੰ ਸਿਹਾਰੀ ਲੱਗੀ ਹੋਊਗੀ ਕਈਆਂ ਦੇ, ਤੇ ਪੁਰਾਣੇ ਸਰੂਪਾਂ ਦੇ ਭੇਦ ਨੇ। ਦੂਸਰੀ ਬਾਤ ਇਹ ਹੈ ਬਈ ਇਹ ਪਾਠਾਂ ਦੇ ਭੇਦ ਤਾਂ ਮਹਾਰਾਜ ਜੀ ਕਿਰਪਾ ਕਰੇ, ਜੇ ਕਿਤੇ ਸਾਰਾ ਪੰਥ ਇਕੱਠਾ ਹੋ ਕੇ ਸੰਪਰਦਾਇ ਤਾਂ ਕੋਈ ਹੱਲ ਕਰ ਲੈਣ, ਨਹੀਂ ਤਾਂ ਕਰਤਾਰਪੁਰ ਸਾਹਿਬ ਵਾਲੇ ਸਰੂਪ ਦੇ ਤੇ ਦਮਦਮਾ ਸਾਹਿਬ ਦੇ ਸਰੂਪ ਦੇ ਇਹਨਾਂ ਦੇ ਪਾਠਾਂ ਦਾ ਵੀ ਅੰਤਰਾ। ਕਰਤਾਰ ਸਾਹਿਬ ਵਾਲੇ ਸਰੂਪ ਦਾ ਉਤਾਰਾ ਕੀਤਾ ਭਾਈ ਬੰਨੋ ਨੇ, ਭਾਈ ਬੰਨੋ ਦੇ ਪਾਠਾਂ ਦਾ ਫਰਕ ਕਰਤਾਰਪੁਰ ਸਾਹਿਬ ਵਾਲੇ ਸਰੂਪ ਨਾਲ। ਬਾਬਾ ਦੀਪ ਸਿੰਘ ਨੇ ਸਰੂਪ ਲਿਖੇ, ਬਾਬਾ ਦੀਪ ਸਿੰਘ ਦੇ ਆਪਣੇ ਹੱਥਾਂ ਦੇ ਲਿਖਤੇ ਦੋਨਾਂ ਸਰੂਪਾਂ ਦੇ ਭੇਦ। ਇਸ ਕਰਕੇ ਇਹ ਤਾਂ ਪੰਥਕ ਮਸਲਾ ਹੈ, ਪਰ ਤੁਹਾਨੂੰ ਜਾਣਕਾਰੀ ਵਾਸਤੇ ਦੱਸਿਆ ਵੀ ਨਿਚੰਦ ਪਾਠ ਕਰਨਾ ਹੈ। ਇਹ ਇਹੀ ਸੁੱਧ ਹੈ, ਟਕਸਾਲ ਦੇ ਵਿੱਚ ਮੰਨਿਆ ਹੋਇਆ ਹੈ। ਤੋ ਇਸ ਕਰਕੇ ਉਹ ਫਿਰ ਜੀਵਨ ਮੁਕਤੀ ਦਾ ਆਨੰਦ ਮਾਣਦੇ ਰਹਿੰਦੇ ਹੈ। ਹਉਮੈ ਨੂੰ ਤਨ ਹੰਗਤਾ ਨੂੰ ਮਾਰਦਾ, ਨਿਚੰਦ ਨਿਸ਼ਚਿੰਤ ਹੋ ਗਏ। ਉਹ ਫਿਰ ਕਿਸੇ ਪ੍ਰਕਾਰ ਦੀ ਚਿੰਤਾ ਫਿਕਰ ਨਹੀਂ ਕਰਦੇ। ਵੱਡਾ ਭਾਗ ਸਤ ਸੰਗਤ ਪਾਈ, ਜਿਨ੍ਹਾਂ ਦੇ ਭਾਈ ਵੱਡੇ ਭਾਗ ਨੇ ਉਹਨਾਂ ਨੇ ਸਤਿਗੁਰਾਂ ਦੀ ਸਤ ਸੰਗਤ ਪਾਈ, ਸਤ ਸੰਗਤ ਪ੍ਰਾਪਤ ਕਰ ਲਈ ਹੈ। ਸਤ ਸੰਗਤ ਦੀ ਪ੍ਰਾਪਤੀ ਹੋ ਗਈ ਉਹਨਾਂ ਨੂੰ। ਹਰ ਪਾਇਆ ਸਹਿਜ ਆਨੰਦ, ਸਤਿਗੁਰਾਂ ਦੀ ਸੰਗਤ ਕਰਕੇ ਸਹਿਜ ਹੀ ਉਹਨਾਂ ਨੇ ਸਰੂਪ ਦਾ ਆਨੰਦ ਪ੍ਰਾਪਤ ਕਰ ਲਿਆ। ਵਾਹਿਗੁਰੂ ਦੀ ਪ੍ਰਾਪਤੀ ਹੋ ਗਈ, ਉਹਨਾਂ ਨੇ ਪਾ ਲਿਆ ਵਾਹਿਗੁਰੂ ਨੂੰ। ਸੋ ਸਾਧੂ ਬੈਰਾਗੀ ਸੋਈ, ਉਹ ਉਹੀ ਸਾਧੂ ਹੈ ਜਿਹੜਾ ਸਾਧਨਾ ਕਰਨ ਵਾਲਾ ਹੈ, ਤੇ ਸੋਈ ਉਹੀ ਬੈਰਾਗੀ ਹੈ, ਬੈਰਾਗਵਾਨ ਹੈ। ਕੌਣ? ਜਿਹਦੇ ਹਿਰਦੇ ਨਾਲ ਵਸਾਏ, ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਦਾ ਨਾਮ ਵਸ ਗਿਆ ਹੈ, ਵਸਾ ਕੇ ਰੱਖਿਆ ਹੈ। ਕਿਸੇ ਭੇਖ ਦਾ ਨਾਮ, ਮੱਤ ਦਾ ਨਾਮ ਸਾਧੂ ਨਹੀਂ, ਬੈਰਾਗੀ ਨਹੀਂ ਕਿਹਾ ਜਾਂਦਾ। ਤੇ ਸਾਧੂ ਨਾਮ ਤਾਂ ਨਾਮ ਦੇ ਰਸੀਆਂ ਦਾ, ਜਾਂ ਫਿਰ ਸ੍ਰੇਸ਼ਟ ਜਿਹਦੇ ਕਰਮ ਸਾਧ ਨਾਮ ਨਿਰਮਲਤਾ ਕੇ ਕਰਮ। ਪੰਡਤ ਹਰਦਿਆਲ ਜੀ ਨੇ ਕਿਹਾ, ਸਾਧ ਵਾਹੀ ਜਗ ਜਾਨੀਆਂ ਜਾ ਕੇ ਨਹੀਂ ਉਪਾਦ ਮਨ। ਸਾਰ ਕਿਤਾਬਲੀ ਚ ਐਸਾ ਕਿਹਾ। ਇਸ ਕਰਕੇ ਭਾਈ ਵੈਸੇ ਸਾਧੂਆਂ ਦੇ ਅਨੇਕਾਂ ਮਤ ਹੁੰਦੇ ਨੇ, ਬੈਰਾਗੀ ਸਾਧੂ ਵੀ ਹੁੰਦੇ ਨੇ, ਵੈਸ਼ਨੂ ਸਾਧੂ ਵੀ ਹੈ। ਉਹ ਸਮੂਹ ਸੰਤ ਸਮੂਹ ਅਨੇਕ ਮਤੀ ਕੇ, ਬੈਰਾਗੀ ਤੇ ਵੈਸ਼ਨੂ ਸਾਧੂਆਂ ਦੀ ਜੀ ਵੀ ਭਿੰਨਤਾ ਹੈ। ਜਿਹੜਾ ਰਾਮਾਨੰਦ ਨੇ ਚਲਾਇਆ ਸੀ ਉਹ ਸਾਸੀ ਮਤ ਜਿਹੜਾ ਸੀ ਉਹਨਾਂ ਦਾ, ਉਹ ਬੈਰਾਗੀ ਮਤ ਸੀ। ਉਹਨਾਂ ਦਾ ਇੱਕ ਸ਼ੇਸ਼ ਨੇ ਅੱਗੇ ਚਲਾਇਆ, ਉਹ ਵੈਸ਼ਨੂ ਮਤ ਚਲਾਇਆ। ਇਉਂ ਫਿਰ ਵੈਸ਼ਨੂ ਤੇ ਸਹਿ ਹੈ ਗੁਰੂ ਚੇਲੇ ਦਾ ਅੰਤਰ ਹੈ। ਐ ਉਹਨਾਂ ਦੇ ਵਿੱਚ ਵੀ ਦੋ ਭੇਦ ਹੋ ਗਏ ਹਨ। ਰੋ ਵਿਚਾਰ ਅੰਤਰ ਲਾਗਨਾ ਤਾਮਸ ਮੂਲੇ, ਉਹਨਾਂ ਗੁਰਮੁਖਾਂ ਦੇ ਅੰਤਹਿਕਰਨ ਹਿਰਦੇ ਵਿੱਚ, ਹਿਰਦੇ ਰੂਪੀ ਭਾਂਡੇ ਵਿੱਚ, ਭਾਂਡਾ ਸਮਝ ਲਓ ਇਹਨੂੰ, ਉਹਨੂੰ ਲਾਗ ਭਾਵ ਉੱਲੀ। ਇਹ ਜਿਹੜੀ ਜਿਹਨੂੰ ਕਿਤੇ ਭਾਂਡੇ ਨੂੰ ਉੱਲੀ ਲੱਗ ਜਾਏ ਉਹਨੂੰ ਕਹਿੰਦੇ ਲਾਗ ਲੱਗ ਗਈ, ਜਾਂ ਕਿਸੇ ਹੋਰ ਮਾੜੀ ਚੀਜ਼ ਦੀ ਲਾਗ ਲੱਗ ਜਾਏ। ਜਿਹੜੇ ਭਾਂਡੇ ਨੂੰ ਲੱਗ ਜਵੇ ਨਾ ਲੇਸ, ਇਸੇ ਤਰ੍ਹਾਂ ਉਹ ਫਿਰ ਉਹਦੇ ਚ ਵਸਤੂ ਪਾਈ ਖਰਾਬ ਹੋ ਜਾਂਦੀ ਹੈ। ਤੇ ਅੰਤਰ ਲਾਗ ਨਾ ਤਾਮਸ ਮੂਲੇ, ਜਿਹੜੇ ਤਾਂ ਗੁਰਮੁਖ ਨੇ ਉਹਨਾਂ ਨੇ ਆਪਣੇ ਭਾਂਡੇ ਨੂੰ ਉੱਲੀ ਲੱਗਣੀ ਨਹੀਂ ਦਿੱਤੀ, ਕਾਮ ਕਰੋ ਆਦਿ। ਇਹ ਤਾਮਸ ਤਮੋ ਗੁਣ ਦੀ ਬਿਰਤੀ ਨਹੀਂ ਹੋਣ ਦਿੱਤੀ, ਕਦਾ ਚਿੱਤ ਤਮੋ ਗੁਣ ਬਿਰਤੀ ਨਹੀਂ ਹੁੰਦੀ ਉਹਨਾਂ ਦੀ। ਭਾਂਡਾ ਸੁਧ ਰੱਖਿਆ, ਉੱਲੀ ਆਜਮੇ ਲੱਗ ਜਾਂਦੀ ਹੈ ਭਾਂਡਿਆਂ ਨੂੰ,
ਉਹਨੇ ਅੰਤਸ਼ਕਰਨ ਦੇ ਭਾਂਡੇ ਨੂੰ ਕਾਮ ਕ੍ਰੋਧ ਦੀ ਉੱਲੀ ਨਹੀਂ ਲੱਗਣ ਦਿੱਤੀ ਹੈ। ਭਾਂਡੇ 'ਚ ਦੁੱਧ ਕਿਉਂ ਪਾਈਏ ਤੇ ਉਹ ਖਰਾਬ ਹੋ ਜਾਊਗਾ, ਕਿਉਂਕਿ ਭਾਂਡਾ ਠੀਕ ਨਹੀਂ ਹੈ। ਹਿਰਦੇ ਰੂਪੀ ਭਾਂਡੇ ਸੋ ਗੁਣਾਂ ਨੂੰ ਤੇ ਉਹ ਫਿਰ ਸਮਾਉਂਦੇ ਨਹੀਂ ਜੇ ਉੱਲੀ ਲੱਗੀ ਹੋਵੇ। ਗੁਰਮੁਖਾਂ ਨੇ ਹਿਰਦਾ ਅੰਤਕਰਨ ਰੂਪੀ ਭਾਂਡਾ ਸਵੱਛ ਰੱਖਿਆ, ਉਹ ਤਮੋਗੁਣ ਬਿਰਤੀ ਨਹੀਂ ਹੋਣ ਦਿੰਦੇ, ਕਿਉਂਕਿ ਉਹਨਾਂ ਨੇ ਤਮੋਗੁਣ ਬਿਰਤੀ ਨੂੰ ਕਿਵੇਂ ਵਿਸਰਜਨ ਕੀਤਾ ਹੈ? ਵਿੱਚੋਂ ਆਪ ਗਵਾਏ, ਵਿੱਚੋਂ ਅੰਦਰੋਂ ਹਉਮੈ ਨੂੰ ਗਵਾ ਦਿੱਤਾ, ਦੇਹ ਅਭਿਮਾਨ ਨਾਸ਼ ਕਰ ਦਿੱਤਾ ਹੈ। ਨਾਮ ਨਿਧਾਨ ਸਤਿਗੁਰੂ ਦਿਖਾਲਿਆ, ਤੇ ਨਾਮ ਦਾ ਨਿਧਾਨ ਸਤਿਗੁਰੂ ਮਹਾਰਾਜ ਸਾਹਿਬ ਨੇ ਇਹ ਖਜ਼ਾਨਾ ਦਿਖਾ ਦਿੱਤਾ ਹੈ। ਕਿੱਥੇ ਦਿਖਾ ਦਿੱਤਾ ਹੈ? ਕਿ ਨਾਮ ਦਾ ਖਜ਼ਾਨਾ ਭਾਈ ਬਾਣੀ 'ਚ ਪਿਆ ਹੈ। ਤੇ ਉਹ ਫਿਰ ਅੱਗੇ ਦੱਸਦੇ ਨੇ, ਹਰ ਰਸ ਪੀਆ ਅਗਾਏ, ਉਹ ਨਾਮ ਦੇ ਰਸ ਨੂੰ ਪੀ ਕੇ ਰੱਜ ਗਏ। ਅਗਾਏ ਨਾਮ ਰੱਜਣ ਦਾ, ਪੀ ਕਰਕੇ ਤ੍ਰਿਪਤ ਹੋ ਗਏ। ਉਹ ਸੰਸਾਰ ਦੇ ਪਦਾਰਥਾਂ ਵੱਲੋਂ ਬਲਕਿ ਬ੍ਰਹਮਪੁਰੀ ਤੱਕ ਦੇ ਸਾਰੇ ਸਵਰਗ ਦੇ ਪਦਾਰਥੋਂ ਬ੍ਰਹਮਾ ਇੰਦਰ ਆਦਿ ਜੋ ਹੋ ਤੋ ਦੇਹ ਦਰ ਭੋਗ ਕਾਗ ਬਿਸੰਂ ਜੇਪ ਨੇ ਬੀਤ ਲਾਗਤੇ ਲੋਗ, ਉਹਨਾਂ ਦੀ ਇਹ ਅਵਸਥਾ ਬਣ ਗਈ। ਕੋਈ ਇੱਛਾ ਨਹੀਂ ਰੱਖਦੇ ਪਦਾਰਥਾਂ ਦੀ, ਸਵਰਗ ਤੋਂ ਲੈ ਕੇ ਬ੍ਰਹਮਪੁਰੀ ਤੱਕ। ਜਿਨ ਕਹਿਣਾ ਪਾਇਆ ਸਾਧ ਸੰਗਤੀ, ਜਿਸ ਕਿਸੇ ਨੇ ਵੀ ਪਰਮੇਸ਼ਰ ਨੂੰ ਪਾਇਆ ਹੈ ਸਾਧ ਸੰਗਤ ਦੁਆਰਾ ਹੀ ਪਾਇਆ ਹੈ। ਸਾਧ ਸੰਗਤ ਤੋਂ ਬਿਨਾਂ ਅੱਜ ਤੱਕ ਕਿਸੇ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਪਾਇਆ ਹੈ। ਪੂਰਾ ਭਾਗ ਬੈਰਾਗ, ਪਰ ਭਾਈ ਜੇ ਚੰਗੇ ਭਾਗ ਪੂਰਵਲੇ ਜਨਮ ਦੇ ਹੋਣ ਤੇ ਉਹਨਾਂ ਨੂੰ ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟ ਦੁਰਮਤ ਖੋਈ, ਤੇ ਵੱਡੇ ਭਾਗ ਸਤਸੰਗਤ ਪਾਈ। ਉਹਨਾਂ ਨੂੰ ਵੱਡੇ ਭਾਗਾਂ ਕਰਕੇ ਸਤਸੰਗਤ ਪ੍ਰਾਪਤ ਹੁੰਦੀ ਹੈ ਤੇ ਗੁਰੂ ਦੀ ਸਤਸੰਗਤ ਮਿਲੀ ਹੈ। ਦੁਆਰੇ ਬੋਲੇ ਜੀ, ਪੂਰਾ ਭਾਗ ਬੈਰਾਗ, ਇਹ ਪੂਰੇ ਭਾਗ ਨੇ ਜਿਨ੍ਹਾਂ ਨੂੰ ਉਪਰਾਮਤਾ ਮਿਲ ਗਈ। ਗੁਰੂ ਤੇਗ ਬਹਾਦਰ ਸਾਹਿਬ ਨੇ ਬੜੀ ਵਿਰਾਗ ਦੀ ਗੱਲ ਕੀਤੀ ਹੈ, ਜਿਨ੍ਹਾਂ ਦੇ ਕਹਿੰਦੇ ਮਨ ਉਪਰਾਮ ਹੋ ਗਿਆ, ਬ੍ਰਹਮ ਵੀ ਉਹਦੇ ਹਿਰਦੇ ਵਿੱਚ ਹੀ ਬਸੂਗਾ। ਮਹਾਰਾਜ ਨੇ ਐਸੇ ਬਚਨ ਕਹੇ ਹੈ। ਤੇ ਇਸ ਕਰਕੇ ਜਿਨ੍ਹਾਂ ਦੇ ਮੱਥੇ ਦੇ ਚੰਗੇ ਭਾਗ ਹਨ ਭਾਈ, ਉਹਨਾਂ ਨੂੰ ਵਿਰਾਗ ਪੈਦਾ ਹੁੰਦਾ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਇੱਥੇ ਕਹਿੰਦੇ ਫਿਰ ਉਹ ਅਪਰਾਮਤਾ ਵਾਲੇ ਗੁਣ ਨੂੰ ਪਾ ਲੈਂਦੇ ਹਨ, ਜਿਹਦੇ ਕਰਕੇ ਮਾਇਆ ਦਾ ਬਲ ਨਹੀਂ ਚੱਲਦਾ। ਬਿਨ ਵਿਰਾਗ ਨਾ ਛੂਟ ਸਮਾਇਆ। ਇਸ ਕਰਕੇ ਫਿਰ ਮਾਇਆ ਤੋਂ ਖਹਿੜਾ ਛੁੱਟਦਾ, ਵਿਕਾਰਾਂ ਤੋਂ। ਮਨਮੁਖ ਫਿਰ ਹੈ ਨਾ ਜਾਣੈ ਸਤਿਗੁਰ, ਮਨਮੁਖ ਲੋਕ ਅਨੇਕਾਂ ਭੇਸ ਧਾਰਨ ਕਰਕੇ ਫਿਰਦੇ ਨੇ, ਸਤਿਗੁਰਾਂ ਦੀ ਮਹਿਮਾ ਨਹੀਂ ਜਾਣਦੇ। ਉਹਨਾਂ ਨੂੰ ਗੁਰੂ ਨਾਨਕ ਵਰਗਾ ਗੁਰੂ ਨਹੀਂ ਮਿਲਿਆ। ਗੁਰੂ ਤੋਂ ਵਿਹਣੇ ਬ੍ਰਹਮਨੇਸ਼ੀ ਬ੍ਰਹਮ ਸਰੋਤੀ ਗੁਰੂ ਨਹੀਂ ਮਿਲਿਆ ਹੈ। ਇਸ ਕਰਕੇ ਜੂਨੀਆਂ ਦੇ ਅੰਦਰ ਉਹ ਭੜਕਦੇ ਫਿਰਦੇ ਆ। ਕਾਰਨ ਕੀ ਹੈ ਮਹਾਰਾਜ? ਕਿਉਂ ਭੜਕਦੇ ਨੇ ਦੱਸਦੇ ਹਨ। ਹਉਮੈ ਅੰਦਰ ਲਾਗ, ਉਹਨਾਂ ਦੇ ਅੰਦਰ ਹਉਮੈ ਦੀ ਹੰਗਤਾ ਦੀ ਲਾਗ ਲੱਗੀ ਹੋਈ ਆ। ਇਹ ਉੱਲੀ ਲੱਗੀ, ਕਾਮ ਕਰੋ ਆਦਿ ਲੱਗੀ, ਹਉਮੈ ਦੀ ਉੱਲੀ ਲੱਗੀ ਉਹਨਾਂ ਦੇ ਭਾਂਡੇ ਅੰਤਸ਼ਕਰਨ ਨੂੰ। ਤੇ ਇਸ ਕਰਕੇ ਇਹ ਭਾਂਡੇ ਅੰਦਰ ਮੰਦੀ ਲੱਗੀ ਹੋਈ ਨਾ, ਕੋਈ ਮੰਦਵਾਜ, ਕੋਈ ਐਸੀ ਉਹੀ ਜੀ ਲੱਗ ਜਾਵੇ ਜਿਹੜੀ ਜਿਵੇਂ ਦੁੱਧ ਹੈ ਪਾਇਆ ਖਰਾਬ ਹੋਏ, ਖੱਟਾ ਲੱਗ ਜਾਏ ਭਾਂਡੇ ਨੂੰ, ਖਟਿਆਈ ਲੱਗ ਜਾਏ, ਦੁੱਧ ਫਟ ਜਾਂਦਾ ਹੈ। ਇਸੇ ਤਰ੍ਹਾਂ ਉਹਨਾਂ ਦੇ ਦਵੈਸ਼ ਦੀ ਖਟਿਆਈ ਲੱਗੀ ਹੈ ਜਾਂ ਉੱਲੀ ਲੱਗੀ ਹੈ, ਤੇ ਉਹ ਹਉਮੈ ਦੀ ਉੱਲੀ ਲੱਗੀ ਹੈ। ਜਿਸ ਕਰਕੇ ਉਹਨਾਂ ਦੀ ਹਉਮੈ ਦੀ ਲਾਗ ਲੱਗੀ ਹੈ। ਤਾਂ ਕਰਕੇ ਮਨਮੁਖ ਜਿਹੜੇ ਨੇ, ਮਨਮੁਖਾਂ ਦੇ ਭਾਂਡੇ ਇਹ ਇਸ ਕਰਕੇ ਹੰਗਤਾ ਦੇ ਵਿੱਚ। ਫੇਰ ਬੋਲੋ ਜੀ, ਹਉਮੈ ਅੰਦਰ ਲਾਗ, ਉਹ ਮਨਮੁਖ ਦੇ ਹਿਰਦੇ ਰੂਪੀ ਭਾਂਡੇ ਹੰਕਾਰ ਦੀ ਲਾਗ ਲੱਗਣ ਕਰਕੇ ਫਿਰ ਉਹ ਨਾਮ ਰੂਪੀ ਪਦਾਰਥ ਟਿਕਦਾ ਨਹੀਂ, ਉੱਥੇ ਨਾਮ ਦਾ ਅਸਰ ਨਹੀਂ ਹੁੰਦਾ ਹੈ। ਨਾਨਕ ਸ਼ਬਦ ਰਤੇ ਹਰ ਨਾਮ ਰਗਾਏ, ਸ਼ਬਦ ਦੀ ਸਮਾਪਤੀ ਕਰਦੇ ਨੇ। ਮਹਾਰਾਜ ਫਰਮਾਉਂਦੇ ਨੇ ਜਿਹੜੇ ਸ਼ਬਦ ਵਿੱਚ ਰੰਗੇ ਗਏ ਨੇ, ਗੁਰੂ ਦੇ ਉਪਦੇਸ਼ ਵਿੱਚ ਰੰਗੇ ਗਏ, ਜਿਹੜੇ ਪ੍ਰੇਮ ਦੇ ਵਿੱਚ ਰੰਗੇ ਗਏ, ਸ਼ਬਦ ਰਤੇ, ਤੇ ਉਹਨਾਂ ਨੂੰ ਪ੍ਰਭੂ ਦੇ ਨਾਮ ਦੇ, ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗਾਏ। ਗੁਰੂ ਨੇ ਫਿਰ ਰੰਗ ਦਿੱਤਾ ਵੀ ਹੁਣ ਤੇਰਾ ਗੁਰਮੁਖਾ ਹਿਰਦਾ ਸੁੱਧ ਹੈ, ਹਰ ਨਾਮ ਰੰਗਾਏ। ਜਿਹਦੇ ਸ਼ਬਦ ਰਤੇ ਸੀ ਉਹੀ ਨਾਮ ਚ ਰੰਗਣਗੇ, ਯਾਨੀ ਜਿਹੜੇ ਬਾਣੀ ਪੜਨਗੇ ਨਾਮ ਦੇ ਚ ਉਹੀ ਕਾਮਯਾਬ ਹੋਣਗੇ। ਬਾਣੀ ਛੱਡ ਕੇ ਨਾਮ ਦੇ ਵਿੱਚ ਕਾਮਯਾਬੀ ਨਹੀਂ ਮਿਲਦੀ। ਭਾਈ ਰਣਧੀਰ ਸਿੰਘ ਸਾਹਿਬ ਨੇ ਵੀ ਅਖੰਡ ਕੀਰਤਨੀ ਜਥੇ ਦੇ ਬਾਨੀ ਜਿਹੜੇ ਸੀ, ਉਹਨਾਂ ਨੇ ਵੀ ਕਿਹਾ ਵੀ ਬਾਣੀ ਨੂੰ ਛੱਡ ਕੇ ਨਾਮ ਚ ਕਾਮਯਾਬੀ ਨਹੀਂ ਮਿਲ ਸਕਦੀ ਹੈ। ਇੱਕ ਜਗ੍ਹਾ ਪੜ੍ਹਿਆ ਮੈਂ ਉਹਨਾਂ ਦੀ ਲਿਖਤ ਦੇ ਵਿੱਚ, ਨਾਮ ਅਭਿਆਸੀ ਡਾਕਟਰ ਭਾਈ ਵੀਰ ਸਿੰਘ ਨੇ ਤਾਂ ਬਾਹਰ ਥਾਂ ਥਾਂ ਲਿਖਿਆ, ਮਹਾਂਪੁਰਖ ਵੀ ਬਾਰ-ਬਾਰ ਦੱਸਦੇ ਹਨ। ਤੇ ਹਰ ਨਾਮ ਰੰਗਾਏ, ਨਾਮ ਦੇ ਰੰਗ ਦੇ ਵਿੱਚ ਆਪਣੇ ਮਨ ਨੂੰ ਤਾਂ ਰੰਗਾ ਸਕੂਗਾ ਜੇ ਭਾਈ ਸ਼ਬਦ ਦੇ ਵਿੱਚ ਪਹਿਲਾਂ ਬਾਣੀ ਚ ਬਰਨੇ ਮਨ ਨੂੰ ਰੰਗ ਲਊਗਾ। ਬਿਨ ਭੈ ਕੀ ਲਾਗ, ਤੇ ਭੈ ਵਿੱਚ ਖੁੰਬ ਚੜਾਈ ਹੈ। ਜਿੰਨਾ ਚਿਰ ਸਤਿਗੁਰੂ ਦੇ ਭੈ ਨਹੀਂ ਧਾਰਨ ਕੀਤਾ, ਪ੍ਰਭੂ ਦੀ ਭਗਤੀ ਦੀ ਲਾਗ ਲਗਨ ਕਿਵੇਂ ਲੱਗੂਗੀ? ਉਹ ਨਹੀਂ ਲੱਗਣੀ ਹੈ। ਜਿੰਨਾ ਚਿਰ ਸਤਿਗੁਰੂ ਦਾ ਭੈ ਧਾਰਨ ਨਹੀਂ ਕੀਤਾ, ਉਹਨਾਂ ਚਿਰ ਕਾਮਯਾਬੀ ਨਹੀਂ। ਇਸ ਕਰਕੇ
ਭੈ ਤੇ ਭਾਵਨੀ ਦੋਨੇ ਚਾਹੀਏ। ਉਹਨਾਂ ਚਿਰ ਲੱਗੀ ਹੋਈ ਲਾਗ ਕਿਵੇਂ ਉਤਰ ਸਕਦੀ ਹੈ ਜਿਹੜੀ ਉੱਲੀ ਲੱਗੀ ਹੈ, ਭਾਵ ਨਹੀਂ ਉਤਰਦੀ। ਇਹ ਦੋਨੇ ਭਾਵ ਇਸ ਦੇ ਸਮਝਣੇ। ਬਿਨ ਭੈ ਕੇ ਹੀ ਲਾਗ, ਗੁਰੂ ਕਿਰਪਾ ਕਰੇ। ਆਓ ਇੱਥੇ ਅੱਜ ਦੇ ਨਿਤਨੇਮ ਦੇ ਅਨੁਸਾਰ ਅੱਜ ਦੀ ਕਥਾ ਦੀ ਇੱਥੇ ਸਮਾਪਤੀ ਹੈ। ਸਤਿਗੁਰੂ ਫਿਰ ਕਿਰਪਾ ਕਰਨ, ਫਿਰ ਇਸੇ ਤਰ੍ਹਾਂ ਆਪਾਂ ਰਲ ਮਿਲ ਕੇ ਭਾਈ ਜੀਵਨ ਦਾ ਅਸਲੀ ਮਨੋਰਥ ਹੈ ਦਾ ਲਾਭ ਹੋਈਏ। ਜ਼ਿੰਦਗੀ ਜਾ ਰਹੀ ਹੈ ਹੱਥੋਂ, ਤੁਹਾਡੀ ਜ਼ਿੰਦਗੀ ਤੁਹਾਡੇ ਹੱਥੋਂ ਜਾ ਰਹੀ ਹੈ, ਮੇਰੀ ਜ਼ਿੰਦਗੀ ਮੇਰੇ ਹੱਥੋਂ ਜਾ ਰਹੀ ਹੈ। ਤੇ ਉਮਰ ਉਹਾ ਵਿੱਚ ਲੇਖੇ ਦੇ, ਯਾਦ ਸਾਈਂ ਵਿੱਚ ਗੁਜ਼ਰੇ, ਪੈਂਦੀ ਮੁਜ਼ਰੇ। ਇੱਥੇ ਸਫਲੀ ਹੋਏਗੀ। ਹਾਂਜੀ। ਮਨ ਮੁਖ ਫਿਰਹਿ ਨਾ ਜਾਣਹਿ ਸਤਿਗੁਰ, ਹਉਮੈ ਅੰਦਰ ਲਾਗ, ਨਾਨਕ ਸ਼ਬਦ ਰਤੇ ਹਰਿ ਨਾਮ ਰਗਾਏ, ਬਿਨ ਭੈ ਕੇਹੀ ਲਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।